ਸਤਿ ਸ਼੍ਰੀ ਅਕਾਲ ਦੋਸਤੋ। ਪ੍ਰੈਸ ਕਾਨਫਰੰਸ ਲਗਭਗ ਆਪਾਂ ਅੱਗੇ ਕੁਝ ਕੁ ਮਿੰਟਾਂ ਦੇ ਵਿੱਚ ਹੁਣ ਸ਼ੁਰੂ ਹੋਣ ਲੱਗੀ ਹੈ। ਸੋ ਪੂਰੇ ਮੀਡੀਆ ਦਾ ਜਮਾਵੜਾ ਤੁਸੀਂ ਵੇਖ ਰਹੇ ਹੋ। ਇੱਥੇ ਜਿਹੜਾ ਹੈਗਾ ਸਾਰਾ ਮੀਡੀਆ ਪਹੁੰਚ ਚੁੱਕਿਆ। ਸੋ ਜਿਹੜਾ ਹੈਗਾ ਹੁਣ ਕਿਉਂਕਿ ਜਿਹੜਾ ਸਵੇਰ ਤੋਂ ਜਿਹੜਾ ਹੈਗਾ ਵੇਟ ਕੀਤੀ ਜਾ ਰਹੀ ਸੀਗੀ ਤੇ ਲਗਭਗ 5 ਵਜੇ ਦਾ ਟਾਈਮ ਦਿੱਤਾ ਸੀ, ਉਸ 5 ਵੱਜ ਚੁੱਕੇ ਆ। ਸੋ ਹਰ ਇੱਕ ਚੈਨਲ ਚਾਹੇ ਨੈਸ਼ਨਲ ਆ ਚਾਹੇ ਆਪਣਾ ਪੰਜਾਬੀ ਮੀਡੀਆ, ਹਰ ਇੱਕ ਚੈਨਲ ਦੇ ਜਿਹੜੇ ਪੱਤਰਕਾਰ ਆ ਜਿਹੜਾ ਹੈਗਾ ਆਪਣੇ ਉਹਨਾਂ ਨੇ ਕੈਮਰੇ ਵਗੈਰਾ ਸੈੱਟ ਕਰ ਲਏ ਆ ਤੇ ਲਗਾਤਾਰ ਜਿਹੜਾ ਕੁਐਸਚਨਿੰਗ ਜਿਹੜਾ ਆਰ ਸ਼ੁਰੂ ਹੋ ਜਾਣਾ। ਸੋ ਦੱਬ ਕੇ ਸ਼ੇਅਰ ਕਰ ਲਓ ਵੀਰ ਮੇਰਿਓ। ਜਿਹੜਾ ਹੈਗਾ ਆਪਾਂ ਤੁਹਾਨੂੰ ਪਲ ਪਲ ਦੀ ਖਬਰ ਆ ਜਿਹੜੀ ਇੱਥੋਂ ਦਿੰਦਾ ਰਹਾਂ ਮੈਂ। ਸੋ ਇੱਕ ਵਾਰ ਜਿਹੜੀਆਂ ਹੈਗੀਆਂ ਇੱਥੋਂ ਆਪਾਂ ਸ਼ੁਰੂ ਕੀਤਾ ਪਿਆ ਦਿੱਲੀ ਤੋਂ। ਸੋ ਪ੍ਰੈਸ ਕਾਨਫਰੰਸ ਕਦੋਂ ਵੀ ਸ਼ੁਰੂ ਹੋ ਸਕਦੀ ਹੈ। ਸੋ ਦੱਬ ਕੇ ਖਿੱਚ ਕੇ ਰੱਖੇ ਆਪਾਂ ਮਾੜਾ ਸਾਈਡ ਦੇ ਤੇ ਲਗਾਤਾਰ ਤੁਸੀਂ ਦੇਖ ਸਕਦੇ ਹੋ ਪਿੱਛੋਂ ਤੋਂ ਲੈ ਕੇ ਅੱਗੇ ਤੱਕ ਹਰ ਇੱਕ ਜਿਹੜਾ ਹੈਗਾ ਚੈਨਲ ਦੇ ਜਿਹੜੇ ਪੱਤਰਕਾਰ ਹੈ ਪਹੁੰਚ ਚੁੱਕੇ। ਇੱਧਰਲੇ ਪਾਸੋਂ ਮੈਂ ਤੁਹਾਨੂੰ ਬੈਗ ਦੀਆਂ ਤਸਵੀਰਾਂ ਉਸ ਤੋਂ ਬਿਨਾਂ ਜਿਹੜਾ ਹੈਗਾ ਕੁਝ ਕੁ टाइम सुनाओ ਜਿਹੜਾ कि हाँ जी जब से लाइव चल रही है अभी लाइव चलेगा सर। मतलब कम से कम 2 घंटे पहला छोड़ेगा जब भी लाइव है सारा दिन ही लाइव चलता है। कितने चल रहे हैं अभी तो शुरू किया है। ठीक है। सो इतने जड़ा हैगा कहाँ से आप भाई? आप सोनीपत से हो। कैसे देखते हो आप सारे आंदोलनों को? अरे बढ़िया मजा आ रहा है, बड़ा मजा आ रहा है। हरियाणा पंजाब का भाईचारा सबसे बड़ी बात। चलो यही तो कम से कम ये तो हमने गेन किया ना। हाँ बस है ना। सो लगातार ਜਿਹੜਾ ਹੈਗਾ ਸੋਨੀਪਤ ਤੋਂ ਭਾਈ ਸੀਗਾ। ਸੋ ਇੱਥੇ ਦੇਖਿਆ ਜਾਵੇ ਲਗਭਗ ਮੈਨੂੰ ਲੱਗਦਾ ਹੁਣ ਖੜੇ ਆ ਸਾਰੇ ਯਾਰੇ। ਸੋ ਲਗਭਗ ਹੁਣ ਇਹ ਮੀਟਿੰਗ ਜਿਹੜੀ ਸ਼ੁਰੂ ਹੋਣ ਵਾਲੀ ਆ ਤੇ ਮੈਂ ਤੁਹਾਨੂੰ ਉੱਪਰ ਜਾ ਕੇ ਤਸਵੀਰਾਂ ਦਿੰਨਾ ਇੱਥੋਂ ਕਿਉਂਕਿ ਤੁਹਾਨੂੰ ਪਤਾ ਨਹੀਂ ਲੱਗਣਾ। ਸੋ ਆਪਾਂ ਤਾਂ ਚੱਲਦੇ ਹਾਂ ਉੱਥੋਂ ਜਾ ਕੇ ਤੁਹਾਨੂੰ ਦਿਖਾਉਣਾ ਕੀ ਬਣਦਾ ਇੱਥੇ। ਸੋ ਹਜੇ ਤੱਕ ਜਿਹੜੇ ਕੈਮਰਾਮੈਨ ਆ ਲਗਾਤਾਰ ਇੱਥੇ ਅੱਡ ਚੈਨਲ ਆ ਜਿਹੜੇ ਸੋ ਇੱਧਰੋਂ ਨਿਊਜ਼ 18 ਸੋ ਲਗਾਤਾਰ ਮੈਂ ਤੁਹਾਨੂੰ ਉੱਪਰੋਂ ਜਾ ਕੇ ਦਿਖਾਉਣ ਦੀ ਕੋਸ਼ਿਸ਼ ਕਰਦਾ। ਆਪकी ड्यूटी है यहाँ पे गेट पे है। ਕੀ ਹਾਲ ਆ ਬਾਈ? ਠੀਕ ਹੋ? ਸੈੱਟ ਹੋ? ਚਲ ਧੰਨਵਾਦ। ਹਾਂ ਆ ਗਿਆ ਮੈਂ ਬਸ। ਸੋ ਲਗਾਤਾਰ ਦੇ ਭਰਾ ਮਿਲਦੇ ਹੋਏ ਦੱਬ ਕੇ ਸ਼ੇਅਰ ਕਰ ਦਿਓ। ਮੈਂ ਤੁਹਾਨੂੰ ਉੱਪਰ ਜਾ ਕੇ ਤਸਵੀਰਾਂ ਦਿੰਨਾ ਜਿਹੜੀਆਂ ਹੈਲੋ भाई एक भाई मैं ना ऊपर जाना बस ऊपर से आपको वापस आना होगा फिर। नहीं कोई बात नहीं, आ जाऊंगा फिर खोल देंगे यार। ऐसे रैंडम मना कर रखा है ऐसे तो मैं उधर से निकल जाऊँ कंध से निकल जाऊंगा। सो पहला भाई ਦਾ ਧੰਨਵਾਦ ਜਿਹਨੇ ਗੇਟ ਖੋਲਤਾ। ਮੈਂ ਕਿਹਾ ਵੀ ਕੰਧ ਟੱਪ ਕੇ ਜਾਣਾ ਪੈਣਾ ਹੁਣ ਇੱਧਰ ਦੇ ਪਾਸੇ ਜਦੋਂ ਤੁਹਾਨੂੰ ਮੀਟਿੰਗ ਦਿਖਾਉਣੀ ਪੈਣੀ ਆ। ਸੋ ਜਿਹੜਾ ਉਹਨੇ ਦੱਬ ਕੇ ਸ਼ੇਅਰ ਕਰ ਦਿਓ। ਆਲ ਇੰਡੀਆ ਕਿਸਾਨ ਯੂਨੀਅਨ ਦੀ ਮੀਟਿੰਗ ਸ਼ੁਰੂ ਆ ਤੇ ਕੁਝ ਕੁ ਅਫਵਾਹਾਂ ਜਿਹੜੀਆਂ ਹੈਗੀਆਂ ਲਗਾਤਾਰ ਮੈਨੂੰ ਮੈਸੇਜ ਆ ਰਿਹਾ। ਕਹਿੰਦੇ ਵੀ ਇੱਕ ਗੱਲ ਫੈਲਾਈ ਜਾ ਰਹੀ ਆ ਕਿ ਇੱਕ ਯੂਨੀਅਨ ਆ ਜਾਂ ਪਤਾ ਨਹੀਂ ਕੁਝ ਹਿੱਸਾ ਜਿਹੜਾ ਇੱਥੋਂ ਚਲਾ ਗਿਆ ਵਾਪਸ ਉੱਠ ਕੇ। ਉਹ ਕੁਝ ਨਹੀਂ ਗਾ, ਉਹ ਸਿਰਫ ਜਿਹੜਾ ਹੈਗਾ ਅਫਵਾਹ ਡਾਈ ਗਈ ਆ। ਸਾਰੀਆਂ ਯੂਨੀਅਨਾਂ ਇਕੱਠੀਆਂ ਲਗਾਤਾਰ ਪਹਿਲਾਂ ਪੰਜਾਬ ਦੇ ਕਿਸਾਨਾਂ ਦੀ ਮੀਟਿੰਗ ਹੋ ਕੇ ਹਟੀ ਆ, ਹੁਣ ਆਲ ਇੰਡੀਆ ਕਿਸਾਨਾਂ ਯੂਨੀਅਨਾਂ ਦੀ ਮੀਟਿੰਗ ਹੋ ਰਹੀ ਆ। ਠੀਕ ਹੈ। ਸੋ ਉਹੋ ਜਿਹਾ ਕੁਝ ਵੀ ਨਹੀਂ ਗਾ ਤੇ ਉਹ ਸਾਰੀ ਅਫਵਾਹ ਤੁਹਾਨੂੰ ਉੱਪਰ ਤੋਂ ਤਸਵੀਰ ਦਿਖਾ ਦੇਣਾ। ਦੇਖੋ ਇਹ ਜਿਹੜਾ ਹੈਗਾ ਜਿਹੜੀਆਂ ਵੀਰ ਜੀ ਗੁਰਬਚਨ ਸਿੰਘ ਬੱਬਰ ਦੀ ਗੱਲ ਸਹੀ ਆ ਕਿ ਦੇਖੋ ਯਾਰ ਹਰ ਬੰਦੇ ਦੀ ਆਪਦੀ ਇੰਟਰਪ੍ਰੀਟੇਸ਼ਨ ਹੁੰਦੀ ਹੈ। ਠੀਕ ਹੈ, ਗੱਲ ਸਹੀ ਆ ਜਾਂ ਨਹੀਂ ਹੋਣੀ ਉਹ ਟਾਈਮ ਦੱਸਦਾ ਹੁੰਦਾ। ਪਰ ਜਿਹੜੇ ਹਿਸਾਬ ਨਾਲ ਆਪਾਂ ਅੱਗੇ ਦੁਨੀਆ ਦਾ ਵਿੱਚ ਦਬਾਅ ਹੈਗਾ UN ਤੱਕ ਗੱਲ ਪਹੁੰਚੀ ਹੋਈ ਹੈ ਪੂਰੀਆਂ ਆਪਾਂ ਅੱਗੇ ਪੰਜਾਬੀ ਭਾਈਚਾਰੇ ਨੇ ਭਾਰਤੀ ਭਾਈਚਾਰੇ ਨੇ ਦੁਨੀਆ ਭਰ ਦੇ ਵਿੱਚ ਆਪਾਂ ਅੱਗੇ ਪ੍ਰੋਟੈਸਟ ਕੀਤੇ ਆ। ਸੋ ਕਿਸੇ ਸਰਕਾਰ ਵਾਸਤੇ ਇੰਨਾ ਸੌਖਾ ਤਾਂ ਨਹੀਂ ਹੁੰਦਾ ਜਿਹੜਾ ਇੱਕ ਪੀਸਫੁਲ ਐਜੀਟੇਸ਼ਨ ਨੂੰ ਆਪਾਂ ਅੱਗੇ ਫੋਰਸਫੁਲੀ ਦਬਾਉਣਾ। ਸੋ ਜਿਹੜਾ ਹੈਗਾ ਇਹੋ ਜਿਹੀ ਕੋਈ ਗੱਲ ਨਹੀਂ, ਉਹ ਹੋ ਨਹੀਂ ਸਕਦਾ ਛੇਤੀ ਤੋਂ ਛੇਤੀ ਇੰਨੇ ਜਲਦੀ। ਸੋ ਜਿਹੜਾ ਬੱਬਰ ਮੈਂ ਉਹਨਾਂ ਨੂੰ ਪਰਸਨਲੀ ਨਹੀਂ ਜਾਣਦਾ ਜਾਂ ਉਹਨਾਂ ਦੇ ਬਾਰੇ ਉਹਨਾਂ ਨੂੰ ਕਿਹੜੇ ਸੋਰਸਾਂ ਨੇ ਉਹ ਖਬਰ ਦਿੱਤੀ ਆ ਜਾਂ ਉਹ ਕਿਵੇਂ ਸੋਚਦੇ ਆ, ਉਹਨਾਂ ਦਾ ਸੋਚਣ ਦਾ ਢੰਗ ਹੋ ਸਕਦਾ। ਪਰ ਫਿਲਹਾਲ ਇਹ ਵੀ ਇੱਕ ਤਰ੍ਹਾਂ ਦਾ ਇਹ ਮੈਂ ਜਿਹਨੂੰ ਨੈਗੇਟਿਵ ਤਰੀਕੇ ਨਾਲ ਪੇਸ਼ ਕਰਨਾ ਚਾਹਾਂ ਤਾਂ ਇਹ ਵੀ ਕਹਿ ਸਕਦਾ ਵੀ ਇੱਕ ਤਰੀਕੇ ਨਾਲ ਉਹ ਜਿਹੜਾ ਅੰਦੋਲਨ ਦੇ ਵਿੱਚ ਆਉਣ ਵਾਲਿਆਂ ਨੂੰ ਇੱਕ ਤਰ੍ਹਾਂ ਦਾ ਡਰਾ ਵੀ ਰਹੇ ਆ। ਉਹ ਨਹੀਂ ਹੋ ਸਕਦਾ। ਕੋਈ ਨਹੀਂ, ਜਿਹੜਾ ਹੈਗਾ
ਬਿਨਾਂ ਕੁਰਬਾਨੀਆਂ ਤੋਂ ਕੁਝ ਵੀ ਚੀਜ਼ ਜਿਹੜੀ ਹੁੰਦੀ ਹੈ ਦੁਨੀਆ ਦੇ ਵਿੱਚ ਗੇਨ ਨਹੀਂ ਕੀਤੀ ਜਾ ਸਕਦੀ ਹੁੰਦੀ। ਠੀਕ ਹੈ, ਇੱਥੇ ਜਿਹੜਾ ਹੁਣ ਪ੍ਰੈਸ ਕਾਨਫਰੰਸ ਸ਼ੁਰੂ ਹੋਊਗੀ ਮੈਂ ਉਦੋਂ ਥੱਲੇ ਜਾਊਂਗਾ, ਕੰਧ ਟੱਪ ਕੇ ਜਾਣਾ ਪੈਣਾ ਮੈਨੂੰ ਉਧਰਲੇ ਪਾਸਿਓਂ। ਤੁਸੀਂ ਵੀਰ ਬਣ ਕੇ ਦੱਬ ਕੇ ਸ਼ੇਅਰ ਕਰ ਦਿਓ। ਤਾਂ ਗੁਰਪ੍ਰੀਤ ਕੋਟਲੀ ਜਿਹੜਾ ਪੇਜ ਆ ਇਹਨੂੰ ਸਾਰੇ ਜਣੇ ਫੋਲੋ ਕਰ ਲਓ। ਭਾਜੀ ਕਲੀਅਰ ਨਹੀਂ ਵੀਡੀਓ ਆ ਰਹੀ। ਸੋ ਭਰਾ ਇਹ ਤਾਂ ਹੁਣ ਜਿਹੜਾ ਹੈਗਾ ਨੈਟਵਰਕ ਤੇ ਹੁੰਦਾ ਸਾਰੇ ਦਾ ਸਾਰਾ। ਠੀਕ ਹੈ, ਤੁਸੀਂ ਕਲੀਅਰ ਆਵੇ ਨਾ ਆਵੇ ਵੀ ਪੋਜ਼ਿਟਿਵ ਬਿਲਕੁਲ ਵਰਿੰਦਰ ਪੋਜ਼ਿਟਿਵ ਰਹਿਣ ਦੀ ਲੋੜ ਹੈ। ਸਰਕਾਰ ਨਾਲ ਮੀਟਿੰਗ ਕਦੋਂ ਹੈ ਇਹਦੇ ਬਾਰੇ ਜਿਹੜਾ ਹੁਣ ਫੈਸਲਾ ਹੈਗਾ ਕਿਸਾਨ ਯੂਨੀਅਨਾਂ ਨੇ ਕਰਨਾ। ਇਸ ਕਮਰੇ ਦੇ ਵਿੱਚ ਇੱਥੇ ਆ 2 ਕਿਸਾਨ ਆਗੂ ਖੜੇ ਆ, ਇਹਦੇ ਵਿੱਚੋਂ ਜਿਹੜਾ ਹੈ ਆਲ ਇੰਡੀਆ ਕਿਸਾਨ ਯੂਨੀਅਨ ਦੀ ਮੀਟਿੰਗ ਹੋ ਰਹੀ ਹੈ। ਲਗਭਗ ਉਹਨਾਂ ਨੇ 5 ਵਜੇ ਦਾ ਟਾਈਮ ਦਿੱਤਾ ਸੀ, ਟਾਈਮ ਜਿਹੜਾ ਹੁਣ ਓਵਰ ਹੋ ਚੁੱਕਿਆ ਹੈ। ਕਿਸੇ ਵੇਲੇ ਵੀ ਜਿਹੜੇ ਆਪਾਂ ਕੇ ਕਿਸਾਨ ਆਗੂ ਬਾਹਰ ਆ ਸਕਦੇ ਆ ਕੇ ਉਹ ਜਿਹੜਾ ਹੈਗਾ ਪ੍ਰੈਸ ਦੇ ਮੁਖਾਤਬ ਹੋਣਗੇ। ਸੋ ਦੂਜੀ ਗੱਲ ਹੈ, ਸੋ ਵੀਡੀਓ ਬੱਬਰ ਵਾਲੀ ਕਾਫੀ ਬੰਦੇ ਨੇ ਮੈਨੂੰ ਭੇਜੀ। ਠੀਕ ਹੈ, ਕੋਈ ਐਡੀ ਗੱਲ ਨਹੀਂ ਹੁੰਦੀ। ਇੰਨਾ ਦੁਨੀਆ ਦੇ ਵਿੱਚ ਆਪਾਂ ਕਹੇ ਕੋਈ ਔਰੰਗਜ਼ੇਬ ਦਾ ਰਾਜ ਨਹੀਂਗਾ ਇਹ। ਇੱਥੇ ਡੈਮੋਕ੍ਰੇਸੀ ਹੈ, ਦੁਨੀਆ ਦੇ ਵਿੱਚ ਜਵਾਬ ਦੇਣਾ ਬਣਦਾ। ਹਿਊਮਨ ਰਾਈਟ ਦੀ ਵਾਇਓਲੇਸ਼ਨ ਆ। ਹਾਂ ਥੋੜ੍ਹਾ ਜਿਹਾ ਇਹ ਸਰਕਾਰ ਇੱਕ ਕਹਿ ਸਕਦੇ ਹਾਂ ਹੁਣ ਕਾਰਪੋਰੇਟ ਹੱਥਾਂ ਦੇ ਵਿੱਚ ਬਿਲਕੁਲ ਖੇਡ ਰਹੀ ਹੈ। ਅੱਜ ਫਿਰ ਨਰਿੰਦਰ ਮੋਦੀ ਨੇ ਜਿਹੜਾ ਹੈਗਾ ਗੁਜਰਾਤ ਦੇ ਕੱਛ ਦੇ ਵਿੱਚ ਪੰਜਾਬੀ ਭਾਈਚਾਰੇ ਦੇ ਕਿਸਾਨਾਂ ਨਾਲ ਸੰਵਾਦ ਰਚਾਇਆ। ਉੱਥੇ ਉਹਨੇ ਫੇਰ ਜ਼ਰੂਰ ਕਿਹਾ ਕਿ ਜਿਹੜਾ ਵੀ ਭਾਈ ਜਿਹੜੇ ਇਹ ਕਾਨੂੰਨ ਨਾਲ ਕਿਸਾਨਾਂ ਦੇ ਪੱਖ 'ਚ ਆ, ਜਿਹੜੇ ਹੈਗਾ ਕਾਨੂੰਨ ਇਹ ਆ ਕਾਨੂੰਨ ਇਹ ਆ। ਤੁਸੀਂ ਦੇਖੋ ਕਿਸਾਨ ਅੰਦੋਲਨ ਦਾ ਇੰਨਾ ਕੁ ਦਬਾ ਕੇ ਲਗਾਤਾਰ ਮੋਦੀ ਖੁਦ ਜਿਹੜਾ ਹੈਗਾ ਪ੍ਰਧਾਨ ਮੰਤਰੀ ਨੂੰ ਆਪ ਅੱਗੇ ਹੋ ਕੇ ਜਿਹੜਾ ਆਪਦੇ ਆਪਾਂ ਕਹੀਏ ਕੇਡਰ ਦਾ ਮਨੋਬਲ ਵਧਾਉਣਾ ਪੈ ਰਿਹਾ। ਜੇ ਕਾਨੂੰਨ ਚੰਗੇ ਆ ਤਾਂ ਫਿਰ ਉਹਨਾਂ 'ਚ ਸੋਧਾਂ ਕਾਹਦੀਆਂ ਹੈ ਨਾ। ਦੂਜਾ ਸਰਕਾਰ ਇਹ ਲਗਾਤਾਰ ਅਫਵਾਹਾਂ ਫੈਲਾ ਰਹੀ ਆ ਕਿ ਕੁਝ ਜਥੇਬੰਦੀਆਂ ਜੀ ਇੱਥੋਂ ਉੱਠ ਗਈਆਂ। ਉਹ ਅਸਲ ਦੇ ਵਿੱਚ ਜਥੇਬੰਦੀਆਂ ਹੈ ਹੀ ਨਹੀਂ ਗਈਆਂ। ਅਸਲ ਦੇ ਵਿੱਚ ਕੀ ਆ, ਇਹਨਾਂ ਦੇ ਮੋਦੀ ਵਰਗਿਆਂ ਦੇ ਜਿਹੜਾ ਬੀਜੇਪੀ ਦੇ ਆਪਦੇ ਕਾਰਕੁਨ ਆ ਉਹ ਲਿਆ ਕੇ ਆਪ ਹੀ ਮੀਟਿੰਗਾਂ ਕਰ ਲੈਂਦੇ ਆ, ਆਪ ਹੀ ਕਹਿੰਦੇ ਉਹ ਅੱਜ ਦੀਆਂ ਗੱਲਾਂ ਥੋੜ੍ਹੀ ਆ। ਇਹ ਲਗਭਗ ਇਹੋ ਜਿਹਾ ਚਾਲਾਂ ਚੱਲਦਿਆਂ ਨੇ ਉਹਨਾਂ ਨੂੰ 2-3 ਮਹੀਨੇ ਹੋ ਗਏ ਲਗਾਤਾਰ। ਇਹਨਾਂ ਨੇ ਮੈਂ ਤੁਹਾਨੂੰ ਦੱਸਦਾ ਵੀ ਇੱਕ ਜਿਹੜਾ ਹੈਗਾ ਵਿਧਾਨ ਸਭਾ ਦੇ ਵਿੱਚ ਇਹਨਾਂ ਨੇ ਜਿਹੜਾ ਹਰਿਆਣੇ ਦੇ ਵਿੱਚ ਪ੍ਰੈਸ ਕਾਨਫਰੰਸਾਂ ਕੀਤੀਆਂ। ਪੰਜਾਬ ਦੇ ਵਿੱਚ ਖੁਦ ਜਿਹੜਾ ਹੈਗਾ ਕੇਂਦਰੀ ਮੰਤਰੀ ਆ ਕੇ ਜਿਹੜੀਆਂ ਵੀਡੀਓ ਕਾਨਫਰੰਸਾਂ ਕਰਕੇ ਗਏ ਆ। ਸੋ ਇਹ ਜਿਹੜਾ ਹੈਗਾ ਲਗਾਤਾਰ ਜਿਹੜਾ ਹੈਗਾ ਦਬਾਅ ਬਣਾਉਣ ਦੀ ਕੋਸ਼ਿਸ਼ ਹੈ। ਇੱਥੋਂ ਇੱਕ ਗੱਲ ਸਿੱਧਾ ਸਪਸ਼ਟ ਹੁੰਦੀ ਹੈ, ਮੈਨੂੰ ਲੱਗਦਾ ਹੁਣ ਜਿਹੜੇ ਹੈਗੇ ਆਉਣੇ ਸ਼ੁਰੂ ਹੋ ਗਿਆ ਲੀਡਰ, ਸ਼ਾਇਦ ਮੀਟਿੰਗ ਹੁਣ 1-2 ਮਿੰਟਾਂ ਬਾਅਦ ਖਤਮ ਹੋ ਜੇ। ਸੋ ਤੁਹਾਡੇ ਮੈਂ ਉਦੋਂ ਬਾਅਦ ਥੱਲੇ ਜਾਣਾ ਚਾਹੂੰਗਾ, ਪਰ ਮੈਂ ਤੁਹਾਨੂੰ ਦੱਸਦਾ ਹਜੇ ਤੱਕ ਮੋਦੀ ਸਰਕਾਰ ਕਾਊਂਟਰ ਕਰ ਰਹੀ ਹੈ, ਮੋਦੀ ਮੁਕਾਬਲਾ ਕਰ ਰਿਹਾ, ਸੋਲੂਸ਼ਨ ਨਹੀਂ ਕਰ ਰਿਹਾ। ਇਹ ਜਿਹੜਾ ਹੈਗਾ ਡਰਨਾ ਡੁਰਨਾ ਭਰਾਵਾ ਸਾਡੇ ਕੋਈ ਉਹਦੇ 'ਚ ਨਹੀਂਗਾ। ਮੋਦੀ ਸਰਕਾਰ ਡਰੇ ਪਈ ਆ, ਬਿਲਕੁਲ ਡਰਿਆ ਪਿਆ। ਲਗਾਤਾਰ ਉਹ ਬੰਦੇ ਨੂੰ ਬੋਲਣਾ ਪੈਂਦਾ ਹੁੰਦਾ, ਉਹ ਬੰਦੇ ਨੂੰ ਸਫਾਈਆਂ ਦੇਣੀਆਂ ਪੈਂਦੀਆਂ ਹੁੰਦੀਆਂ ਜਿਹੜੇ ਬੰਦੇ ਝੂਠੇ ਹੁੰਦੇ ਆ। ਠੀਕ ਹੈ, ਤੇ ਜਿਹੜੇ ਬੰਦੇ ਸੱਚੇ ਹੁੰਦੇ ਆ ਉਹਨੂੰ ਕੋਈ ਨਹੀਂਗਾ। ਸੋ ਇੱਕ ਪਾਸੇ ਸਰਕਾਰ ਮੰਨ ਰਹੀ ਹੈ ਸਾਡੇ 10 ਦੇ ਵਿੱਚੋਂ 8 ਕਮੀਆਂ ਨੇ, ਸਾਡੀਆਂ 9 ਕਮੀਆਂ ਨੇ, ਪਰ ਦੂਜੇ ਪਾਸੇ ਜਿਹੜਾ ਹੈਗਾ ਆਪਾਂ ਗੱਲ ਕਰੀਏ ਤਾਂ ਨਰਿੰਦਰ ਮੋਦੀ ਉਧਰਲੇ ਪਾਸੇ ਕਰਿਆ ਕਾਨੂੰਨ ਚੰਗੇ ਆ। ਤੇ ਮੈਂ ਅੱਜ ਹੀ ਟਵਿੱਟਰ ਤੇ ਘੰਟਾ ਕੁ ਪਹਿਲਾਂ ਇੱਕ ਵੀਡੀਓ ਪਾਈ ਆ, ਤੁਸੀਂ ਟਵਿੱਟਰ ਤੇ ਮੈਨੂੰ ਫੋਲੋ ਕਰ ਲਓ, ਗੁਰਪ੍ਰੀਤ ਕੋਟਲੀ, ਗੁਰਪ੍ਰੀਤ ਐਸ ਕੋਟਲੀ। ਠੀਕ ਆ, ਉਹ ਮੇਰਾ ਅਕਾਊਂਟ ਹੈ। ਉੱਥੇ ਦੇਖੋ ਮੈਂ ਅੱਜ ਵੀਡੀਓ ਪਾਈ ਆ, ਸ਼ਾਇਦ ਮੈਂ ਫੇਸਬੁੱਕ ਤੇ ਪਾ ਦੂੰਗਾ, ਥੋੜੀ ਛੋਟੀ ਹੁੰਦੀ ਆ। ਉਹਦੇ 'ਚ ਉਹ 2014 ਦੀ ਰੈਲੀ ਤੋਂ ਪਹਿਲਾਂ ਕਹਿ ਰਿਹਾ ਨਰਿੰਦਰ ਮੋਦੀ ਕਿ ਮੈਂ ਜਿਹੜਾ ਹੈਗਾ ਸਾਡੀ ਸਰਕਾਰ ਬਣਨ ਤੇ ਆਮਦਨ ਦੁੱਗਣੀ ਕਰ ਦੂੰਗਾ, ਕਰਜ਼ਾ ਮਾਫ ਕਰ ਦੂੰਗਾ। ਤਾਂ ਉਹਨੇ ਕੀ ਕੀਤਾ ਤੁਸੀਂ ਆਪ ਜਾਣਦੇ ਹੋ। ਠੀਕ ਆ, ਤਾਂ ਕਰਕੇ ਤੁਸੀਂ ਟਵਿੱਟਰ ਤੇ ਉਹ ਵੀਡੀਓ ਦੇਖ ਸਕਦੇ ਹੋ ਕਿ ਨਰਿੰਦਰ ਮੋਦੀ ਜਿਹੜਾ ਅੱਜ 2014 'ਚ ਵੀ ਇਹ ਗੱਲ ਕਰਦਾ ਸੀ, ਅੱਜ ਉਹਨੇ ਕੱਛ ਦੇ ਵਿੱਚ ਇਹ ਗੱਲ ਕੀਤੀ ਹੈ ਕਿ ਜਿਹੜਾ ਹੈਗਾ ਇਹਦੇ ਨਾਲ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜੂਗੀ। ਕਿਸਾਨ ਜਿਹੜਾ ਹੈਗਾ 2022 ਦੇ ਵਿੱਚ ਉਹਨਾਂ ਦੀ ਆਮਦਨ ਦੁੱਗਣੀ ਹੋ ਜੂ। ਕੀ ਉਹ ਬੰਦੇ ਤੇ ਭਰੋਸਾ ਕੀਤਾ ਜਾ ਸਕਦਾ ਹੈ? ਸੋ ਇਹੋ ਜਿਹੀਆਂ ਚੀਜ਼ਾਂ ਆਪਾਂ ਸੋਚਣੀਆਂ ਹੈਗੀਆਂ। ਤੁਸੀਂ ਵੀਰ ਬਣ ਕੇ ਵੀਡੀਓ ਸ਼ੇਅਰ ਕਰਦੇ ਰਹੋ, ਦੱਬ ਕੇ ਗੁਰਪ੍ਰੀਤ ਕੋਟਲੀ ਆਪਣਾ ਪੇਜ ਆ, ਇਹਨੂੰ ਜਿਹੜਾ ਹੈਗਾ ਫੋਲੋ ਕਰ ਲਓ ਸਾਰੇ ਜਣੇ, ਦੱਬ ਕੇ ਸ਼ੇਅਰ ਕਰ ਦਿਓ ਵੀਰ ਬਣੇ। ਜਦੋਂ ਨੂੰ ਕਿਸਾਨ ਆਗੂ ਆਉਣ ਦਾ ਉਹ ਗੱਲ ਜਿਹੜੀ ਸੀਗਾ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚੇ। ਦੇਖੋ ਹੁਣ ਦੇਖਿਆ ਜਾਵੇ ਤਾਂ ਜਿਹੜੇ ਇਹ ਕੁਝ ਕੁ ਚੈਨਲ ਆ ਜਿਨ੍ਹਾਂ ਦੇ ਡੰਮੀਆਂ ਨਹੀਂ ਲੱਗੀਆਂ। ਮੈਂ ਸੁਣਦਾ ਤਾਂ ਕੁਝ ਕੁ ਡੰਮੀ ਕੀ ਹੁੰਦੀ ਹੈ, ਜਿਵੇਂ ਫਾਰ ਐਗਜ਼ਾਮਪਲ ਆਹ ਚੈਨਲ ਆ ਪੰਜਾਬੀ ਲੋਕ ਜਾਂ ਦੈਨਿਕ ਸਵੇਰਾ ਜਾਂ ਮੈਂ ਗੱਲ ਕਰਾਂ ਜਿਹੜਾ ਹੈਗਾ ਸਪੋਕਸਮੈਨ ਆ, ਇਹਨਾਂ ਦੇ ਡੰਮੀਆਂ ਲੱਗੀਆਂ ਹੋਈਆਂ ਹੈ ਨਾ। ਪਰ ਕੁਝ ਕੁ ਜਿਹੜੇ ਚੈਨਲ ਆ ਜਿਨ੍ਹਾਂ ਦੇ ਡੰਮੀਆਂ ਨਹੀਂ, ਜਿਵੇਂ ਮੰਨ ਲਓ ਆਹ ਬੀਬੀ ਫਿਰ ਰਹੀ ਹੈ, ਇਹ ਖੜ ਜਾਓ ਉਧਰਲੇ ਪਾਸੇ ਉਹਦਾ ਮੂੰਹ ਨਹੀਂਗਾ। ਸੋ ਇਹਦੇ 'ਚ ਜਿਹੜਾ ਹੈਗਾ ਬਿਨਾਂ ਡੰਮੀਆਂ ਵਾਲੇ ਜਿਹੜੇ ਚੈਨਲ ਆ ਉਹ ਜਿਵੇਂ ਜੀ ਨਿਊਜ਼, ਅੱਜ ਤੱਕ, ABP ਜਾਂ ਜਿਹੜੇ ਹੈਗੇ ਜਿਨ੍ਹਾਂ ਤੋਂ ਜਿਹੜੇ ਹੈਗੇ ਗਲਤ ਖਬਰਾਂ ਫੈਲਾਉਂਦੇ ਆ ਉਹਨਾਂ ਦੇ ਆ। ਸੋ ਇਹ ਜਿਹੜੇ ਉਹ ਚੀਜ਼ਾਂ ਹੈਗੀਆਂ। ਦੂਜਾ ਇਹ ਕਿਹਾ ਜਾ ਰਿਹਾ ਸਰਕਾਰ ਦੁਆਰਾ ਅੱਡ ਚੈਨਲਾਂ ਤੇ ਕਿਹਾ ਜਾ ਰਿਹਾ
ਵੀ ਜਿਹੜਾ ਸਰਕਾਰ MSP ਦੇਣ ਨੂੰ ਤਿਆਰ ਹੈ। ਲੜਾਈ ਤਾਂ ਜੀ MSP ਦੀ ਸੀ, ਫਿਰ ਹੁਣ ਲੜਾਈ ਜਿਹੜੀ ਖਤਮ ਕਰ ਦੇਣੀ ਚਾਹੀਦੀ ਹੈ। ਤੇ ਇੱਥੇ ਕਿਸਾਨ ਯੂਨੀਅਨ ਦਾ ਜਿਹੜਾ ਹੈਗਾ ਉਹਨਾਂ ਦਾ ਸਿੱਧਾ ਕਹਿਣਾ ਵੀ ਜੇ MSP ਦੀ ਲੜਾਈ ਹੈ, ਜੇ ਤੁਸੀਂ MSP ਦੇ ਸਕਦੇ ਹੋ ਤਾਂ ਸਾਨੂੰ ਜਿਹੜੀਆਂ 23 ਦੀਆਂ 23 ਫਸਲਾਂ ਤੇ ਜਿਹੜੀ MSP ਚਾਹੀਦੀ ਹੈ ਸਰਕਾਰ ਚੱਕ ਲੇ। ਦੂਜਾ ਜਿਹੜਾ ਕਿਸਾਨ ਯੂਨੀਅਨ ਨੇ ਸਿੱਧਾ ਕਿਹਾ ਵੀ ਜਿਹੜਾ ਪੂਰੇ ਭਾਰਤ ਦੇ ਵਿੱਚ MSP ਮਿਲਣਾ ਚਾਹੀਦਾ, ਤਾਂ ਉੱਥੇ ਸਰਕਾਰ ਨੇ ਇਹ ਕਿਹਾ ਵੀ ਸਾਨੂੰ 17 ਲੱਖ ਕਰੋੜ ਰੁਪਈਆ ਚਾਹੀਦਾ ਜੇਕਰ MSP ਜੇ ਕਿਤੇ ਅਸੀਂ ਚੀਜ਼ਾਂ ਖਰੀਦਦੇ ਹਾਂ ਤਾਂ ਕਿਸਾਨ ਯੂਨੀਅਨ ਨੇ ਕਿਹਾ ਵੀ 17 ਲੱਖ ਕਰੋੜ ਦੀਆਂ ਖਰੀਦਣੀਆਂ, ਵੇਚੋਗੇ ਵੀ ਤਾਂ ਸਹੀ, ਤਾਂ ਘੱਟੋ ਘੱਟ 14-15 ਲੱਖ ਕਰੋੜ ਦੀਆਂ ਤਾਂ ਤੁਸੀਂ ਚੀਜ਼ਾਂ ਵੇਚੋਗੇ। ਤਾਂ ਉਹ ਕਹਿੰਦੇ ਹਾਂਜੀ, ਤੇ ਫਿਰ ਉਹ ਕਹਿੰਦੇ ਵੀ ਤੁਸੀਂ 2 ਲੱਖ ਕਰੋੜ ਰੁਪਈਆ ਪਾਉਣਾ ਆਪਦੇ ਕੋਲੋਂ, ਤੁਸੀਂ ਜਿਹੜਾ ਹੈਗਾ ਉਹ ਘਾਟਾ ਪੂਰਾ ਕਰ ਦਿਓ। ਅਦਰਵਾਈਜ਼ ਤੁਸੀਂ ਖੁੱਲੀ ਮੰਡੀ ਕਰ ਰਹੇ ਹੋ, ਪ੍ਰਾਈਵੇਟ ਪਲੇਅਰ ਆਉਣਗੇ ਤਾਂ ਮੰਨ ਲਓ ਜੇ ਸਾਨੂੰ ਉਹ ਮੰਨ ਲਓ ਸਾਡੀ 17 ਲੱਖ ਕਰੋੜ ਰੁਪਏ ਦੀ ਫਸਲ ਹੈ, ਜੇ ਉਹ 14 ਲੱਖ ਕਰੋੜ ਦੇ ਵਿੱਚ ਖਰੀਦਦੇ ਤਾਂ ਸਰਕਾਰ 3 ਲੱਖ ਕਰੋੜ ਰੁਪਏ ਆਪਦੇ ਕੋਲੋਂ ਦੇ ਦੇ। ਤਾਂ ਇਹਦੇ ਵਾਸਤੇ ਉਹਨਾਂ ਕੋਲੇ ਅਮਿਤ ਸ਼ਾਹ ਕੋਲੇ ਕੋਈ ਬਿਆਨ ਨਹੀਂ ਸੀਗਾ। ਇਹ ਕਹਿਣਾ ਹੈਗਾ ਜਿਹੜਾ ਆਪਾਂ ਕਹਗੇ ਹਰਿਆਣਾ ਦੀ ਕਿਸਾਨ ਯੂਨੀਅਨ ਦੇ ਆਗੂ ਹੈ ਜਿਹੜੇ ਚੁੰਨੀ ਸਾਹਿਬ, ਉਹਨਾਂ ਦਾ ਕਹਿਣਾ। ਸੋ ਲਗਾਤਾਰ ਇਹੋ ਜਿਹੀਆਂ ਗੱਲਾਂ ਦੇ ਉੱਤੇ ਮੈਂ ਜਿਹੜਾ ਹੈਗਾ ਆਫ ਦੀ ਰਿਕਾਰਡ ਵੀ ਗੱਲਾਂ ਕਰਦਾ ਰਹਿਣਾ। ਹੁਣ ਤਾਂ ਕਈ ਬੰਦੇ ਹੈਰਾਨ ਹੁੰਦੇ ਆ ਵਿਚਾਰੇ ਪੱਤਰਕਾਰ ਵੀ, ਤੂੰ ਸਾਰੀ ਜਿਹੜੀ ਲਾਈਵ ਰਹਿਣਾ ਯਾਰ, ਕਿਹੜੇ ਹਿਸਾਬ ਨਾਲ ਚੱਲਦਾ ਵੀ ਬਾਈਟ ਦੇਣੀ ਔਖੀ ਹੋ ਜਾਂਦੀ ਇੱਕ। ਪਰ ਮੈਂ ਕਹਿਣਾ ਪਰਮਾਤਮਾ ਜਿਹੜਾ ਹੈਗਾ ਵੀ ਆਵਾਜ਼ ਨਹੀਂ ਆ ਰਹੀ, ਸੋ ਆਉਣੀ ਚਾਹੀਦੀ ਆਵਾਜ਼। ਤਾਂ ਸਰਦੀ ਵਿੱਚ ਟੋਪੀ ਰੱਖ ਲਿਆ ਕਰੋ ਭਾਈ, ਬਿਲਕੁਲ ਜਿਹੜਾ ਰੱਖੀ ਦੀ ਆ, ਜਿਹੜਾ ਸਾਰਾ ਕੁਝ ਆਪਦੇ ਨੇ ਪ੍ਰੋਟੈਕਸ਼ਨ ਰੱਖੀ ਦੀ ਆ। ਮੋਟੇ ਤੌਰ ਤੇ ਇਹ ਆ ਵੀ ਹੁਣ ਸਰਕਾਰ ਦੇ ਕੋਲੇ ਜਿਹੜਾ ਹੈਗਾ ਕੋਈ ਬਾਲਾ ਹੈ ਨਹੀਂਗਾ। ਉਧਰੋਂ ਮੈਨੂੰ ਲੱਗਦਾ ਸ਼ਾਇਦ ਜਿਹੜੀ ਪ੍ਰੈਸ ਕਾਨਫਰੰਸ ਕਦੋਂ ਵੀ ਸ਼ੁਰੂ ਹੋ ਸਕਦੀ ਹੈ। ਲਗਾਤਾਰ ਜਿਹੜਾ ਹੈਗਾ ਗਹਿਮੀ ਬਣੀ ਹੋਏ ਲੀਡਰ ਆਏ ਹੋਏ ਆ। ਮੈਨੂੰ ਲੱਗਦਾ ਹੁਣ ਜਿਹੜੇ 2 ਭਰਾ ਆ ਰਹੇ ਆ, ਇਹਨਾਂ ਨੇ ਆ ਕੇ ਜਿਹੜਾ ਹੈਗਾ ਕੁਰਸੀਆਂ ਲਵਾਉਣੀਆਂ। ਉਸ ਤੋਂ ਬਾਅਦ ਜਿਹੜਾ ਹੈਗਾ ਪ੍ਰੈਸ ਕਾਨਫਰੰਸ ਸ਼ੁਰੂ ਹੋ ਜੂਗੀ। ਲਗਾਤਾਰ ਜਿਹੜਾ ਮੀਡੀਆ ਇੱਥੇ ਬੈਠਾ ਹੋਇਆ ਤੇ ਲਗਾਤਾਰ ਜਿਹੜਾ ਸਵਾਲਾਂ ਜਵਾਬਾਂ ਦਾ ਜਿਹੜਾ ਸਿਲਸਿਲਾ ਉਹ ਇੱਥੋਂ ਸ਼ੁਰੂ ਹੋ ਜਾਣਾ। ਸੋ ਬਾਈ ਜੀ ਆਪ ਜੀ ਦਾ ਸਵਾਗਤ ਹੈ ਕਵੈਤ ਵਿੱਚ। ਸਾਡੀ ਮਜਬੂਰੀ, ਅਸੀਂ ਆ ਨਹੀਂ ਸਕਦੇ ਵੀਰੇ। ਹਰਦੀਪ ਨਹੀਂ ਆ ਸਕਦੇ, ਘੱਟੋ ਘੱਟ 100 200 ਗਰੁੱਪਾਂ 'ਚ ਜ਼ਰੂਰ ਸ਼ੇਅਰ ਕਰੋ ਵੀਰ ਬਣ ਕੇ। ਵੀਡੀਓ ਜਲਦੀ ਤੋਂ ਜਲਦੀ ਸ਼ੇਅਰ ਕਰੋ ਘੱਟੋ ਘੱਟ ਯਾਰ। ਮੈਂ ਕਹਿਣਾ ਵੀ ਮੈਨੂੰ ਲੱਗਦਾ ਰੀਚ ਜੀ ਵੀਰ ਤਾਂ ਨਹੀਂ ਘਟਾ ਦੀ ਕਿਤੇ, ਠੀਕ ਹੈ। ਕੱਲ 3500-3600 ਬੰਦਾ ਦੇਖ ਰਿਹਾ ਸੀਗਾ ਤੇ ਅੱਜ ਬੰਦੇ 500 ਹੀ ਹੈ। ਸੋ ਵੀਰ ਬਣ ਕੇ ਦੱਬ ਕੇ ਜਿੰਨਾ ਚਿਕ ਬਿਲਕੁਲ ਠੀਕ ਕਿਹਾ ਵੀਰ। ਸੋ ਮੈਂ ਸਾਰੀਆਂ ਚੀਜ਼ਾਂ ਤੁਹਾਨੂੰ ਉਹੀ ਚੀਜ਼ਾਂ ਦੇ ਰਿਹਾ, ਦੱਸ ਰਿਹਾ ਤੁਹਾਨੂੰ ਜਿਹੜਾ ਹੈਗਾ ਜੋ ਜ਼ਰੂਰੀ ਹੈ ਵੀਰ ਮੇਰੋ। ਦੱਬ ਕੇ ਸ਼ੇਅਰ ਕਰ ਦਿਓ। ਜਿਹੜਾ ਹੈਗਾ ਇੱਥੇ ਦਿਖਾਵਾਂ ਤੁਹਾਨੂੰ, ਜਿਹੜਾ ਆਹ ਬੀਬੀ ਹੈ ਇਹਦਾ ਜਿਹੜਾ ਮਾਈਕ ਹੈ ਤੇ ਉੱਤੇ ਡੰਮੀ ਹੈ ਨਹੀਂ। ਪਹਿਲੀ ਗੱਲ ਡੰਮੀ ਦਾ ਮਤਲਬ ਇਹਦੇ ਉੱਤੇ ਲਿਖਿਆ ਨਹੀਂ ਕਿਹੜਾ ਜਿਹੜਾ ਹੈਗਾ ਚੈਨਲ ਹੈ। ਆਹ ਤੁਸੀਂ ਦੇਖ ਸਕਦੇ ਹੋ, ਠੀਕ ਹੈ। ਇਹੋ ਜਿਹੇ ਜਿਹੜੇ ਚੈਨਲ ਹੈ ਜਿਨ੍ਹਾਂ ਦਾ ਕਿਸਾਨ ਵਿਰੋਧ ਕਰਦੇ, ਉਹਨਾਂ ਦੇ ਪੱਤਰਕਾਰਾਂ ਦੀ ਇੰਨੀ ਹਿੰਮਤ ਨਹੀਂ ਕਿ ਵੀ ਉਹ ਆ ਕੇ ਇੱਥੇ ਲਾ ਕੇ ਆ ਜਾਣ। ਸੋ ਇਹਨਾਂ ਨੇ ਜਿਹੜਾ ਹੈਗਾ ਇਹ ਚੈਨਲਾਂ ਨੇ ਕੀ ਕਰਨਾ, ਕੋਈ ਲਾਈਵ ਨਹੀਂ ਕਰਨਾ, ਇਹਨਾਂ ਨੇ ਇੱਥੋਂ ਵੀਡੀਓ ਬਣਾਉਣੀਆਂ, ਫਿਰ ਵੀਡੀਓ ਨੂੰ ਮੈਨੂਪਲੇਟ ਕਰਨਾ। ਇੱਧਰੋਂ ਬੈਂਚ ਲੱਗ ਗਿਆ ਤੇ ਮੈਨੂੰ ਲੱਗਦਾ ਕੁਝ 2-3 ਮਿੰਟਾਂ ਦੇ ਵਿੱਚ ਹੁਣ ਜਿਹੜਾ ਹੈਗਾ ਪ੍ਰੈਸ ਕਾਨਫਰੰਸ ਸ਼ੁਰੂ ਹੋ ਜਾਣੀ ਹੈ। ਸੋ ਬੈਂਚ ਲੱਗ ਗਿਆ, ਉੱਥੇ ਕੁਰਸੀਆਂ ਲੱਗ ਜਾਣਗੀਆਂ। ਇਧਰਲੇ ਪਾਸੋਂ ਦੇਖੋ ਜਿਹੜਾ ਹੈਗਾ ਕਿਸਾਨ ਆਗੂ ਲਗਭਗ ਆ ਰਹੇ ਆ। ਸੋ ਨਵੀਂ ਅਪਡੇਟ ਹੈ, ਦੱਸੋ ਵੀਰ ਨੂੰ। ਸੋ ਨਵੀਂ ਅਪਡੇਟ ਇਹੀ ਆ ਜਿਹੜਾ ਕਿ ਹੁਣ ਪ੍ਰੈਸ ਕਾਨਫਰੰਸ ਦੇ ਵਿੱਚ ਤੁਹਾਨੂੰ ਸਾਰਾ ਕੁਝ ਦੱਸ ਦਿੱਤਾ ਜਾਣਾ। ਮਾਈਕ ਹੁਣ ਸੈੱਟ ਕੀਤੇ ਜਾ ਰਹੇ ਅੱਡ-ਅੱਡ ਚੈਨਲਾਂ ਦੇ। ਆਪਣਾ ਤਾਂ ਇੱਕੋ ਹੀ ਮਾਈਕ ਹੈ, ਆਪ ਦਾ ਲੱਗਦਾ ਉਧਰ ਨੂੰ ਕਰ ਲਈਦਾ ਕੈਮਰਾ, ਕਿਤੇ ਉਧਰ ਨੂੰ ਕਰ ਲਈਦਾ। ਸੋ ਉਹਦੇ ਬਾਰੇ ਜਿਹੜਾ ਹੈਗਾ ਹੁਣ ਇੱਕ ਵਾਰੀ ਪ੍ਰੈਸ ਕਾਨਫਰੰਸ ਸ਼ੁਰੂ ਹੋ ਰਹੀ ਹੈ ਤੇ ਲਗਾਤਾਰ ਆਪਾਂ ਕਹਗੇ ਜਿਹੜਾ ਮੀਡੀਆ ਨੂੰ ਦੇ ਮੁਖਾਤਬ ਹੋਣਗੇ। ਸੋ ਜਿਹੜੇ ਕਿਸਾਨ ਆਗੂ ਬੜੀ ਜਲਦੀ। ਸੋ ਮੈਂ ਜਾਣਾ ਥੱਲੇ, ਮੈਨੂੰ ਵੀ ਥੋੜਾ ਜਿਹਾ ਮੈਂ ਕਹਿਣਾ ਤੁਸੀਂ ਉਹਨੇ ਦੱਬ ਕੇ ਸ਼ੇਅਰ ਕਰ ਲਓ, ਠੀਕ ਹੈ। ਦੱਬ ਕੇ ਜਿਹੜਾ ਹੈਗਾ ਇਹਨੂੰ ਸ਼ੇਅਰ ਕਰ ਦਿਓ ਵੀਰ ਮੇਰੋ। ਆਪਣਾ ਤੁਸੀਂ ਹੋ, ਜੇ ਫੇਸਬੁੱਕ ਕਈ ਵਾਰੀ ਉਹ ਘਟਾਉਣ ਦੀ ਰੀਚ ਤਾਂ ਤੁਸੀਂ ਵਧਾ ਸਕਦੇ ਹੋ। ਸਾਰੇ ਠੀਕ ਆ ਵੀਰ, ਬਿਲਕੁਲ ਸਹੀ ਆਵਾਜ਼ ਆ ਰਹੀ ਹੈ, ਧੰਨਵਾਦ। ਤੁਸੀਂ ਦੱਸਦੇ ਰਿਹਾ ਕਰੋ, ਕਈ ਵਾਰੀ ਸ਼ਰਾਰਤੀ ਆਨਸਰ ਕੱਦਾ ਜਾਣ ਕੇ ਕਹਿੰਦਾ ਵੀ ਆਵਾਜ਼ ਨਹੀਂ ਆ ਰਹੀ। ਤਾਂ ਸੋ ਲਗਾਤਾਰ ਵੀਰ ਬਣ ਕੇ ਨਾਲ ਟੱਚ 'ਚ ਰਿਹਾ ਕਰੋ, ਐਕਟਿਵ ਰਿਹਾ ਕਰੋ, ਠੀਕ ਹੈ। ਤੇ ਮੈਂ ਤੁਹਾਡੇ ਨੇ ਵਾਸਤੇ ਜਿਹੜਾ ਹੈਗਾ ਇੰਨਾ ਜਿਹੜਾ ਕਰੀ ਜਾਂਦਾ। ਸੋ ਮੈਨੂੰ ਆਇਆ ਵੀ ਸਾਡੇ ਜਿਹੜਾ ਹੈਗਾ ਮੀਡੀਆ ਦੇ ਉੱਤੇ ਵੀ ਇੱਕ ਅੱਖ ਰੱਖੀ ਜਾਵੇ, ਠੀਕ ਹੈ। ਕਿਸਾਨਾਂ ਉੱਤੇ ਤਾਂ ਦੁਨੀਆ ਭਰ ਦੀਆਂ ਅੱਖਾਂ ਹੈਗੀਆਂ, ਇਹਨਾਂ ਮੀਡੀਆ ਚੈਨਲਾਂ ਦੇ ਉੱਤੇ ਵੀ ਆਪਣੀ ਅੱਖ ਰਹਿੰਦੀ ਹੈ। ਸੋ ਇੱਕ ਮੀਡੀਆ ਨੂੰ ਆਪਾਂ ਇੱਕ ਤਰੀਕੇ ਨਾਲ ਜਿਹੜਾ ਆਬਜ਼ਰਵਰ ਦੇ ਤੌਰ ਤੇ ਕੰਮ ਕਰ ਰਹੇ ਹਾਂ। ਸੋ ਵੀਰ ਮੇਰੇ ਉਹ ਖਿੱਚ ਕੇ ਕੰਮ ਗੁਰਪ੍ਰੀਤ ਕੋਟਲੀ ਪੇਜ ਫੋਲੋ ਕਰੀ ਜਾਓ, ਇਹ ਵਾਲਾ ਗੁਰਪ੍ਰੀਤ ਕੋਟਲੀ YouTube ਚੈਨਲ ਤੇ ਸਬਸਕ੍ਰਾਈਬ ਕਰ ਲਓ। ਅਸੀਂ ਜਿਹੜਾ ਕਿਸਾਨ ਏਕਤਾ ਜਿਹੜੀ ਵੈਬਸਾਈਟ ਬਣਾਈ ਆ ਉੱਤੇ ਤੁਸੀਂ ਆ ਸਕਦੇ ਹੋ। ਉਸ ਤੋਂ ਬਿਨਾਂ ਟਵਿੱਟਰ ਤੇ ਆਓ ਸਾਰੇ, ਤੁਸੀਂ ਦੱਸੋ। ਸੋ ਵੀਰ ਮੇਰੇ ਉਹ ਦੱਬ ਕੇ ਕੰਮ ਜਿਹੜਾ ਖਿੱਚ ਕੇ ਇੱਥੋਂ ਲਗਾਤਾਰ ਜਿਹੜੇ ਹੁਣ ਅੱਡ ਮੈਕ ਰੱਖੇ ਗਏ ਆ। ਸੋ ਉਧਰਲੇ ਪਾਸਿਓਂ ਮੈਨੂੰ ਲੱਗਦਾ ਕਿਸਾਨ ਆਗੂ ਆਉਣਗੇ ਤੇ ਮੈਂ ਥੱਲੇ ਜਾਣ ਦੀ ਕੋਸ਼ਿਸ਼ ਕਰਦਾ, ਕਿਤੇ ਬਾਰ ਨਾ ਬੰਦ ਕਰਤਾ ਹੋਵੇ ਭਾਈ ਨੇ, ਠੀਕ ਹੈ। ਤੇ ਤੁਸੀਂ ਉਹਨੇ ਸ਼ੇਅਰ ਕਰੀ ਜਾਓ, ਬਸ ਮੈਂ ਜਾਣਾ ਉਹਨਾਂ ਕੋਲੇ ਫਿਰ ਉੱਥੇ, ਕਿਉਂਕਿ ਇੰਨੀ ਦੂਰ ਆਵਾਜ਼ ਨਹੀਂ ਹੋਣੀ ਆਪਣੇ ਕੋਲੇ।
ਉਹ ਸੋਰਸ ਹੈ ਨਹੀਂ ਨਾ ਹਜੇ ਆਪਣੇ ਕੋਲ ਤਾਂ ਸਿੱਧਾ ਹੀ ਕੰਮ ਹੈ ਮੋਬਾਈਲ ਫੜ ਕੇ ਮੂਹਰੇ ਹੋ ਜਾਈਦਾ। ਪਰ ਇੱਕ ਗੱਲ ਆ ਵੀ ਕਰੋੜ ਦੇ ਇੰਸਟਰੂਮੈਂਟ ਵਾਲਿਆਂ ਨੂੰ ਆਪਾਂ ਵਕਤ ਪਾਇਆ ਹੋਇਆ। ਸੋ ਤੁਹਾਡੇ ਸਹਿਯੋਗ ਨਾਲ ਹੀ ਆ ਤੇ ਤੁਸੀਂ ਵੀਰ ਬਣ ਕੇ ਦੱਬ ਕੇ ਖਿੱਚ ਦਿਓ। ਕਈ ਵਾਰੀ ਮੀਡੀਆ ਵਾਲੇ ਦੇਖਦੇ ਆ ਵੀ ਕਿੰਨੇ ਕੁ ਬੰਦੇ ਜੁੜੇ ਆ ਜਾਂ ਕਿੰਨੇ ਕੁ ਨਹੀਂ ਜੁੜੇ ਹਨ। ਸੋ ਜੇ ਤੁਸੀਂ ਵੱਧ ਜੁੜੇ ਹੁੰਦੇ 1000 ਤੋਂ ਜ਼ਿਆਦਾ ਹੁੰਦੇ ਆ ਤਾਂ ਉਹਨਾਂ ਤੇ ਪ੍ਰਭਾਵ ਪੈਂਦਾ ਵੀ ਵਾਕਈ ਪੇਜ ਪੂਜ ਚੱਲਦਾ ਹੈ ਨਾ। ਅਦਰਵਾਈਜ਼ ਫਿਰ ਯਾਰ ਉਹ ਬੇਇੱਜ਼ਤੀ ਵਾਲਾ ਕੰਮ ਹੋ ਜਾਂਦਾ। ਵੀਰ ਬਣ ਕੇ ਥੋੜੀ ਇੱਜ਼ਤ ਵੀਰ ਬਣਾਇਆ ਕਰੋ, ਇੱਜ਼ਤ ਰੱਖ ਦਿਆ ਕਰੋ ਮੇਰੀ, ਠੀਕ ਹੈ। ਸੋ ਖਿੱਚ ਦਿਓ ਵੀਰ ਬਣ ਕੇ ਕਰਾਂ, ਖਿੱਚ ਦਿਓ। ਇੱਧਰ ਮੈਂ ਭਰਾ ਨੇ ਗੇਟ ਖੋਲ੍ਹਦਾ, ਅੱਗੇ ਭਰਾ ਨੇ ਕਿਹਾ ਸੀ ਕਹਿੰਦਾ ਕੰਧ ਟੱਪਣੀ ਪੈਣੀ ਆ। ਸੋ ਧੰਨਵਾਦ ਹੈ ਵੀਰ ਮੇਰਾ। ਇੱਧਰੋਂ ਦੇਖੋ ਲਗਾਤਾਰ ਝੰਡੇ ਆ ਜਿਹੜੇ, ਤੇ ਇਹ ਬਾਹਰ ਦਾ ਦ੍ਰਿਸ਼ ਹੈ। ਇੱਥੇ ਤੁਸੀਂ ਦੇਖ ਸਕਦੇ ਹੋ ਵੀਰੋ, ਖਿੱਚ ਦਿਓ ਕੰਮ ਯਾਰ, ਆਵਾਜ਼ ਬਹੁਤ ਆ ਰਹੀ ਆ ਵੀਰੇ। ਦੱਬੀ ਚੱਲ, ਕੰਮ ਦੱਬਿਆ। ਤੁਸੀਂ ਸ਼ੇਅਰ ਦੱਬੋ ਵੀਰ ਬਣ ਕੇ ਸਾਰੇ ਨੇ। ਆਪ ਤਾਂ ਦੇਖੀ ਜਾਂਦੇ ਹੋ ਜਿਹੜੇ 500-600 ਜਾਣੇ। ਮੈਂ ਮਨਦੀਪ ਜੱਸੀ ਫਰੀ ਹੋਏ ਤਾਂ ਫੋਨ ਕਰ ਲੂੰਗਾ ਵੀ ਫੋਨ। ਸੋ ਦੱਬੋ ਕੰਮ ਯਾਰ। ਇੱਧਰਲੇ ਪਾਸੋਂ ਮੈਂ ਜਿਹੜਾ ਹੈਗਾ ਤੁਹਾਨੂੰ ਆ ਗਏ ਆਪਾਂ ਉੱਥੇ। ਸੋ ਇੱਥੇ ਜਿਹੜੀ ਮੀਟਿੰਗ ਹੋਣੀ ਸ਼ੁਰੂ ਹੈ। ਇਹ ਜਿਹੜੇ ਬੀਬੀ ਆ ਵਿਚਾਰੀ ਬਿਨਾਂ ਡੰਮੀ ਤੋਂ ਖਿੱਚ ਰਹੇ ਕੀ ਰਣਨੀਤੀ ਹੈ। ਠੀਕ ਹੈ, ਤੁਹਾਨੂੰ ਚਲੋ ਉਹਨੇ ਪੰਜਾਬੀ ਦੇ ਪੱਤਰਕਾਰਾਂ ਦੇ ਦਰਸ਼ਨ ਕਰਾ ਦੇਣਾ ਲਾਈਵ, ਠੀਕ ਹੈ। ਇੱਧਰੋਂ ਜਿਹੜੇ ਹੈਗੇ ਵਿਚਾਰੇ ਨਿਊਜ਼ 18 ਵਾਲੇ ਆਹ ਮੈਨੂੰ ਲੱਗਦਾ ਭਾਈ ਅੱਡ ਚੈਨਲਾਂ ਦੇ ਹੈ ਨਾ। ਖਿੱਚੋ ਕੰਮ, ਖਿੱਚੋ ਵੀਰੇ। ਤੁਸੀਂ ਕੋਲੇ ਜਾਵੜੇ ਵੀਰੇ ਕੋਲੇ। ਮੈਂ ਜਿਹੜਾ ਹੈਗਾ ਇੱਧਰੋਂ ਸਾਡਾ ਭਰਾ ਇਹ ਵੀ ਤੜਕੇ ਦਾ ਬਹੁਤ ਔਖਾ ਹੋਈ ਜਾਂਦਾ ਵਿਚਾਰਾ, ਮੇਰੇ ਵਰਗਾ ਹੈਗਾ। ਡੰਮੀ ਇਹਦੇ ਵੀ ਨਹੀਂ ਲੱਗੀ, ਦੇਖਦੇ ਆ ਕੀ ਬਣਦਾ। ਠੀਕ ਆ, ਖਿੱਚ ਦਿਓ ਯਾਰ, 1000 ਕੁ ਤਾਂ ਕਰੋ, ਕਿਉਂ ਬੇਇੱਜ਼ਤੀ ਖਰਾਬ ਕਰਾਈ ਹੈ। ਆਏ ਨਾ ਕਰੋ ਵੀਰ ਬਣ ਕੇ, ਦੱਬੀ ਚੱਲ ਚਾਹੁੰਦੇ ਆ ਮੈਂ ਦੱਬੀ ਜਾਣਾ। ਵੀਰ ਬਣ ਕੇ ਸ਼ੇਅਰ ਮਾਰੀ ਜਾਓ, ਸ਼ੇਅਰ 10 ਗਰੁੱਪਾਂ 'ਚ। ਗੁਰਜੀਤ ਧੰਨਵਾਦ। 100 ਗਰੁੱਪਾਂ 'ਚ ਸਿੱਟ ਦਿਓ ਵੀਰ ਮੇਰੇ। ਬੇਇੱਜ਼ਤੀ ਖਰਾਬ ਹੋ ਜਾਂਦੀ ਆ। ਆਪਾਂ 1000 ਕੁ ਬੰਦਾ ਲਾ ਦਿਓ ਮੇਰੇ ਵਾਸਤੇ ਹੀ, ਕਰ ਦਿਓ ਸ਼ੇਅਰ। ਜਿਹੜੇ ਬਾਈ ਜਿਹੜੇ ਦੇਖੀ ਜਾਂਦੇ ਉਹਨਾਂ 2 ਮਿੰਟ ਵਾਸਤੇ ਸਾਰੇ ਜਣੇ ਲੱਗ ਜਾਓ ਸ਼ੇਅਰ ਕਰਨ ਸਾਰੇ ਗਰੁੱਪਾਂ 'ਚ। ਖਿੱਚ ਦਿਓ ਵੀਰ ਬਣ ਕੇ ਕੰਮ। 590 ਹੋ ਗਏ, 600 ਹੋ ਗਿਆ, 400 ਘਾਟਾ। ਖਿੱਚ ਦਿਓ ਵੀਰ ਬਣ ਕੇ। ਭੈੜਾ ਲੱਗਦਾ ਐ ਮੁੜ ਕੇ ਉਹਨਾਂ ਨੇ ਕਹਿਣਾ ਵੀ ਇਹ ਤਾਂ ਐਵੇਂ ਤੁਰਿਆ ਫਿਰਦਾ, ਠੀਕ ਹੈ। ਕਿਉਂਕਿ ਮੀਡੀਆ ਵਾਲਿਆਂ ਨੂੰ ਜਦੋਂ ਆਪਾਂ ਠਿੱਠ ਕਰਦੇ ਮੀਡੀਆ ਵਾਲੇ ਆਪਣਾ ਮਜ਼ਾਕ ਵੀ ਬਹੁਤ ਉਡਾਉਂਦੇ ਆ। ਸੋ ਬਾਈ ਤੇਰੀ ਹੈਲਪ ਕਰਾਂਗੇ, ਹੈਲਪ ਬਹੁਤ ਵਧੀਆ ਵੀਰ, ਫੁੱਲ ਸਪੋਰਟ। 624 ਕਰੋ 1000 ਯਾਰ। ਕਿਵੇਂ ਅੱਜ ਖੜ ਜੇ ਕਿਉਂ ਗਿਆ ਯਾਰ ਕੰਮ ਹੈ? ਕਿਵੇਂ ਖੜ ਜੇ ਗਿਆ? ਥੱਲੇ ਨੂੰ ਆਈ ਜਾਂਦਾ ਬੰਦਾ ਆਪਣਾ ਕੰਮ। ਮਾਰੋ ਯਾਰ ਸ਼ੇਅਰ ਦੱਬ ਕੇ। ਕਰਤਾ ਸ਼ੇਅਰ ਬਾਈ 15 'ਚ। ਵਧੀ ਕਿਉਂ ਨਹੀਂ ਫਿਰ ਬੰਦੇ ਆਪਣੇ ਹਜੇ ਤੱਕ? ਸ਼ੇਅਰ ਤੁਸੀਂ ਬਹੁਤ ਖਿੱਚੀ ਜਾਂਦੇ ਹੋ ਕਿਤੇ, ਹੁਣ ਤਾਂ ਨਹੀਂ ਫਿਰ ਸਿਆਪਾ ਪਤਾ ਕਿਸੇ ਨੇ। ਸੋ ਇੱਥੇ ਜਿਹੜਾ ਹੈਗਾ, ਚਲੋ ਮੈਂ ਅੱਗਿਓਂ ਦਿਖਾਉਣਾ ਤੁਹਾਨੂੰ। ਉਹ ਬੱਲੇ ਬੱਲੇ ਭਰਾਵੋ, ਮਸਾਂ ਆਵਾਜ਼ ਆਈ ਆ। ਮੈਂ ਤਾਂ ਕਿ ਰੱਬ ਬੈਰੀ ਬਣ ਗਿਆ, ਕਿਤੇ ਸਾਰਾ ਬਣ ਗਿਆ। ਬੰਦੇ ਫੇਰ ਘਟ ਗਏ, ਚਲੋ ਕੋਈ ਚੱਕ ਨਹੀਂ ਕਰਤੀ ਬਈ ਆਪਾਂ। ਪਰ ਇੱਥੋਂ ਲਗਾਤਾਰ ਕੁਰਸੀਆਂ ਜੱਜ ਗਈਆਂ। ਤੁਹਾਡਾ ਭਰਾ ਇੱਥੇ ਜੱਜ ਗਿਆ ਪਿੱਛੇ। ਸੋ ਇੱਥੋਂ ਤੁਹਾਨੂੰ ਕਮੈਂਟਰੀ ਸੁਣਾ ਦਿੰਦਾ, ਉਹਨੇ ਤੁਸੀਂ ਕਰੀ ਜਾਓ ਸ਼ੇਅਰ। ਵੀਰ ਕਿੰਨੇ ਰੋਡ ਜਾਮ ਕਰਤੇ, ਰੋਡ ਜਾਮ ਤੇ ਵਿੱਚ ਆਪਣਾ ਸਿਗਨਲ ਵੀ ਜਾਮ ਹੋ ਗਿਆ ਸੀਗਾ ਯਾਰ। ਮੈਨੂੰ ਲੱਗਦਾ ਜਦੋਂ ਬੰਦੇ ਜੋੜਦੇ ਉਦੋਂ ਸਿਗਨਲ ਟੁੱਟ ਜਾਂਦਾ ਹੈ ਨਾ। ਸੋ ਹਾਏ ਸਰ, ਇੱਥੇ ਵੀਰੇ ਜਿਹੜਾ ਹੈਗਾ ਹੁਣ ਪ੍ਰੈਸ ਕਾਨਫਰੰਸ ਸ਼ੁਰੂ ਹੋਊਗੀ, ਠੀਕ ਹੈ। ਉਹਦੇ 'ਚ ਤੁਹਾਨੂੰ ਦੱਸਿਆ ਜਾਣਾ ਕੀ ਬਣ ਰਿਹਾ। ਉਹਨਾਂ 'ਚ ਇੱਕ ਤੁਸੀਂ ਜਿਹੜਾ ਹੈਗਾ ਆਪਦੇ ਭਰਾ ਦਾ ਜਿਹੜਾ ਪੇਜ ਹੈ ਉਹ ਜ਼ਰੂਰ ਫੋਲੋ ਕਰਾਓ ਸਾਰਿਆਂ ਤੋਂ। ਭਰਾ ਬਣ ਕੇ ਦੱਬ ਕੇ ਆਪਣਾ ਆਪਦਾ ਚੈਨਲ ਆ ਗੁਰਪ੍ਰੀਤ ਕੋਟਲੀ, ਠੀਕ ਹੈ। ਇਕੱਲਾ ਇੱਥੇ ਨਹੀਂ, ਆਪਾਂ ਆਉਣ ਵਾਲੇ ਟਾਈਮ ਦੇ ਵਿੱਚ ਵੀ ਕੰਮ ਕਰਦੇ ਰਹਾਂਗੇ। ਤੁਸੀਂ ਸਾਥ ਦਿੰਦੇ ਰਹੋ, ਹੌਸਲਾ ਦਿੰਦੇ ਰਹੋ। ਜਿਹੜਾ ਹੈਗਾ ਜੇ ਤੁਸੀਂ ਨਾਲ ਆ ਹੀ ਜੁੜੇ ਰਹੇ ਭਰਾ ਮੇਰੇ ਤਾਂ ਕੋਈ ਚੱਕਰ ਨਹੀਂ। ਦੁਨੀਆ ਦੀ ਤਾਕਤ ਆਪਾਂ ਨੂੰ ਜਿਹੜਾ ਹੈਗਾ ਆਪਦਾ ਪਲੇਟਫਾਰਮ ਖੜਾ ਕਰਨ ਤੋਂ ਰੋਕ ਸਕਦੀ ਹੈ, ਕੋਈ ਨਹੀਂ ਰੋਕ ਸਕਦਾ। ਸੋ ਦੱਬ ਕੇ ਨਿਊਜ਼ 18 ਵਾਲੇ ਵੀ ਬੀਜੇਪੀ ਦੀਆਂ ਹੀ ਨਿਊਜ਼ ਦੇ ਰਹੇ। ਅੱਛਾ, ਪਰ ਨਿਊਜ਼ 18 ਦਾ ਤਾਂ ਬਹੁਤ ਹੈ ਯਾਰ। ਫੜਨਾ ਨਾ ਮੈਂ ਕਦਾ ਇੱਥੇ ਨਾ, ਪਤਾ ਕੀ ਹੈ ਯਾਰ, ਫੜਨ ਨੂੰ ਤਾਂ ਮੈਂ 2 ਮਿੰਟ 'ਚ ਫੜ ਲਾਂ। ਇੱਥੇ ਨਾ ਮੁੜ ਕੇ ਆਪਾਂ ਨੂੰ ਇਹਨਾਂ ਨੇ ਪ੍ਰੈਸ ਕਾਨਫਰੰਸ ਤੋਂ ਬਾਹਰ ਕਢਾ ਦਿਆ ਕਰਨਾ। ਪਤਾ ਕਿਵੇਂ? ਇਹ ਕਹਿਣਗੇ ਜੀ ਇਹ ਤਾਂ ਆਪਦਾ ਹੀ ਆ ਜੀ, ਐਂ ਤਾਂ ਫਿਰ ਦੁਨੀਆ ਭਰ ਦੇ ਮੁੰਡੇ ਆ ਜਾ ਕਰਨਗੇ, ਠੀਕ ਹੈ। ਸੋ ਆਪ ਸਭ ਹੱਕ ਪਰੋਂ। ਸੋ ਧੰਨਵਾਦ ਭਾਈ ਸਾਰਿਆਂ ਦਾ। ਤਾਂ ਫਿਰ ਨਾ ਯਾਰ ਮੈਨੂੰ ਇੱਥੋਂ ਆਪਾਂ ਨੂੰ ਆ ਅਪਡੇਟਾਂ ਨਹੀਂ ਮਿਲਣੀਆਂ ਹੈ। ਸੋ ਥੋੜ੍ਹਾ ਜਿਹਾ ਆਪਾਂ ਨੂੰ ਵੀ ਠੰਡਾ ਰੱਖਣੀ ਪੈਂਦੀ ਆ ਬਾਈ ਜੀ। ਤਾਂ ਮੇਰਾ ਵੀ ਕਰਦਾ ਪੜ੍ਹ ਕੇ ਸਾਰਿਆਂ ਨੂੰ ਪੁੱਛ ਲਈਏ, ਠੀਕ ਹੈ। ਹੁਣ ਤਾਂ ਕਰਕੇ ਗੁਰਪ੍ਰੀਤ ਵੀਰ ਸੁਨੇਹਾ ਮਿਲ ਗਿਆ, ਹੁਣ ਮਿਲ ਗਿਆ। ਤੁਸੀਂ ਪੁੱਛ ਸਕਦੇ ਹੋ, ਕਮੈਂਟਾਂ 'ਚ ਪੁੱਛੀ ਜਾਇਆ ਕਰੋ ਕੀ ਪੁੱਛਣਾ ਚਾਹੁੰਦੇ ਹੋ। ਦੇਖੋ ਜਿਹੜਾ ਹੈਗਾ ਤੁਹਾਨੂੰ ਮੈਂ ਬੇਨਤੀ ਇਹੀ ਕਰਦਾ ਲਗਾਤਾਰ ਵੀ ਬਾਈ ਰੇਂਜ ਘੱਟ ਜਾਂਦੀ ਹੈ, ਕੋਈ ਜ਼ਿਆਦਾ ਹੀ ਘਟਾਉਣ ਲੱਗ ਪਏ, ਇਸ ਕਰਕੇ ਬੰਦੇ ਜੁੜੇ ਘੱਟ ਹੈ। ਬਿਲਕੁਲ ਆਪਣੇ ਤੇ ਬਹੁਤ ਦੂਰੀਆਂ ਤੀਰੀਆਂ ਕਈ ਮਾਰਾਂ ਪਈ ਜਾਂਦੀਆਂ। ਉਧਰੋਂ ਬੀਜੇਪੀ IT ਸੈੱਲ ਵਾਲੇ ਮਾਰੀ ਜਾਂਦੇ, ਉਧਰਲੇ ਪਾਸੋਂ ਪਤਾ ਰੇਂਜ ਘਟਾਈ ਜਾਂਦੇ ਆ। ਤੀਜਾ ਜਿਹੜਾ ਹੈਗਾ ਆਪਣੇ ਬੰਦੇ ਮੈਨੂੰ ਲੱਗਦਾ ਸ਼ੇਅਰ ਘੱਟ ਕਰਦੇ ਆ, ਇਹ ਵੀ ਮਾੜੀ ਗੱਲ ਹੋਈ ਜਾਂਦੀ ਹੈ ਨਾ।
ਸੋ ਖਿੱਚ ਕੇ ਵੀਰੇ ਖਿੱਚ ਕੇ ਜਿਹੜਾ ਹੈਗਾ ਇੱਥੋਂ ਲਾਈਵ ਦੇਖੋਗੇ, ਆਪਾਂ ਤੋਂ ਲਾਈਵ ਦੇਖੋਗੇ ਤਾਂ ਪਿਓਰ ਦੇਖੋਗੇ ਸਿੱਧਾ। क्यों सर? सर कैसे देख रहे हो सारे जो आप कौन से चैनल के लिए कवर करते हो सर? नमस्कार, मैं हिमाचल प्रदेश से आया हूँ और मैं वकालत करता हूँ, एडवोकेट हूँ तथा किसान हूँ। और ये सारा जो आंदोलन है, यह आंदोलन मोदी सरकार की जो गलत नीतियाँ व जन विरोधी नीतियों के चलते किसानों को यह जो नौबत आन पड़ी है, यह नौबत मोदी सरकार की जन विरोधियों की नीतियों के चलते तथा उद्योगपतियों के पक्ष में जो कानून है, चाहे वो कृषि अध्यादेश हैं तथा साथ में जो बिजली संशोधन जो कानून है, यह इतने इम्पोर्टेंट कानून है कि रीढ़ की हड्डी है यह कानून के किसानों और आम जनता तथा गरीब मजदूर जो तबका है उसके लिए। लेकिन हैरानी की बात है कि ये जो सरकार है, इसने कोरोना काल में जब सारे लोगों को आदेश दिए गए कि आप लोग घरों में दुबके रहिए, 50 लोग बाहर नहीं निकल सकते, 20 लोग बाहर नहीं निकल सकते, उस समय राजनीतिक पार्टियां इतनी बड़ी बड़ी जो रैलियां हैं, उन रैलियों का आयोजन अपने स्तर पर ये भाजपा सरकार ने, मोदी सरकार ने बिहार के चुनाव कराए। तब कोई कोरोना नहीं था, लेकिन उसी के बीच में इस तरह के अध्यादेश लाकर पारित किए और इन अध्यादेश में कोई भी वकील साहब अभी आपको बताना चाहता हूं कि एक गल मैं तुहानूं दस दियां, मोदी सरकार ने जिन्हें पहला कोरोना दे विच बिल पास कराते, सारा कुछ करा था, हुण उन्होंने जो दिसंबर सेशन होता है, जो समर है, वो उसमें कैंसिल कर दिया। अब कहते हैं कोरोना हो जाएगा इस बार। जो है ये मात्र जो है लोगों को ठगने का प्रोग्राम है, क्योंकि सरकार जो है किसान आंदोलन से पूरी तरह से घबराई हुई है। और अभी पिछले 2-3 दिनों से बहुत से राज्यों के जो भाजपा के जो IT सेल चलाते हैं और जो अन्य जो भाजपा के पदाधिकारी हैं, उनको केंद्र सरकार ने अन्य राज्यों से अपील मांगी है कि आप लोग जो हैं क्या किसानों के खिलाफ जो है स्टेटमेंट क्या जारी करिए। लेकिन सभी लोगों को यह समझना होगा कि किसानों के खिलाफ कोई भी किसान पुत्र, जितने भी धरती पुत्र हैं, किसान पुत्र हैं, वह किसी भी प्रकार की स्टेटमेंट जो है जारी नहीं कर सकते और ना ही उनको करनी चाहिए। और जो लोग इसमें किसानों का साथ ना देकर भाजपा तथा भाजपा के जो अन्य जो इसके पिछलगू जो संगठन है, उनके लिए चमचागिरी का काम कर रहे हैं, उन लोगों को आने वाले दिनों में यह समझना होगा कि आप सभी को आने वाले दिनों में जनता जो है उखाड़ फेंकेगी और आपको आपकी राजनीतिक पार्टियों के जो भी झंडे डंडे बैनर हैं और भी अन्य पार्टियां जो राजनीति कर रही हैं इस मामले में, और राजनीति अपने मेंबर ऑफ पार्लियामेंट और जितने विधायक हैं स्टेटों में, उन सब के हालात जो हैं वो बहुत खराब होने वाले हैं, क्योंकि किसान दिल्ली को कूच कर चुके हैं और पूरे हिंदुस्तान के अन्य राज्यों के किसान भी जो है इस आंदोलन से जुड़ चुके हैं। क्योंकि अन्य राज्य जो हैं वो हजारों किलोमीटर दूर है, तमिलनाडु यहाँ से 3,500 किलोमीटर दूर है, वो दिल्ली में आकर आंदोलन नहीं कर सकता। लेकिन अब जब यहाँ बड़े राज्यों में ने इस आंदोलन को खड़ा किया है और इस आंदोलन की नींव रखी है, क्योंकि पंजाबी लोगों ने हमेशा ही हर आंदोलन की नींव रखी है और लड़ाकू कौम है, तो इसलिए बड़े भाई ने जब ये फैसला लिया है तो छोटे राज्यों के छोटे भाई जो भी हैं वो भी इस आंदोलन में पहुंच रहे हैं। आप देखिए 800 के गाय लेकर जो है कि राजस्थान से 800 गाय जो है यहाँ को ला दी गई। जो किसान जो कर सकता है और कर रहा है वह करिए, सरकार को बेनकाब करिए, उजागर करिए। ये सरकार के ये जो उद्योगपतियों के साथ जो सांठगांठ है, कांग्रेस सरकार रही उसकी रॉबर्ट वाड्रा के साथ सांठगांठ सबको मालूम है, उन्होंने भी जमीनें बेची। भाजपा सरकार जमीनों में जो बड़े बड़े फार्म खुलेंगे, पेट्रोल पंप खुलेंगे, वो रिलायंस, अदानी और अंबानी के होंगे। क्या मौजूदा बिल में जो कॉन्ट्रैक्ट फार्मिंग जो MSP है, क्या वो कॉन्ट्रैक्ट फार्मिंग अंबानी अगर कॉन्ट्रैक्ट फार्मिंग करेगा तो अंबानी किसानों की जमीन फसल का मुआवजा लोगों को देगा? नहीं देगा, कभी भी नहीं देगा। क्या लोग अंबानी को ढूंढने के लिए कहाँ जाएंगे? उसके बिल्डिंग में जाएंगे, वो अंबानी मिलेगा अपने के DAKC में, धीरूभाई अंबानी नॉलेज सिटी में? नहीं मिलेगा। कोर्ट कचहरी भी इसका कोई रास्ता नहीं है। मैं समर्थन करता हूं किसान आंदोलनों का, जो बिल को रिपील करने की मांग कर रहे हैं और तुरंत इसको रद्द करने की मांग कर रहे हैं, क्योंकि रद्द करने के अलावा कोई भी चारा सरकार के पास नहीं है और ना ही होना चाहिए। क्योंकि जब किसान यहाँ से वापस चले जाएंगे तो सरकार फिर से कोई और अमेंडमेंट लाकर एक साल बाद कोई आंदोलन नहीं किया जा सकता। यह आंदोलन अभी ही चल रहा है। इसी आंदोलन के बीच में सरकार को तय करना है कि उसको उद्योगपतियों का साथ देना है या जिस जनता से वोट मांगती है, पैरों में गिरती है, उस जनता का साथ देना है।
किसान आंदोलन बिल्कुल जायज है, किसान आंदोलन की मांगे जायज हैं। इसके साथ ही बिजली कानून में अमेंडमेंट जो आई है, वो बिजली की सारी सरकारी कंपनियां जो मुनाफा कमा रही हैं उनको भी अदानी और अंबानी को देने का प्रोग्राम जो है वो बनाया जा रहा है। 60% बिजली पे अदानी और अंबानी का अधिकार है। आधे से ज्यादा बिजली के प्रोजेक्ट बहुत से बड़े बड़े राज्यों में अदानी और अंबानी के हैं, और यह जो बिजली संशोधन बिल है यह भी उनको लाभ पहुंचाने के लिए बनाया गया है। थैंक यू भाई। ਜਿਹੜੇ ਸਰ ਸੀਗੇ ਹਿਮਾਚਲ ਸੇ ਹਮਾਰੇ ਜੋ ਵਕੀਲ ਭਾਈਚਾਰਾ ਉਹ ਵੀ ਇੱਥੇ ਪਹੁੰਚਿਆ ਹੈ। ਹੁਣ ਲਗਭਗ ਪ੍ਰੈਸ ਕਾਨਫਰੰਸ ਸ਼ੁਰੂ ਹੋ ਗਈ ਹੈ। ਇੱਥੇ ਜਿਹੜੇ ਹੈਗਾ ਹੁਣ ਆਪਾਂ ਅੱਗੇ ਪੱਤਰਕਾਰ ਜਿਹੜੇ ਹੈਗੇ ਆ ਇੱਥੇ ਇੱਥੇ ਪਿਛਲੇ ਤਾਂ ਬਹਿ ਗਏ, ਮੈਂ ਵੀ ਥੱਲੇ ਬਹਿ ਜਾਂ, ਫਿਰ ਜਦੋਂ ਮੈਨੂੰ ਮਾੜਾ ਲੱਗਿਆ ਤੇ ਫਿਰ ਆਪਾਂ ਕੋਲੇ ਹੀ ਬਹਿ ਜਾਾਂਗੇ, ਠੀਕ ਹੈ। ਸੋ ਹੁਣ ਪ੍ਰੈਸ ਕਾਨਫਰੰਸ ਜਿਹੜੀ ਜਿਹੜਾ ਹੈਗਾ ਲਗਭਗ ਸ਼ੁਰੂ ਹੋਣ ਵਾਲੀ ਹੈ। ਅਤੇ ਵੀਰੇ ਇਸ ਤੋਂ ਬਾਅਦ ਬਾਹਲਾ ਬੋਲਿਆ ਨਹੀਂ ਜਾਣਾ ਮੈਥੋਂ, ਅਤੇ ਸੁਣਨੀਆਂ ਗੱਲਾਂ ਤੁਸੀਂ ਉਹਨੇ ਸ਼ੇਅਰ ਕਰ ਲਓ। ਤੁਹਾਨੂੰ ਮੈਂ ਲਾਸਟ ਵਾਰੀ ਮੂੰਹ ਦਿਖਾ ਦੇਣਾ। ਇਹ ਪੇਜ ਨੂੰ ਫੋਲੋ ਕਰ ਲਓ ਅਤੇ ਨਾਲ ਸਾਰੇ ਭਰਾ 10-10, 20-20, 50-50, 100-100 ਸ਼ੇਅਰ ਮਾਰ ਦਿਓ, ਖਿੱਚ ਦਿਓ ਕੰਮ ਬਸ, ਠੀਕ ਹੈ। मैं गुरप्रीत कोटली अभी दे देता हूँ, फेसबुक पे अभी चल रहा है सर। ओके ओके सो लगातार शेयर कर दो सारे भैन भरा, बिल्कुल भाई खिच दो कम। सो इधर जोड़ा हैगा लगातार मीडिया का जमावड़ा बनया हुआ है। सो किसान आगुआं की जी प्रैस कानफ्रेंस है कुछ टाइम के हुण शुरू होने वाली है। सो उदों पहला मैं तुहानूं दिखा दियां कि अज बहुत वड्डी गिनती के बच्चे जिहड़े मीडिया ते आए। एक सब भरा भैन भरा बेनती है गलत भड़काउण वाले कमेंट रिपोर्ट करो, बिल्कुल सही है, बिल्कुल भाई रिपोर्ट करो। जेकर कोई जिहड़ा हैगा कीता वड़ जा विच जट्टां वड़ के कोई चक्कर नहीं, मैं तां नाल दी धक्क पा देनी है। बस बंदे आउण, मैं कहना है तुहानूं उधरों आ गए इधरों आ गए, फिर तो मैं बहना तो खिच्ची तुरिओ शेयर शूर वाला काम, ठीक है। हुण सोडे ते छड्डिया ये ते मैं जाना विच, मैनूं लगदा आउंदे आ बंदे अपने, खिच दो काम जिहड़ा हैगा। चलो मैं तुहानूं पिछों दिखा देना। वाहवा जनता आई आउंदा अज हो जा अगे भाई, आप अगे ही हैं, टेंशन ना लो। अपने तो अगे नहीं कोई, आप जोड़ा है मूहरे बह जाना जाके तुहानूं आवाज़ भी सुनानी है। पर उन्हें मैं कहा चलो फिर तुसीं कुर्सियां कहीं झाकी जाओगे, उन्हें मैं रौनक मेला दिखा दिया तुहानूं। थोड़ा फिर जोड़ा है ख्याल भी रखना पैंदा है, ठीक है। तो शेयर शूर मारी जाओ, दब के खिच्ची तुरिओ काम नूं ते नाल वड़ के रख काम नूं जेटा बिल्कुल। हाँ मैं उधर आऊँगा क्योंकि ना सो ਜਿਹੜਾ ਹੈਗਾ इधरले पासे आउणगे, आउने तुसीं देखो करो दर्शन। किहड़ा चैनल देखदे हो घरे? बटुआ ना ले जे कोई अज नहीं लैके जाता, सही हो सच। बटुआ मैं पालिया अगली जेब च अज नहीं जाता, सानूं लोड़ नहीं रिचार्ज वाले मीटरां दी, सही है। सो उधरों मैं तुहानूं लम्मी तस्वीर दिखाउण दी कोशिश कर, मैं उत्थों खड़े हो गया सारे दे सारे यार। देखिया जाए हत्थ शीशा भी दी मैं दी ना तुहानूं सारिਆਂ ਨੂੰ, खड़े तो हो गए आ किसान आगू, तो बस किसी टाइम आ जाना अगे हो जा भाई, जमा अगे रवांगे। गुरमन मान टेंशन ना ले, तुसीं ऐ करो 1000 किते पहुँचाओ यार, बेइज्जती होंदी है। अगला TV चैनल वाले कहणगे ठीक है भी एवें भज्जा फिरदा, इहनूं किहड़ा कोई देखदा है ना, बेइज्जती खराब हो सकती है अपनी। फिर दब के खिच के कामों खिच के जट्टो खिच के लंघ जा तूं, वो लै आपा तो हो ही जाना है। हजे किहड़ा कोई आया अज तो तुहानूं वैसे इत्थे वो दिखाउणा भी इन्ना कुछ चाहिए होंदा लाइव लूव होने वास्ते, ये तो अपना धन जेरा ही है। मैं कहना मीटिंग हो कित्थे रही है, मीटिंग निबड़ भी गई हुण पतंदरा हुण, ठीक है। 700 हो गए, 300 औरतें लैके जाओ वीर बने, औखे सौखे के वड़ जा पिछे खड़ा रहेगा। और नहीं मैं अगे बह जाना जाके, आपां कोई चक्कर नहीं गा, ये तो मेरा काम मैं कर देना। तुसीं जिहड़ा हैगा काम शेयरां वाला खिच्चो वीर बन के, मारो ग्रुपां 'च शेयर यार, फेसबुक के ग्रुपां 'च, व्हाट्सअप ग्रुपां दे विच, ठीक है। खिच दो काम, 700 ही होया हजे। पता नहीं यार की मैनूं लगदा कि फेर ना किते इन्हां ने 2-3 दिन वास्ते मैनूं फेर किते लाइव हटाउणा पवे। मैनूं लगदा 2 दिन ही चलाउंदे आ मेरा स्मारक है ना। कल लगभग 4-5 ਲੱਖ ਬੰਦੇ ने देख लिया सीगा,
ਤੇ ਮੈਨੂੰ ਲੱਗਦਾ ਫਿਰ ਉਹੀ ਕੰਮ ਕਰਨਗੇ ਇਹ। ਠੀਕ ਹੈ, ਕੋਈ ਗੱਲ ਨਹੀਂ ਬ్రో। ਮੈਂ ਤੁਹਾਨੂੰ ਕਹਿਣਾ ਵੀ ਕਿਤੇ ਮੈਨੂੰ ਲੱਗਦਾ ਨਾ ਜੇ ਆਪਣਾ ਪਤਾ ਲੱਗ ਜਾਣਾ ਰੇਂਜ ਕਿੰਨੀ ਕਾ ਵੀ ਖਿੱਚੋ ਕੰਮ ਦੱਬ ਕੇ ਯਾਰ, ਕਿਤੇ 2 ਦਿਨ ਵਾਸਤੇ ਫਿਰ ਨਾ ਲਾਈਵ ਗੈਪ ਕਰਨਾ ਪੈ ਜੇ। ਸੋ ਆਪਣੇ ਉਹ ਆ ਗਏ ਆ ਮੈਨੂੰ ਲੱਗਦਾ ਕਿਸਾਨ ਆਗੂ, ਖਿੱਚੋ ਵੀਰ ਬਣ ਕੇ ਯਾਰ, ਖਿੱਚੋ 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 ਆ ਜਾਓ ਯਾਰ। ਅੱਖੀਆਂ ਉਡੀਕਦੀਆਂ, ਦਿਲਵਾਜਾ ਮਾਰਦਾ। ਜੇ ਕੋਈ ਗਲਤ ਨਾ ਹੋਇਆ ਤਾਂ ਆਪਾਂ ਜਿੱਤਾਂਗੇ, ਜਿੱਤਾਂਗੇ ਬਿਲਕੁਲ। ਉਹ ਗਲਤ ਤਾਂ ਸਰਕਾਰ ਕਰਾਉਂਦੀ ਹੁੰਦੀ, ਆਪ ਦਾ ਕਿਹਦਾ ਜੀ ਕਰਦਾ ਹੁੰਦਾ ਯਾਰ। ਉਹੀ ਗਲਤ ਤੇ ਤਾਂ ਨਿਗਾਹ ਰੱਖਣ ਵਾਸਤੇ ਇੱਥੇ ਤੁਰੇ ਫਿਰਦੇ ਆ ਵੀ ਮੇਰਿਆ, ਹੈ ਨਾ। ਮੈਨੂੰ ਵੀ ਜਿਹੜਾ ਹੈਗਾ ਫਿਕਰ ਹੈ, ਦੱਬ ਕੇ ਰੱਖਾ ਕੰਮ ਨੂੰ। ਮੈਂ ਤੁਹਾਨੂੰ ਦੱਸਾਂ ਵੀ ਮੈਂ ਬੜਾ ਤੰਗ ਹੈ ਮੁਕਤਸਰ ਤੋਂ। ਸੋ 800 ਹੋ ਗਏ ਆ, 800 ਤੇ ਮਾਰੋ 200 ਹੋਰ। ਸ਼ੇਅਰ ਕਰੋ ਯਾਰ, ਕੇ ਤੇ ਜ਼ਰੂਰ ਪਹੁੰਚਾਓ ਵੀਰ ਬਣ ਕੇ, ਔਖੇ ਸੌਖੇ ਕਰੋ ਜੋ ਕਰਨਾ, ਠੀਕ ਹੈ। ਨਹੀਂ ਤਾਂ ਫਿਰ ਆਪਣਾ ਜਮਾਂ ਮੀਡੀਆ ਵਾਲੇ ਆਪਾਂ ਨੂੰ ਝੇਡਾਂ ਕਰਨਗੇ। ਇਹਨਾਂ ਨੂੰ ਆਪਾਂ ਠੱਠ ਬਹੁਤ ਕਰਨਾ, ਲੱਖਾਂ ਲੱਖਾਂ ਦੇ ਕੈਮਰੇ ਕੁਮਰੇ ਵਾਲੇ ਚੱਬ ਦੇਣੇ ਆਪਾਂ। ਜੱਟੋ ਖਿੱਚੋ ਕੰਮ। ਇੱਧਰੋਂ ਜਸਵੀਰ ਸਿੰਘ ਵੀ ਸਾਡੇ ਜਿਹੜੇ ਹੈਗਾ ਮੂੰਹ ਤੇ ਮਾਸਕ ਚੜਾਈ ਫਿਰਦੇ ਆ ਤੇ ਪਤੰਦਰ ਪਛਾਣ 'ਚ ਹੀ ਨਹੀਂ ਆਉਂਦਾ ਇਹ। ਗੰਦ ਮੇਰਾ ਤਾਂ ਨੱਕ ਬੰਦ ਹੋਇਆ ਪਿਆ ਭਰਾਵਾ, ਮੈਂ ਤਾਂ ਵਿੱਚ ਵੜ ਕੇ ਮੇਰਾ ਤਾਂ ਨੱਕ ਬੰਦ ਹੋਇਆ ਪਿਆ। ਸੋ ਇਹ ਸਾਡਾ ਭਰਾ ਜਸਵੀਰ ਵਿਚਾਰਾ KTV ਤੋਂ, ਉਹ ਤੋਂ ਬਿਨਾਂ ਆਪਦਾ ਪੇਜ ਵੀ ਚਲਾਉਂਦਾ, ਚੰਗਾ ਬੰਦਾ ਵਿਚਾਰਾ ਸਾਡਾ, ਬੜਾ ਨੇ ਸਾਥ ਦਿੱਤਾ ਨਸ਼ਾ ਵਿਰੋਧੀ ਕਮੇਟੀ ਵੇਲੇ, ਬਹੁਤ ਕਵਰੇਜ ਕੀਤੀ। ਸੋ ਓਏ ਆ ਜਾਓ ਭਰਾਵੋ। ਇਹ ਵੀ ਮੈਨੂੰ ਲੱਗਦਾ ਸ਼ਾਇਦ ਸਾਰੇ ਬੰਦੇ ਜਿੱਦ ਕਰ ਗਏ ਆ ਵੀ ਉਹ ਕਹਿੰਦੇ ਵੀ ਜਿੰਨਾ ਚਿਰ ਗੁਰਪ੍ਰੀਤ ਨੂੰ 1000 ਬੰਦਾ ਨਹੀਂ ਦੇਖਣ ਲੱਗਦਾ ਉਹਨਾਂ 'ਚ ਅਸੀਂ ਵੀ ਨਹੀਂ ਆਉਂਦੇ। ਹੁਣ ਤੁਸੀਂ ਦੇਖੋ ਕੀ ਕਰਨਾ, ਵਧਾਓ ਗਿਣਤੀ, ਉਦੋਂ ਹੀ ਆ ਜਾਣਗੇ ਮੇਰੇ ਹਿਸਾਬ ਨਾਲ। ਇੱਧਰੋਂ ਕੀ ਚੱਕੀ ਜਾਂਦੇ ਆ, ਕੋਈ ਬੰਦਾ ਤਾਂ ਨਹੀਂ ਕਿਤੇ। ਆ ਜਾਓ। ਮੈਂ ਮੂਹਰੇ ਬਹਿ ਜਾਣਾ, ਕੋਈ ਚੱਕਰ ਨਹੀਂ, ਵੜ ਜਾਂਦਾ, ਰੇਂਜ ਠੀਕ ਹੈ ਬਿਲਕੁਲ, ਸਾਰਾ ਕੁਝ ਓਕੇ ਹੈ। ਬਸ ਤੁਹਾਡੀ ਹੀ ਘਾਟ ਹੈ। ਮੈਂ 20 ਗਰੁੱਪਾਂ 'ਚ ਸ਼ੇਅਰ ਕਰਤਾ। ਰਣਵੀਰ ਕੌਰ ਦਿਓਲ ਢੇਸੀ ਸਾਹਿਬ, ਧੰਨਵਾਦ ਤੁਹਾਡਾ ਜੀ। ਬਾਕੀ ਜਿਨ੍ਹਾਂ ਨੇ ਮਾਰਾ ਜਿੱਤ ਦੇ ਨਿਸ਼ਾਨ ਨੇੜੇ ਪਹੁੰਚ ਗਏ ਬਿਲਕੁਲ। ਉਧਰੋਂ ਆ ਗਏ ਆ ਮੈਨੂੰ ਲੱਗਦਾ ਕਿਸਾਨ ਆਗੂ। ਜੇ ਕਿਸਾਨ ਆਗੂ ਆ ਗਏ ਵੀਰ ਮਾਰੋ ਯਾਰ ਸ਼ੇਅਰ, ਐਂ ਨਾ ਕਰੋ। ਲੰਡਨ ਤੋਂ ਜੀ ਧੰਨਵਾਦ ਤੁਹਾਡਾ ਵੀਰ ਜੀ, ਕਰਤਾ ਸ਼ੇਅਰ। ਐਂ ਕਰੋ ਵੀਰ ਗਰੁੱਪਾਂ 'ਚ ਕਰੋ ਯਾਰ, ਜਿਹੜਾ ਹੈਗਾ ਨਾ ਫੇਸਬੁੱਕ ਦੇ ਗਰੁੱਪ 'ਚ ਹੁੰਦੇ ਆ। ਹੁਣ ਚੱਲ ਪਈਆਂ ਲਾਈਟਾਂ ਮੈਨੂੰ ਲੱਗਦਾ। ਸੋ ਮੈਂ ਖਿੱਚਦਾ ਕੰਮ ਵੀਰ ਬਣ ਕੇ ਯਾਰ। 200 ਰਹਿ ਗਿਆ, 150 ਰਹਿ ਗਿਆ, ਖਿੱਚ ਦੇਣਾ ਕੰਮ ਯਾਰ ਸਾਰਿਆਂ ਨੇ। ਆਏ ਨਾ ਧੱਕਾ ਕਰੋ, ਠੀਕ ਹੈ। ਸੋ ਫਿਰ ਮੂਹਰੇ ਲੱਗ ਜਾ, ਅੱਗੇ ਜਾਨਾ, ਅੱਗੇ ਮੈਂ ਖਿੱਚ ਦੇਣਾ ਕੰਮ। 900 ਹੋ ਗਿਆ, ਮੈਂ ਉਹਦੇ ਅੱਗੇ ਬਹਿ ਜਾਣਾ ਜਾ ਕੇ। ਉਹ ਪਤਾ ਕੀ, ਅੱਗੇ ਬਹਿ ਕੇ ਮੈਂ ਉੱਥੇ ਗੱਲਾਂ ਨਹੀਂ ਮਾਰ ਸਕਦਾ ਤੁਹਾਡੇ ਨਾਲ, ਤੁਹਾਨੂੰ ਸਹੀ ਦੱਸਾਂ, ਠੀਕ ਹੈ। ਪਤਾ ਕੀ, ਅੱਗੇ ਬਹਿ ਜਾਊਂਗਾ ਤਾਂ ਤੁਸੀਂ ਬੋਰ ਹੋਈ ਜਾਣਾ, ਕੁਰਸੀਆਂ ਦੇਖੀ ਜਾਓਗੇ। ਆਹ ਬੰਦੇ ਖੜੇ ਅੱਗੇ, ਕੁਰਸੀਆਂ ਲੱਗੀਆਂ ਲੈ, ਇੱਥੇ ਅੱਗੇ ਦਿਖਾ ਦੇਣਾ ਤੁਹਾਨੂੰ, ਠੀਕ ਹੈ। ਆਪਾਂ ਕਿੱਥੇ ਬਹਿ ਜਾਣਾ, ਆਪਾਂ ਇੱਥੋਂ ਬਹਿ ਕੇ ਮੈਂ ਥੱਲੇ ਜੇ ਬਹਿ ਜਾਣਾ ਜਾ ਕੇ। ਟੈਨਸ਼ਨ ਹੀ ਕੋਈ ਨਹੀਂ, ਤੁਸੀਂ ਇਹ ਮੇਰੀ ਟੈਨਸ਼ਨ ਛੱਡੋ, ਹੈ ਨਾ। ਤੁਸੀਂ ਸ਼ੇਰਾਂ ਵਾਲੀ ਵੱਟ ਕੱਢੋ। ਕੀ ਹਾਲ ਆ ਬਈ, ਠੀਕ ਹੋ? ਸੋ ਆਪਣੇ ਯਾਰ ਵੇਲੀ ਬਥੇਰੇ ਹੈ। ਸੋ ਇੱਧਰੋਂ ਭਰਾ ਦੇਖਦੇ ਦੁਖਦੇ ਰਹਿੰਦੇ ਆ। ਇਹ ਕੋਈ ਚੱਕਰ ਨਹੀਂ, ਆ ਦਿਆਂਗੇ ਵਕਤ ਲੈ ਕੇ ਬਈ। ਤੁਸੀਂ ਤਾਂ 50 ਗਰੁੱਪ ਕਰਤੇ, 130 ਗਰੁੱਪਾਂ ਸ਼ੇਅਰ, ਖਿੱਚੋ ਕੰਮ ਯਾਰ। ਬੇਇੱਜ਼ਤੀ ਖਰਾਬ ਹੋ ਜਾਣੀ ਆਪਣੀ ਅੱਜ ਯਾਰ। ਇਹ ਕੀ ਹਿਸਾਬ ਹੋ ਗਿਆ? ਕੱਲ 3500 ਬੰਦਾ ਦੇਖਦਾ ਸੀ, ਅੱਜ 800 ਕਿਹੜੇ ਹਿਸਾਬ ਨਾਲ ਰਹਿ ਗਿਆ ਯਾਰ, ਠੀਕ ਹੈ। ਮੈਨੂੰ ਲੱਗਦਾ ਕੁਛ ਗੜਬੜ ਫੇਰ ਹੋ ਗਈ ਹੈ, ਹੈ ਨਾ। ਸੋ ਆ ਗਏ ਵੀਰੇ, ਆ ਜਾਓ ਯਾਰ, ਆ ਜਾਓ। ਆ ਗਏ। ਜਦੋਂ ਆ ਗਏ ਮੈਂ ਵੜਦਾ ਵਿੱਚ, ਚੰਗਾ। ਲੈ ਫਿਰ ਹੁਣ ਤੁਹਾਡੇ ਤੇ ਆ ਕੰਮ, ਮੈਂ ਵੜ ਗਿਆ ਵਿੱਚ ਭਾਈ। ਮਾੜਾ ਸਾਈਡ ਦੇ ਇੱਕ ਮਿੰਟ, ਆ ਜਾਓ ਸਰ ਬਈ। ਇੱਥੇ ਬਹਿਣਾ ਹੀ ਹੈ। युद्धवीर जी कहाँ पे हैं? युद्धवीर जी ਹੈਗਾ ਹੋਰ ਕਿਹੜਾ ਬੰਦਾ ਬਿਠਾ ਲਓਗੇ? ਜਰਨੈਲ ਸਿੰਘ ਹਰਿਆਣੇ ਚੋਂ ਕੋਈ ਬੰਦਾ ਹੋਦਾ ਹੀ ਹੁੰਦਾ। ਇੱਥੇ ਜਗ੍ਹਾ ਹੈਗੀ ਹੈ ਹਰਿਆਣੇ ਵਿੱਚ। ਆ ਜਾਓ ਆਪ, ਹਰਿਆਣਾ महाराष्ट्र का है यहाँ पे कोई एक साथी महाराष्ट्र का? महाराष्ट्र आइए, महाराष्ट्र से एक साथी आइए।
महाराष्ट्र का कोई किसान नेता महाराष्ट्र का किसान नेता है तो कोई इधर आ जाइए। महाराष्ट्र वाले शेयर कर लो, शेयर अड़ी दब के बंदे पिछे बैठे मैंने सारे देखते हैं अपना आए ना करो, आए ना करो, इन्ने बंदे देखते हैं, बेइज्जती हो जानी है। 1000 का बंदा करो यार, खिच के कम कौन है इधर आइए लै रख देना। लो जी जिथे रखना दसो, इथे रख दे। लो जी अच्छा अगली बारी सही, पता नहीं सी। आ गए महाराष्ट्र वाले, अखियां उड़ीकदियां, दिल गाजा मारदा, इधर चक लिया। आ गए भाई खिच दो। चलो ਆਪਾਂ ਨੂੰ ਤਾਂ ਮੈਂ ਕਹਣਾ ਕੋਈ ਬੜਾ ਫਰਕ ਨਹੀਂ ਪੈਣਾ, ਆਪਾਂ ਨਾਲ ਹੀ ਬੈਠੇ। ਕੀ ਹੋ ਗਿਆ? रख दे, लो वीरे लो, इत्थे रख दे। चलो काम कार्योग सभी पत्रकार मित्रों, आप सभी का यहाँ पहुँचने पे हम आप हमारे इस पूरे किसान आंदोलन को पूरे जोर शोर से चली जाता देशों विदेशों में ले जा रहे हैं। मैं सबसे पहले आपसे परिचय करवाना चाहूँगा कि हमारे यूपी से ऋषिपाल अमावता जी, महाराष्ट्र से संदीप गिड्डे जी, पंजाब आ गया माइक ते रिपीट कर दियो ना सारे। आ गया हुण पऊगा धन्यवाद सर, माइक ते रिपीट कर दियो ना। कोटली साहब रखियो के चल पे चल बोल दिया मैंने लगता है। चली रहा नहीं फूकता छोड़ दे, बोल के देख लो। वैसे बोल के देख लो, चलता चल चली जाना ही ਆਪਾਂ ਨੂੰ ਔਖਾ। सत्कारयोग पत्रकार मित्रों, आप सबका आज की इस पीसी में पहुंचने पर धन्यवाद करते हैं हम सभी संगठनों की ओर से, संयुक्त किसान मोर्चा की ओर से। आज की प्रेस कॉन्फ्रेंस में मेरे बारे में मेरा ख्याल है बहुत सारे साथी जानते होंगे, जगजीत सिंह डल्लेवाला, स्टेट प्रेसिडेंट भारतीय किसान यूनियन एकता सिद्धूपुर, और मेरे साथ बैठे हैं ऋषिपाल अमावता जी, उनके आगे संदीप गिड्डे जी महाराष्ट्र से हैं, कारण बराड़ जी हमारे पंजाब से हैं, इधर इंद्रजीत सिंह जी हरियाणा से, और युद्धवीर जी को मेरा ख्याल है दिल्ली सारी जानती होगी। तो आज की जो हमारी पीसी है, आज की जो बैठक हुई है, 2 बैठकें हुई हैं, पहले पंजाब की हुई है, उसके बाद ये पूरे देश लेवल की बैठक हुई है। बड़े दुख से हमें ये बात बतानी पड़ रही है आपको कि आज तक जितना हम दिल्ली आकर आंदोलन लड़ना शुरू किया है, पीछे से बहुत कुछ हुआ, यहाँ तक आते आते आज की इस डेट में पहुँचते पहुँचते हमारे लगभग 13-14 किसान, रोज एक किसान की और एवरेज आ रही है, शहीद हो रहा है। सबसे पहली बैठक में हमने उन्हें श्रद्धांजलि अर्पित की है आज की बैठक में पंजाब में, और उसके बाद
जो देश लेवल की ये बैठक हुई है, इस बैठक में उन सभी को श्रद्धांजलि भेंट करने का, श्रद्धांजलि अर्पित करने का जो कार्यक्रम दिया है, वो पूरे देश में गांव-गांव में हम 20 तारीख को हमारे सभी जो आज तक के किसान आंदोलन के शहीद हैं, सभी को श्रद्धांजलि अर्पित की जाएगी। पीछे का जो कार्यक्रम है आपने सभी देखा है, वो हमने दिया था कि वो जयपुर का जो रोड आ रहा है हाईवे, वो ब्लॉक करने का जो कार्यक्रम था हमारा प्रोग्राम, वो आप सभी ने देख लिया, वो हो चुका है। और दूसरी बड़ी बात, पूरे देश के लगभग 350 जिलों में ये जो हमारा धरना प्रदर्शन करने का, डिस्ट्रिक्ट लेवल पे करने का जो प्रयास था, हमारा जो कार्यक्रम प्रोग्राम दिया था, वो सफल हुआ है, अच्छी तरह बहुत बढ़िया हुआ है। तो हमारी ओर से इतनी सी बात ही है। अब हमारी आगे की बात हमारे भाई ऋषिपाल अमावता जी, आप प्रेस को संबोधन करेंगे। सभी साथियों को, प्रेस वाले भाइयों को मैं धन्यवाद करता हूं। आज ये आंदोलन जो हमारा चल रहा है, पूरा देश के किसान, आप देख ही रहे हैं, अकेक इस देश में ऐसी सरकार चल रही है जो किसान विरोधी सरकार है, तानाशाही के दम पर इस आंदोलन को बदनाम करना चाहती है। लेकिन मैं एक बात कहना चाहता हूं कि इस देश का किसान जाग चुका है। आज ये पंजाब हरियाणा का नहीं, पूरे देश का आंदोलन हो चुका है और लोग अब सड़कों पर आ गए हैं। और हमारी एक ही बात है, मैं बार बार, अभी सरकार जो कहती है कि भाई इसको वापस नहीं लेंगे, मैं ये कहता हूं कि सबसे पहले ये तीनों कानूनों को वापस ले, जब किसान बात करने के लिए तैयार होगा। इसकी बात घोषणा सरकार करे कि ये अध्यादेश वापस ले। ये अध्यादेश जो लिए गए, इन्होंने जो बिल्कुल अध्यादेश जो आए बगैर पूछे किसान के इनको लाए थे, जैसे लाए हैं ऐसे ही इनको वापस लेना चाहिए। मेरा बस इतना अपील है। और मेरी एक ही चीज है, किसान भाइयों जो हमारे बीच में शहीद हुए हैं, उनके लिए 20 तारीख का जो हमने मौन उसका रखा है, पूरा देश का किसान उनको सम्मान करता है और देश में हकीकत में अग्रणी रहेंगे। जब भी कभी किसान के आंदोलन की बात होगी, उन लोगों ने आंदोलन के लिए अपने सही में शहीद हुए हैं। और मैं अब ये कहूंगा कि हमारे बीच में भाई उद्वीर जी हैं और हमारे बीच में महाराष्ट्र से भाई संदीप जी हैं, वो अपने विचार रखेंगे। बहुत बहुत धन्यवाद। एक तो ये बताते हुए हमें बहुत दुख हो रहा है कि आज तक हमारे जो साथी है, लगभग आज की 4 और साथी शहीद हो गए, लगभग 20 का नंबर टोटल आज तक आया है। और ये सरकार जो है, ये कानून हम पहले से बता रहे थे कि दिस इज एन डेथ वारंट है, किसने और किसानों के मौत का सौदा अदानी और अंबानी से किया है। जे जितने भी साथी हमारे आज तक शहीद हुए हैं, इसके लिए केवल और है। और बहुत दुख के साथ हम कहते हैं कि अभी ये जो जंग है, ये इस कगार कर पहुंची है कि चाहे जो भी हो जाए, ये हम जंग जीत कर ही जाएंगे। पूरे देशवासियों को हम अनुरोध करते हैं कि जितने साथी अपने शहीद हुए हैं, आने वाले रविवार को, संडे को सुबह 11 से 1 बजे के बीच में सभी गांव में, देश का हर एक गांव में उनका सम्मान किया जाएगा, श्रद्धांजलि अर्पित की जाएगी। और लगता है ये जो ये है बिल जो है, ये जल्द से जल्द सरकार को वापस लेना चाहिए। आज कुछ उन्होंने बात कही है, बेसिकली ये खुद भ्रमित हुए प्रधानमंत्री है। इनको पता होना चाहिए था कि ये जो जंग छिड़ी है, पूरे देश के किसानों ने छेड़ी है। ये अब तक इसको हमें ही मिसअंडरस्टैंडिंग बता रहे हैं। लेकिन जैसा कि कल पूरे देश में सक्सेस हुआ,
धरना आंदोलन हुआ, भारत बंद में पूरा देश ये हुआ, अब तक तो इनकी आंखें खुल जानी चाहिए थी। लेकिन चाहे नियति को पता होगा और कितने किसानों की शहादत का इन्होंने अदानी अंबानी के साथ सौदा किया हमें नहीं पता, लेकिन हर एक शहादत का उनको जवाब देना पड़ेगा। धन्यवाद। मैं इंद्रजीत सिंह, ऑल इंडिया किसान सभा। साथियों, जो श्रद्धांजलि समागम के बारे में जो घोषणा की गई है 20 तारीख के वास्ते, वो गांव-गांव में और ब्लॉक और तहसील हर स्तर के ऊपर श्रद्धांजलि देते हुए ये संकल्प लिया जाएगा कि इस जन आंदोलन को और ज्यादा मजबूत हम करेंगे। और जिस तरीके से इनकी पोल खुलती जा रही है, 341 जिलों में जिस तरीके से लाखों लोगों ने शिरकत की है कल जिला हेडक्वार्टर्स के ऊपर, और 150 टोल प्लाजा फ्री किए गए, भारी संख्या में लोग उनके ऊपर मौजूद थे। ये सफल एक्शन हुए हैं जिससे अब ये बौखला गए। जो कल तक ये कह रहे थे कि ये केवल पंजाब का आंदोलन है, इसके अंदर कोई भी शामिल नहीं था, अब वो कह रहे हैं कि 10 सूत्री कार्यक्रम तैयार किया गया, जन जागरण करेगी बीजेपी। तो जब है ही नहीं कहीं, अगर जो कह रहे हैं तो ये 10 सूत्री का जन जागरण कहाँ करेंगे? पहले भी जागरण कर रहे थे ये, और जहाँ जहाँ भी वो गए काले झंडों से उनका स्वागत हुआ, ये सबको पता है। अब इस बौखलाहट में हमारे हरियाणा के अंदर भी वो एक नया स्टंट अब छेड़ दिया SYL का। अब वो 21 दिन में ही पानी मांगने लगे। अब तक उनको ध्यान नहीं था, क्योंकि हरियाणा पंजाब की एकता के जब नारे लगते हैं तो उससे सबसे बड़ी तकलीफ इनको ये है, क्योंकि इनकी फूट परस्ती की राजनीति है, वो कामयाब नहीं हो रही। और अगली बात मैं ये कहना चाहता हूँ, ये जो कह रहे हैं ना कि हमने तो अमेंडमेंट करना, संशोधन करना स्वीकार कर लिया, ये नहीं मांग रहे। सिंपल सी बात है, हम तो किसान एक बात जानते हैं भाई, 10-10 ग्राम की 3 जहर की गोली है, वो कह रहे हैं 2-2 ग्राम जहर घटा देते हैं, 8-8 ग्राम की खा लो 3 गोली जहर की। तो मतलब शुगर कोटेड टेबलेट्स आर इक्वली लीथल, उससे कोई ऐसा नहीं है कि वो प्रभाव नहीं छोड़ेंगी अपना। तो इस किस्म की फालतू की बातें करना, उसका कोई अर्थ नहीं बनता। यूनिफाइड है लीडरशिप, मुकम्मल तौर पर यूनानिमस डिसीजन हो रहे, अभूतपूर्व है ये हमारे हिंदुस्तान के ऐतिहासिक आंदोलन है, इतना बड़ा जन समर्थन मिल रहा है, उसकी एकता तोड़ने में ये कामयाब नहीं हुए। तो इस किस्म की ओछी और गिरी हुई बातें करना, किसी किसानों के आंदोलन के ऊपर वाहियात आरोप लगा देना, ये बिल्कुल भी कामयाब नहीं होने वाला। और अब सब समझ रहे हैं कि कारपोरेट सेक्टर में और इस मोदी सरकार के बीच में किस प्रकार का कनेक्शन है। जो हरियाणा के अंदर नौलथा में जो 100 एकड़ जमीन जो खरीदी गई, उसका CLU तो पहले ही पारित हो गया हरियाणा सरकार से मई महीने में, और ये जो एक्ट से ये पारित किए गए हैं 9वें महीने में, सितंबर में, तो पहले ही CLU हो गया। इसका मतलब बहुत बड़े बड़े जो गोडाउन और वेयर हाउस और साइलोज जो है, उनकी योजना बन चुकी थी, और उसको एक्सपोज करने वाले पत्रकार के ऊपर मर्डरस अटैक हुआ, जो दाखिल है आज भी करनाल के अंदर। इस किस्म की हरकतें हैं जिनसे सरकार बाज आए, और सबसे बेहतर तरीका ये है कि डेमोक्रेसी के अंदर जन आंदोलन के साथ नेगोशिएट करके, और जो भी उन्होंने गलत काम किया, जिसको वो भी मानते हैं, जब अमेंडमेंट के लिए मान गए, तो उनको वापस ले। और इसी के साथ मैं युद्धवीर जी से अनुरोध करूंगा वो कुछ शब्द कहें। सबसे पहले मैं हमारे उन शहीद किसानों को सलाम करता हूं, जिन्होंने इस किसान कौम के लिए अपनी शहादत दी। पास कर लो जी, पास। ये किसान, देश का किसान उनके शहादत को बेकार नहीं जाने देगा, उनके उस आदर्श और उनके उद्देश्य को पूरा करा के ही दम लेगा। आज सरकार ने जिस प्रकार का रवैया अख्तियार किया, 20 दिन से किसान यहाँ दिल्ली में बैठे हुए इस कड़कती ठंड में, प्रधानमंत्री परसों एक तरफ तो किसानों को कह रहे हैं कि हमारी सिंपैथी है, ये कानून जो है किसान के हित में है, और दूसरी तरफ
फिक्की की मीटिंग में उन्होंने संबोधन किया और आह्वान किया उन्होंने व्यापारियों को कि कृषि क्षेत्र के दरवाजे मैंने आपके लिए खोल दिए, जाइए निवेश करिए, लूटिए और खाइए, मौज करिए। मतलब उसका समझ में नहीं आता, उसका आशय उस भाषण का यही था। वो उनको आह्वान कर रहे हैं, एक तरफ तो वो उनको हमारे हित में बता रहे हैं, दूसरे तरफ वो फिक्की की सभा को संबोधित करते हुए उनको आह्वान कर रहे हैं कि कृषि क्षेत्र खुल गया है और जाके जो करना हो वो कर लीजिए। ये नीति है सरकार की, एक लूटा पोती कर रहे हैं। आज जिस तरह का विद्वेष फैला रहे हैं, हमने कहा पिछले 6 साल के शासन में आप स्टेट के देख लें हिसाब किताब, इन्होंने जातियों को आमने सामने करके जातियों में जो है आपस में दरार डाली है। आज ये वही दरार इस किसान में भी डालना चाहते हैं। हमारे इनके विधायक और इनके एमपी कुछ लोगों को वैसे ही पकड़ के लाते हैं जिनको एजेंडा नहीं होता, जो ना मूवमेंट के लोग हैं ना जो किसान है सही मायने, अधिकांश तो किसान नहीं है उनमें से, उनको लाके और देश में एक ऐसा वातावरण बनाना चाह रहे हैं कि देश का तमाम किसान खुश है। ये कुछ किसान बैठे हैं, हम भी किसान की जिद को ये जानते नहीं है, उनकी राजहट होगी, लेकिन हमारी भी किसान हट है। और किसान हट के सामने धन्ना भगत ने भगवान को प्रकट करा दिया था। ये मोदी जी तो है क्या चीज? किसान जो है वो अब अपनी जिद पे है और ये गलतफहमी सरकार निकाल दे कि कुछ दिन के बाद ये घटेंगे। ये जितने दिन रहेंगे उतने दिन बढ़ेंगे। देश का तमाम देश का किसान आज ये मन बना चुका है कि दिल्ली में जो यज्ञ चल रहा है किसानों का, उस यज्ञ में अपनी आहुति देनी है। पूरे देश में योजनाएं बन रही हैं और आने वाले समय में इस दिल्ली को चारों तरफ से किसान घेर लेगा और सरकार की जो मंशा हो, लेकिन किसान लौटेगा नहीं। इन कानूनों को वापस किए बिगड़ जब तक ये वापस नहीं हो जाते। ये निर्णय है, जीवन मरण का पर्सन है और बलिदान देने के लिए हम तैयार होकर यहाँ इकट्ठा हुए हैं। ਡੱਲੇਵਾਲ ਜੀ ਇੱਕ ਸਵਾਲ ਹੈ, ਜਿਸ ਤਰ੍ਹਾਂ ਕੇਂਦਰ ਸਰਕਾਰ ਔਰ ਜਥੇਬੰਦੀਆਂ ਵਿਚਕਾਰ ਹੁਣ ਸਿਲਸਿਲਾ ਗੱਲਬਾਤ ਦਾ ਬਿਲਕੁਲ ਬੰਦ ਹੈ, ਤਾਂ ਚਿੰਤਾ ਦਾ ਵਿਸ਼ਾ ਨਹੀਂ ਹੈ ਕਿਤੇ ਨਾ किसी? देखिए बातें जब होती हैं, जब बातों का किसी का मन हो बात करने का। आज तक प्रधानमंत्री ने 20 दिन में एक शब्द नहीं कहा है कि अन्नदाता कहते हैं हम। उसको नहीं पता कि किन हालात में अन्नदाता या सड़क पे बैठा। प्रधानमंत्री कोई इतना बड़ा व्यक्ति नहीं है, वो हमारे बीच में से गया, हमारी वोट से बना, उसका चुनाव हमने किया। वो जिस ताकत पे बोल रहा है वो ताकत हमने उनको दी है और उनको इतनी उनको लाज नहीं है कि किसान के लिए वो 2 शब्द कहे कि वो लोग आए। आज से पहले भी जत्थेबंदियां किसानों की यहाँ आई है और जो भी प्रधानमंत्री से मिलना चाहा, राष्ट्रपति से मिलना चाहा, किसान ने अपनी बात रखनी चाहिए, तो कभी किसी ने इनकार नहीं किया। ऐसे भी मौके आए हैं कि जत्थेबंदी घर से चली नहीं और प्रधानमंत्री ने कह दिया कि क्यों किसान को परेशान करते हो, दिल्ली आने में टाइम और समय लगेगा, किसान को बहुत काम होता, आप पहले ही आ जाओ और हम आपकी बात पहले ही सुन लेंगे। ऐसे प्रधानमंत्री इस देश में हुए और ये प्रधानमंत्री है 6 साल में। 6 साल में आज तक ये किसी किसान प्रतिनिधि मंडल से मिला नहीं है। 2 दफे नाटक किया जिसमें इनकी पार्टी से जुड़े हुए कुछ लोगों को इकट्ठा करके पूसा में मीटिंग दिखाई गई कि प्रधानमंत्री ने किसानों से बातचीत की। कोई किसान संगठन बुलाया नहीं, पहला प्रधानमंत्री है। दुनिया भर के मन की बात कर रहे हैं, रेडियो पे मन की बात कर रहे हैं। हमारी जत्थेबंदी का धरना जंतर मंतर पे चल रहा था, हमसे बात करने के लिए कह दिया कि मेरे पास टाइम नहीं है किसानों से बात करने के लिए। रेडियो पे मन की बात करके हमको समझाते हैं। मतलब ये इनका एटीट्यूड है, रवैया है किसान के प्रति। तो ये बिल्कुल नकारात्मक प्रधानमंत्री है। किसान इसको पूरी तरह से समझ गया कि हमसे गलत चुनाव हो गया। ਡੱਲੇਵਾਲ ਜੀ ਦਾ ਮਤਲਬ ਹੈ ਕਿ ਹੁਣ ਗੱਲਬਾਤ ਸਿਰਫ ਤੇ ਸਿਰਫ ਇਸ ਗੱਲ ਤੇ ਹੋ ਕੇ ਪਹਿਲਾਂ ਉਹ ਕਾਨੂੰਨ ਰੱਦ ਕਰਨ ਫੇਰ ਹੀ ਹੋਣਾ ਦੀ ਹੈ। सर सरकार का प्रपोजल है कि हर क्लॉज पर बात करने तैयार है। देखो कैसे तैयार होंगे? देखो गल ये है, सवाल कल्ला कल्ला करके एक एक करके पूछ लीजिए। पहली बात ये है जो आपका सवाल है कि हमने उनकी प्रपोजल जो उन्होंने अमेंडमेंट्स की प्रपोजल दी थी वो इसी पे ही रद्द की थी कि हम अमेंडमेंट नहीं चाहते। सरकार ने हमारे से बातचीत करनी है तो इससे हटकर प्रपोजल को छोड़े, इसको रद्द करने की बात करे तो हम किसान ये समझते हैं वर्ल्ड में बड़ी बड़ी लड़ाई हो जाती है, जंग हो जाती है।
हर बार नेगोशिएशन से मसला हल होता है। नेगोशिएशन से किसान कभी नहीं भागता। हम उनकी हर बैठक में जाने के लिए कि किसान तैयार है, ऐसी कोई बात नहीं है। लेकिन मेन बात यह है कि सरकार किसानों की बात, किसानों की मांग मानने के लिए तैयार तो हो। सबसे बड़ी बात यह है। हमने कहा हमारा सवाल है अजे तक जवाब नहीं भेजा, शायद ताही करके ਤੁਹਾਨੂੰ इनविटेशन नहीं आ रहा उधर। एक सवाल मैं उनके साथ जुड़ा हुआ है। उन्होंने कहा कि किसानों से हमारे तरफ कोई कॉन्क्रीट प्रपोजल नहीं आया, हम तैयार हैं क्लॉज बाय क्लॉज डिस्कशन करने के लिए, रोलबैक नहीं करेंगे। वो बोले हाँ, वो लिखती मांग। सुनिए मैं बताता हूँ, आप बातों देखो तैयार है या नहीं? देखिए मैं एक बात बताता हूँ आपको। सबसे बड़ी बात तो ये है कि आपके माध्यम से पूरे वर्ल्ड को पता चल गया कि किसानों ने उनकी प्रपोजल रद्द कर दी है। तो क्या सरकार को पता नहीं चले? सबसे पहली बड़ी बात तो ये है। दूसरी बात, जो वो कह रहे हैं कि किसान अपनी प्रपोजल भेजें, तो प्रपोजल तो हमने जब पहले दिन डिमांड चार्ट दिया है, वो प्रपोजल नहीं और क्या किसानों को वो दे चुके हैं। उस पे अभी वो जो हमारी मांगे हैं उस पे कंक्रीट फैसला ले सरकार, एकदम ठोक के फैसला ले सरकार कि हम उन कानूनों को वापस लेते हैं। अगर सरकार इसमें बातचीत करने की मुझे लग रहा है कोई जरूरत नहीं है। सर एक सवाल क्यों हुआ सर, ये उन्होंने लिखती जवाब तो भेजा है, लिखती प्रपोजल भेजी है, तो फिर जेल लिखती क्यों नहीं दे रहे जी? चलो बहुत बड़ी बात आपकी, भेज देंगे हम उनको। ये भी हम नहीं रखेंगे कि वो सरकार इस बात पे मतलब निकले कि हमें तो अभी तक उन्होंने उसका आंसर नहीं दिया। वो आंसर लेकर भेज देंगे, उसमें कोई दो राय नहीं है। ये जो हमने की है सर, उसका कोई असर सरकार के ऊपर दिखाई पड़ा कि नहीं है सर? देखिए हमेशा जब आंदोलन होता है, आंदोलन इसके लिए होता है, कोई जरूरी नहीं होता कि हर आंदोलन का सरकार पे मतलब असर पड़े, लेकिन असर पड़ने के तरीके बहुत होते हैं। ये बेशर्म सरकार है, इस पे असर नहीं पड़ेगा, लेकिन पड़ेगा जरूर। कैसे पड़ेगा मैं वो बताता हूँ आपको। पूरे वर्ल्ड में जब किसान जिनके पास इतना सारा खाने के लिए सामान पड़ा हो, और यहाँ पे आप देखा होगा ड्राई फ्रूट्स के लंगर लगे हुए हैं, लेकिन किसान भूख पे बैठा है, भूख हड़ताल पे बैठा है, तो उसका मैसेज पूरे वर्ल्ड में जाएगा। वर्ल्ड में गया भी है। उधर से सरकार को फटकार पड़ेगी, तो उधर से ही हमारा मैसेज सरकार के पास जाएगा सीधा। तो ये दिखता तो इनको भी है, लेकिन इनके मन में किसान के प्रति कहीं भी सहमति नहीं है। ਐਤਕੀ ਵਿੰਟਰ ਸੈਸ਼ਨ ਜਿਹੜਾ ਨਹੀਂ ਹੋ ਰਿਹਾ, ਇੱਕ ਮਿੰਟ ਐਤਕੀ ਸਰਕਾਰ ਦਾ ਜਿਹੜਾ ਵਿੰਟਰ ਸੈਸ਼ਨ ਹੁੰਦਾ ਹੈ ਉਹਦੇ ਬਾਰੇ ਕਿਹਾ ਜਾ ਰਿਹਾ ਕਿ ਉਹ ਨਹੀਂ ਹੋ ਰਿਹਾ। ਕੀ ਇਸ ਦੇ ਉੱਤੇ ਸਰਕਾਰ ਦੀ ਮਰਜ਼ੀ ਦੇ ਕਿਤੇ ਦਾ ਸਵਾਲ ਚੁੱਕਿਆ ਜਾ ਸਕਦਾ? देखिए ये पहली बार हुआ है ना, कभी ऐसा भी हुआ है। इसका मतलब ये है कि किसानों के आंदोलन का प्रेशर इतना है कि सरकार को ये लग रहा है कि अगर हम विंटर सेशन करेंगे तो जो यहाँ के विपक्ष दल है वो घेरेंगे उसमें, उससे बेटर है कि विंटर सेशन ही ना करें। इसका मतलब ये है कि सरकार अपने आप वो हार मान चुकी है इस आंदोलन के साथ। कोरोना का कारण देता जी, कोरोना का कारण ਇਹਦਾ ਮਤਲਬ ਉਹ ਸਾਫ਼ ਕਰ ਚੁੱਕੇ ਨੇ ਕਿ ਵਿੰਟਰ ਸੈਸ਼ਨ ਨਹੀਂ ਕਰਨਗੇ, ਮਤਲਬ ਕਾਨੂੰਨ ਰੱਦ ਨਹੀਂ ਕਰਾਂਗੇ। ਅਸੀਂ ਵਾਰੀ-ਵਾਰੀ ਕਹਿ ਰਹੇ ਨੇ, ਫਿਰ ਕੀ ਇਹਦਾ ਹੱਲ ਕਦੋਂ ਤੱਕ ਹੋਊਗਾ, ਕੀ ਹੋਊਗਾ? सभी भाइयों को मैं ये बता दूं आपको, सरकार ये कह रही है कि हम इसे वापस नहीं लेंगे, हम ये कह रहे हैं कि हम इसे वापस करवाएंगे। सरकार की और मंशा है, हमारी और जिद है। जिद नहीं, हमारी मजबूरी भी है। केवल सरकार तो जिद कह सकती है, मजबूरी है, क्योंकि अगर ये कानून वापस नहीं होते तो किसान की होंद मिटती है। किसान नहीं रहेगा देश में। अगर किसान नहीं रहेगा देश में तो देश का हर उपभोक्ता को खाने के लिए, मैं उस दिन भी पीसी में बोला था, 9,000 से अधिक रेट पर गेहूं मिलेगी। ये हालात बनेंगे देश में, और इसके लिए सरकार पूरे देश को कारपोरेट्स के हाथों बेचना चाहती है, उनके हाथों से लूट करवाना चाहती है। तो वो इस जिद पे है, लेकिन किसान के लिए ये बहुत बड़ी बात है। मैं एक बात और बता दूं आपको, सरकार कहती थी कोरोना है, कोरोना से हमारे ऑफिसर बीमार हो गए हैं, होंगे, लेकिन इधर वहां बॉर्डर से इस साइड पे आकर एक भी किसान को कोरोना नहीं हुआ आज तक। बॉर्डर के उस पर चले जाते हैं, ऑफिसर को कोरोना होता है,
लेकिन किसान को नहीं होता जिसका 20 मौतें हुई है, क्या उसमें किसी का चेक किया गया? नहीं, जो भी मौतें होती है, एक्सीडेंट में मौत होती है, उसमें कोरोना कहाँ से आ गया? हार्ट अटैक में मौत होती है, उसमें कोरोना कहाँ से आ गया? एक भी आदमी बीमार नहीं हुआ, ऊपर वाले की दया है। सभी का पोस्टमार्टम। धन्यवाद साहब ਜਿਹੜਾ ਇਹ ਅੱਜ ਕਿਉਂਕਿ ਬੜਾ ਕ੍ਰਿਸ਼ੀਅਲ ਸੀ 20 ਡੇਜ਼ ਹੋ ਗਏ 20 ਦਿਨ ਬੈਠਣ ਹੋਗੇ ਤੁਹਾਨੂੰ ਇਹ ਸੀ ਸਾਰੇ ਦੇਸ਼ ਨੂੰ ਜਾਂ ਲੋਕਾਂ ਨੂੰ ਮੀਡੀਆ ਨੂੰ ਵੀ ਕਿ ਕੁਛ ਨਾ ਕੋਈ ਨਾ ਕੋਈ ਤੁਸੀਂ ਨਵਾਂ ਪ੍ਰੋਗਰਾਮ ਦੇਵੋਗੇ ਹੁਣ ਨਵਾਂ ਪ੍ਰੋਗਰਾਮ क्यों नहीं आ रहा है? देखिए प्रोग्राम आएगा, ये प्रोग्राम जरूर आएगा, लेकिन ये जो हमने दिया है ना, ये देखिए कौन सा प्रोग्राम है, कैसा प्रोग्राम है। हमारे देश में जब हमारे जो आज तक किसान नौजवान शहीद हुए, हमारे बच्चे हमारे भाई, जब गांव-गांव में उनकी तस्वीर जाएगी, गांव-गांव में उनका श्रद्धांजलि अर्पित की जाएगी उन भाइयों को, तो देखना पूरे देश में एक बार फिर से आंदोलन की ओर बहुत बड़ी संख्या में लोग बढ़कर आएंगे। और उस बड़ी संख्या में जब लोग इधर आएंगे, ਤੁਹਾਨੂੰ ਨਹੀਂ ਲੱਗਦਾ ਕਿ ਜਿਸ ਤਰ੍ਹਾਂ ਇੱਥੇ 20 ਦਿਨ ਹੋ ਗਏ ਲੋਕਾਂ ਨੂੰ ਬੈਠਿਆਂ ਹੁਣ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਲਥਾਰਜੀ ਜਾਂ ਨਿਰਾਸ਼ਤਾ ਜਾਂ ਅਪਰਾਮਤਾ नहीं, ऐसी कोई बात नहीं। आप जवाब देंगे भाई साहब। बात ये है कि देखिए, आप सब पत्रकार भाई जानते हो और देख रहे हो, रोज की रोज इसकी कवरिंग कर रहे हो। आप बताएं मुझे, संख्या बढ़ रही है या संख्या कम हो रही है? आए दिन संख्या बढ़ रही है। जब हमारे आंदोलन में लोगों की संख्या बढ़ रही है, तो इसमें कहीं से ये नहीं कहा जा सकता कि लोगों में निराशा है। निराशा नहीं है, लोग डटे हुए हैं। लोग, मैं एक बात और कहूँ, 5 दिन के लिए नहीं आए, 10 दिन के लिए नहीं आए लोग। लोगों की ट्रॉलियों में 6-6 माह का राशन है। हम पहले से तैयार होकर आए हैं कि हमें बैठना पड़ेगा। दिल्ली की तरफ बढ़ेगा कि यहीं रुके रहेंगे? नहीं, देखिए वो समय बताएगा, आगे आने वाले समय। ਧੰਨਵਾਦ ਸਾਹਿਬ ਰਿਟਨ ਰਿਪਲਾਈ ਜਿਹੜਾ ਤੁਸੀਂ ਦੇਣਾ ਹੈ ਉਸਦੇ ਲਈ ਜਥੇਬੰਦੀਆਂ ਦੇ ਵਿੱਚ ਗੱਲ ਹੋਈ ਹੈ ਮੀਟਿੰਗ ਦੇ ਵਿੱਚ ਤੇ ਕਦੋਂ ਤੱਕ ਇਹ ਰਿਟਨ ਰਿਪਲਾਈ ਦੇਣਾ ਹੈ ਤੁਸੀਂ? देखो, ये कोई बहुत बड़ी बात नहीं है रिटन अप्लाई देना। हम आज ही हमारे जो साथी हैं उनकी ड्यूटी लगा देंगे, वो कल भेज देंगे रिटन रिप्लाई में। जैसा नोट होगा या डिटेल होगा? नहीं, डिटेल अब डिटेल की समय नहीं है। इस तरह एक तो कहता कि इसी प्रस्ताव रद्द कर दें। बस इतना ही। ਧੰਨਵਾਦ ਸਾਹਿਬ। ਪਿਛਲੇ ਦਿਨ ਤੁਸੀਂ ਕਿਹਾ ਸੀ ਕਿ ਔਰਤਾਂ ਦੀ ਸ਼ਮੂਲੀਅਤ ਵਧਾਈ ਜਾਏਗੀ, ਤੁਸੀਂ ਕਿਹਾ ਸੀ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਕਾਲ ਦਵਾਂਗੇ ਪ੍ਰਬੰਧ ਕਰਕੇ, ਉਹਦੇ ਤੇ ਕੀ ਅਪਡੇਟ? देखो, अभी तक औरतों के लिए आ रही हैं, हमारी औरतें बहुत सारी आ रही हैं, लेकिन आगे की जो व्यवस्था है ना, औरत के लिए कुछ व्यवस्था अलग से होनी चाहिए। वो व्यवस्था अभी तक हमारे से बन नहीं पाई। मैं सही बात बता रहा हूँ आपको। वो व्यवस्था बन जाएगी 1-2-4 दिन में, तो देख लेना यहाँ पे औरतें भी आएंगी। ਪ੍ਰਧਾਨ ਜੀ, ਇਹ ਜਿਹੜੇ ਸਿੰਘੂ ਬਾਰਡਰ ਔਰ ਟਿਕਰੀ ਬਾਰਡਰ ਤੇ ਜਿਹੜਾ ਇੰਨਾ ਜਮਕੜ ਜਿਹੜਾ ਪੰਜਾਬ ਔਰ ਹਰਿਆਣਾ ਤੋਂ ਜਿੰਨਾ ਐਡਾ ਵੱਡਾ ਜਿਹੜਾ ਕਾਰਵਾ ਜਿਹੜਾ ਕਾਫਲਾ ਜਿਹੜਾ ਕਈ ਕਿਲੋਮੀਟਰ ਤੱਕ ਹੈ, ਇਹ ਗੱਲ ਜਿਹੜੀ ਜੈਪੁਰ ਦੇ ਹਾਈਵੇ ਤੇ ਯੂਪੀ ਤੋਂ ਜਿਹੜਾ ਇਧਰਲੇ ਪਾਸੇ ਜਿਹੜਾ ਹੈਗਾ ਗਾਜ਼ੀਆਬਾਦ ਵਾਲੇ ਪਾਸੇ, ਇਹ ਹਾਈਵੇ ਤੇ ਉਹ ਗੱਲ ਕਿਉਂ ਨਹੀਂ ਹੋ ਰਹੀ ਔਰ ਉਹ ਕਦੋਂ ਤੱਕ ਹੋ ਜਾਏਗੀ? ਉਹਦੀ ਜ਼ਿੰਮੇਵਾਰੀ ਕਿਹਨੂੰ ਸੌਂਪੀ ਗਈ ਹੈ? ਕਿ ਜਿਹੜੀ ਯੂਪੀ ਦੀ ਜਥੇਬੰਦੀਆਂ ਨੇ ਜਾਂ ਜਿਹੜੀਆਂ ਰਾਜਸਥਾਨ ਦੀ ਜਥੇਬੰਦੀਆਂ ਨੇ, ਤੇ ਉਹਨਾਂ ਤੇ ਇਹ ਓਨਸ ਹੈ, ਤੇ ਇਹ ਗੱਲ ਉੱਥੇ ਹੁਣ ਇਸ ਲੈਵਲ ਤੱਕ ਕਿਉਂ ਨਹੀਂ ਜਾ ਰਹੀ? ਜਿਹੜਾ ਪੰਜਾਬ ਨੇ ਜਿਹੜਾ ਬੀਜਿਆ ਸੀ, ਜਿਹੜੇ ਵੱਡੇ ਪੱਧਰ ਤੇ ਆ ਕੇ ਖੜਾ ਇੱਥੇ, ਉਸ ਵੱਡੇ ਪੱਧਰ ਤੇ ਯੂਪੀ ਤੋਂ ਤੇ ਰਾਜਸਥਾਨ ਤੋਂ ਕਿਉਂ ਨਹੀਂ ਉਸ ਪਾਸੇ ਬਾਰਡਰਾਂ ਤੇ ਹੁਣ ਤੱਕ ਜਮਘਟ ਹੋਇਆ? ਇਹਦਾ ਕੀ ਜਵਾਬ ਹੈ? देखिए, आपने आप ही जवाब दिया एक बात में कि पंजाब ने कर दिया और हरियाणा ने भी कर दिया। आपके सामने हरियाणा ने भी बहुत बड़ा काम कर दिया। मध्य प्रदेश से आकर भी किसान बॉर्डर पे बैठ गए हैं। राजस्थान हरियाणा से आकर बैठ गए हैं, यूपी वाले आ गए हैं। और आगे की बात मैं बता देता हूँ कि ये यूपी वाले पास बैठे हैं, इनसे पूछ लेते हैं क्या करेंगे। हाँ, ਜਿਹੜਾ ਵੱਡਾ ਕਾਫਲਾ ਜਿਹੜਾ ਆਉਣਾ ਚਾਹੀਦਾ, ਜਿਹੜਾ यूपी में अभी जो गाजीपुर बंद है और कल चिल्ला बॉर्डर का, कल हम 11 बजे उसको बिल्कुल क्लोज कर देंगे। जो वहाँ एक वो था, पहले भानु भाग गया छोड़ के, उसने, हम वहाँ भी लगे हुए हैं हमारे लोग, उसको कल चिल्ला बॉर्डर को बिल्कुल बंद कर देंगे। और उसके बाद में मैं ये कहना चाह रहा हूँ कि अभी लोग राजस्थान का आपने देखा है, लोग अब निकल के आ रहे हैं। ये नहीं है कि बाहर से लोग आ रहे हैं, राजस्थान से लेकर के कुछ लोग महाराष्ट्र से आए, वहां से गुजरात से आए। सरकार उनको बढ़ने नहीं दे रही, वहां रोक लिया, किसी को कोसी बॉर्डर पर रोक रखा है।
और मेरे पास एक न्यूज है, जो महाराष्ट्र से लोग आए भरतपुर में, उनको रोका रखा, रात को वो गुरुद्वारे में रहे हैं, कम से कम भी वहाँ 400 आदमी हैं। तो ये सरकार जो तानाशाही कर रही है, हमारे लोगों को आने नहीं दे रही है, आंदोलन हो रहा है किसान का। कोई देखिए एक चीज है, हम एक बात कहना चाहते हैं कि सरकार सिर्फ और सिर्फ ये कॉरपोरेट घरानों की है, किसान के बारे में ये कोई नहीं तो बात करती है। और हम एक चीज कहना चाहते हैं कि लिख के देने का फायदा, जब हमने 5 मीटिंग में बोल दिया है, यस नो की भी बात हुई, लेकिन हम आज भी सब उसी बात पर अड़िग हैं कि सरकार पहले ये बिल वापस ले। किसान के बिल हैं, किसान के बगैर पूछे सरकार की क्या हिम्मत थी जो बिल लाने की। लोकसभा में इन्होंने पास कराया नहीं, राज्यसभा में पास कराया नहीं। तो मैं ये कह रहा हूं कि आप 4 दिन के बाद देखना कि दिल्ली को चारों तरफ से पूरे देश का किसान निकल चुका है, और निकल करके 4 दिन के बाद जो भी है वो, चलो हम आपको कल आपको ही अब बोलेंगे हम सबसे ज्यादा पुलिस वहां लग जाएगी, कल फोर्स लगा देंगे, वहां लोगों को आने ही नहीं देते। ये सारा तानाशाही का मामला चल रहा है, और इसको हम ये कहना चाहते हैं कि सरकार कभी भी किसान के सामने टिक नहीं पाएगी। जिस दिन किसान ने अब मन बना लिया है, ये सरकार तो सिर्फ अडानी और अंबानी की सरकार है, और इसको हम बिल्कुल इनके मंसूबे में कामयाब नहीं होने देंगे, नहीं होने देंगे। इन बिल को वापस लिए बगैर कोई भी बात नहीं। ਜਿਹੜਾ ਰਾਜਸਥਾਨ ਤੇ ਜੈਪੁਰ ਵਾਲਾ ਜਿਹੜਾ ਹਾਈਵੇ ਆ ਉਹ ਬੰਦ ਕੀਤਾ, ਉਹ ਬਿਆਨ ਆ ਰਿਹਾ ਆ। ਮੈਂ ਉੱਥੇ ਸੀਗਾ ਤੋਂ ਬੰਦ ਕੀਤਾ, ਜਦੋਂ ਯੁਵਿੰਦਰ ਯਾਦਵ ਹੋਣਾ ਨੂੰ ਪੁੱਛਿਆ ਗਿਆ ਕਿ ਤੁਸੀਂ ਇਹ ਬੰਦ ਕਰਨਾ, ਇੱਕ ਪਾਸਾ ਖੋਲਿਆ ਹੈ ਤੇ ਇੱਕ ਪਾਸੇ ਤੁਸੀਂ 200 ਬੰਦਾ ਬੈਠਾ ਉੱਤੇ, ਮੈਨੂੰ ਲੱਗਦਾ ਜੋ ਵੀ ਘਟ ਗਏ ਹੋਣਗੇ, ਤਾਂ ਤੁਸੀਂ ਇੱਕ ਪਾਸਾ ਕਿਉਂ ਬੰਦ ਕੀਤਾ? ਉਹ ਕਹਿੰਦੇ ਸਾਡਾ ਮਕਸਦ ਜੈਪੁਰ ਤੇ ਦਿੱਲੀ ਹਾਈਵੇ ਨੂੰ ਬੰਦ ਕਰਨਾ ਨਹੀਂ ਸੀਗਾ, ਅਸੀਂ ਦਿੱਲੀ ਜਾ ਰਹੇ ਹਾਂ। ਇਹ 2 ਬਿਆਨ ਆ ਰਹੇ ਆ। ਤੁਸੀਂ ਕਹਿ ਰਹੇ ਹੋ ਅਸੀਂ ਉਹ ਰੋਡ ਜਾਮ ਕਰਨਾ ਸੀ, ਪਰ ਉਹ ਕਹਿੰਦੇ ਆ ਕਿ ਅਸੀਂ ਰੋਡ ਜਾਮ ਨਹੀਂ ਸੀ ਕਰਨਾ। नहीं, ऐसी बात नहीं है, लोग निकल के आ रहे हैं। अभी कुछ मैं बयान क्लियर कर दियो कि तुसी दिल्ली जाना सी कि रोड जाम करना है। देखो किसी भी एक्शन में हो सकता है जो निजी विचार हो। हमारा जो संयुक्त मोर्चे का जो प्रोग्राम है, अगला हाईवे 8 नंबर और 2 नंबर दिल्ली आगरा और दिल्ली जयपुर पे काम कर रहे हैं। किसी भी काम में नई स्टेटों को खड़ा करने में, वातावरण बनाने में टाइम लगता है। मतलब आप कह सकते हैं कि किसान नहीं इकट्ठे हुए ताणी और रोड जाम नहीं, इकट्ठे नहीं हुए, इकट्ठे वो स्टेटें अपनी तैयारी कर रही हैं। राजस्थान के लोगों ने कहा कि 20 तारीख को हम इस रास्ते को जाम कर देंगे। ਤੁਹਾਡੀ ਆਪਣੀ 42 ਜਥੇਬੰਦੀਆਂ ਚੋਂ ਹੀ ਹੈਗੇ ਨੇ ਜੀ ਉਹ? ਤੁਹਾਡੀ ਆਪਣੀ 42 ਜਥੇਬੰਦੀਆਂ ਦੇ ਆਰ ਦੇ ਪਾर्ट ऑफ योर 42 ऑर्गेनाइजेशन? हमारी जत्थेदारी का जो पार्ट है वही लोग वहाँ तैयारी कर रहे हैं। 20 तारीख को आके हमको रोड जाम जल्दबाजी से कॉल की गई, 12 ਨੂੰ ਬਲੌਕ ਕਰ ਦੇਗੇ, 12 ਤੋਂ ਬਾਅਦ 15 ਹੋ ਗਈ ਜੀ। 12 ਤੋਂ ਬਾਅਦ 13 ਨੂੰ ਉੱਥੇ ਸਿਰਫ 200 ਕਿਸਾਨ ਸੀਗਾ, ਮੌਕੇ ਤੇ ਸੀਗਾ। ਉਹ ਉਹਨਾਂ ਦੇ ਤੁਹਾਡਾ ਮੈਸੇਜ ਪਹੁੰਚ ਨਹੀਂ ਰਿਹਾ ਜਾਂ ਤੁਹਾਡਾ ਕਿਸਾਨ आ नहीं रहे? 12 को किसान 12 को ही आ गए थे वहाँ पे, और 12 के बाद वहाँ कल भी एक रोड जाम किया गया है। और 20 तारीख को हमारा पूरा राजस्थान का हर जिले का किसान ट्रैक्टर लेके निकलेगा। सर एक क्लियर करो, ਤੁਸੀਂ रोड जाम करना सी कि दिल्ली जाना सी? हम रोड जाम करें। जोगिंदर यादव की अगवाई ਦੇ ਵਿੱਚ ਉੱਥੇ ਹੋ ਰਿਹਾ ਸਭ ਕੁਝ। ਉਹ ਕਹਿੰਦੇ ਅਸੀਂ ਦਿੱਲੀ ਜਾਣਾ, रोड जाम ही नहीं करना। हो सकता है जोगिंदर जी, क्योंकि बड़े नेता दिल्ली से ही गए थे, दिल्ली आना भी है उनको। कम्युनिकेशन गैप बेसिक तो उनको भी दिल्ली आना है। रोड जाम हम नहीं करते, रोड तो सरकार जाम कराती है। आने की सभी जत्थेबंदियां दिल्ली के लिए चलती है। हम यहाँ रोड जाम करने नहीं आए थे, हम रामलीला मैदान में जाने के लिए आए थे। सरकार ने हमको रोक के रखा हुआ है यहाँ पे, और वो भी योगेंद्र यादव ठीक कह रहे हैं कि दिल्ली के लिए चले थे, रोड नहीं जाम पर ਤੁਹਾਡੇ कॉल से हर हालत में दिल्ली जयपुर हाईवे बंद कर। जब वो बैठे हुए हैं तो रोड जाम करने का मतलब आप ये कह रहे हैं ना, कंप्लीट रोड जाम नहीं हुआ। एक मिनट रोड तो बंद हो गया। समझ नहीं रहे दिल्ली जयपुर हाईवे ਨੂੰ ਮੁਕੰਮਲ ਬੰਦ ਕਰਨਾ। मुकम्मल ही बंद होगा, तसल्ली करो। मतलब जो जोर इधर लग्या होया है, वो जोर उधरले पासे चल रहे हैं, वो भी बंद होगा। और दिल्ली आगरा भी बंद होगा। वो जो जिस तरह से होगा वो हमारी जत्थेबंदी अपनी सरकार का ये कहना है कि इस पूरे आंदोलन को जो है हाईजैक कर लिया गया, तो इस बारे में आप क्या कहना चाहते? सरकार और क्या कह सकती है? सरकार कभी हमको खालिस्तानी, कभी हमको आतंकवादी, कभी हमको दूसरे तरीके। सरकार ने कुछ लड़के वहाँ भेज के टिकरी बॉर्डर पे अपने लड़के भेज के फोटो खिंचवा के उस फोटो को छाप के हमें वोट गिरवाने का प्रयास किया। परसों लड़के हमारे गाजीपुर बॉर्डर पे आए,
वही पोस्टर जो लेके वो वहाँ बैठे थे टिकरी बॉर्डर, वही उनके पास थे, वो ना हमारे संगठन के थे, हमारे कार्यकर्ता विजिलेंट थे और उन्होंने दौड़ाया उनको। तो ये तो सरकार कर रही है। आज एक सवाल है नरेंद्र मोदी की कच्छ विच रैली हुई है, उन्होंने ये गल कही है कि ਜਿਹੜੀ ਇਹ ਪ੍ਰੋਟੈਸਟ ਚੱਲਦਾ ਪਿਆ ਇਹਨੂੰ ਫੋਰਨ ਪਾਰਟੀਆਂ ਫੰਡਿੰਗ ਕਰ ਰਹੀਆਂ ਨੇ ਤੇ ਵਿਪਕਸ਼ੀ ਪਾਰਟੀਆਂ ਨੂੰ ਭ੍ਰਮ ਫੈਲਾ ਰਹੀਆਂ ਨੇ। ਫੋਰਨ ਪਾਰਟੀਆਂ ਫੰਡਿੰਗ ਜਿਹੜੀ ਹੈ ਫੋਰਨ ਪਾਰਟੀਆਂ ਤੋਂ ਫੰਡਿੰਗ ਵੀ ਹੋ ਰਹੀ है, ਉੱਥੇ ਦੇ ਨੇਤਾਵਾਂ ਦਾ ਆरोप लगाया उन्होंने इस पूरे आंदोलन पे। प्रधानमंत्री साबित करे, खुलासा कर दे, एजेंसियां काम कर रही है उसकी। और जो हमारे बच्चे गए हुए हैं विदेश में, वो हमारे बच्चे हैं, वो किसानों के बच्चे हैं। अगर वो इस संगठन के लिए कुछ भेज रहे हैं, ये गुजरातियों से फंडिंग लेके आए हैं वहाँ जाके, इसने किया, ये वो फंडिंग लाए तो जायज है, ये फंडिंग लाए, इसमें उसका यूज करे चुनाव में और ये सत्ता हासिल करने के लिए वहाँ पूरे दुनिया में घूमा ये फंडिंग करके ये प्रधानमंत्री। और हमारे बच्चे हैं, वो सब किसानों के बच्चे हैं, वो इस आंदोलन में अपना आहुति दे रहे हैं, योगदान दे रहे हैं, तो वो फॉरेन फंडिंग होगी। फॉरेन फंडिंग हम कौन सा उससे लेके आए? नमस्ते ट्रम्प से। ਜਗਜੀਤ ਜੀ ਬੜਾ ਚਿੰਤਾ ਦਾ ਵਿਸ਼ੇ ਇੱਕ ਵੀਡੀਓ ਤੇ ਬੜੀ ਘੁੰਮ ਰਹੀ ਹੈ ਕਿ ਆਉਣ ਵਾਲੇ ਕੁਝ ਦਿਨਾਂ 'ਚ ਸਿੰਘੂ ਬਾਰਡਰ ਤੇ ਬੜੀ ਸਖਤੀ ਦਿਖਾਈ ਜਾਵੇਗੀ, ਬਹੁਤ ਵੱਡੀ ਕਾਰਵਾਈ ਹੋ ਸਕਦੀ ਹੈ। ਇਹ ਚੀਜ਼ਾਂ ਬਹੁਤ ਨਿਕਲ ਕੇ ਆ ਰਹੀਆਂ ਨੇ, ਇਹਨਾਂ ਨੂੰ ਰੋਕਣ ਦੀ ਕੋਈ ਤਿਆਰੀ ਹੈ? ਅਫਵਾਹਾਂ ਤੇ ਕੋਈ ਰੋਕ ਲਾਉਣ ਦੀ ਤਿਆਰੀ ਕੀਤੀ जा रही है? देखो देखिए इस आंदोलन की खूबसूरती ये है, ये आज तक अहिंसात्मक है और पॉलिटिकल किसी भी पॉलिटिकल पार्टी के लीडर को हमने अपने मंच को शेयर नहीं करने दिया। ये सबसे बड़ी खूबसूरती इस आंदोलन की है, हम इसको कायम रखेंगे, शांतिपूर्वक है। और सरकार उसके बाद भी अगर सरकार बाजिद है, हमें पता है कि सरकार हम यहाँ गोलियां बंदूकें लेके तो आए नहीं है, और सरकार अन्याय और अत्याचार करेगी तो ये देश और दुनिया भी देख रही है। तानाशाह तो गद्दाफी और सद्दाम नहीं रहे, ये कोई ऐसी नई बात थोड़ी है। ਬਿਆਨ ਇੱਕ ਜਿਹਾ ਆਇਆ 17 ਤਰੀਕ ਨੂੰ ਇੱਕ ਆਈ ਥਿੰਕ ਉਹ ਬੀਜੇਪੀ ਵਰਕਰ ਹੈ ਕੋਈ ਜਾਂ ਬੀਜੇਪੀ ਦੀ ਕੋਈ ਨੇਤਾ ਹੋਵੇ, 16 ਤੱਕ ਜੇ ਹੱਲ ਹੁੰਦਾ ਠੀਕ ਹੈ, ਨਹੀਂ ਤਾਂ 17 ਨੂੰ ਅਸੀਂ ਆਪ ਹੱਲ ਕੱਢਾਂਗੇ। नहीं, बेसिक ऐसा है कि ये किसान है, जमीन का सीना चीरते हैं, ये 50 डिग्री के टेम्परेचर में भी काम करते हैं और माइनस में भी जाके काम करते हैं, माइनस टेम्परेचर में भी। ये अब मैं कहना नहीं चाहता इस तरह की, इनके जो कार्यकर्ता है उनको हम अच्छी तरह जानते हैं। ये पार्क में ही लाठी चलाते हैं, जब मुकाबला होता है तो इनका निशान नहीं मिलता, ये लाठी को पता नहीं कहाँ लगोते हैं, भूल जाते हैं। हम अच्छी तरह, हम किसान हैं, हमको मारना भी आता है। हमारे ही बच्चे आज बॉर्डर पे खड़े हैं, -100 डिग्री में, हम सियाचिन पे हमारे ही भाई और बच्चे खड़े हैं। हमने शहादत देश के लिए भी दी है, हम शहादत देना जानते हैं। एक बात ध्यान से सुनने वाली है इसी मामले में, जो वो कह रहे हैं कि हम आकर ये सड़क खाली करवाएंगे, सरकार की जिम्मेदारी बनती है सड़क खाली करवाए। अगर कोई प्राइवेट आदमी इधर पंगा लेने आता है तो इसका मतलब क्या निकलता है? आप क्या निकालोगे? सरकार की कोई जिम्मेदारी नहीं है उसको रोकना। अगर वो आएगा फिर भी इधर आता है तो फिर जो इन्होंने भाई साहब ने कहा है, तो वो इसका मतलब ये है कि सरकार की एक प्लानिंग है, प्लानिंग के साथ यहाँ पे बहुत बड़ा ये वो करवाना चाहते हैं, दंगा करवाना चाहती है सरकार, और ये इसमें सरकार हमारी ये एक्सपर्ट भी। सारे ਜਿਹੜੇ ਪੰਜਾਬ ਕਾਂਗਰਸ ਦੇ नहीं, देखिए हम ऐसी कोई प्लानिंग नहीं है हमारी कि किसी को हम मारपीट करेंगे। किसानों की एक कमेटी सर कल जो तोमर जी से मिली है और वो इस बिल को सपोर्ट कर रही है, तो उसके बारे में आप क्या कहेंगे? कोई नहीं जानता, कोई एक आदमी का नाम बता दो, 4 बंदे जानते हो। देखिए मैं ये बात पहले भी हो चुकी है कि कोई ना कोई आदमी ऐसे लोग लाती है सरकार, बीजेपी ऐसे आदमी लाती है, ये एक्सपर्ट है इस मामले में, कि कोई 2 आदमी, 4 आदमी, 10 आदमी, 20 आदमी, 100 आदमी। जो इन्होंने उत्तराखंड से 2 दिन पहले 100 आदमी की बात आई है ना, पीसी में, पिछली वाली पीसी में उत्तराखंड के एक नेता ने ये एक्सपोज की यह बात कि उनमें से 90 आदमी वो है जिनका एग्रीकल्चर के साथ कोई नाता नहीं है। ऐसे लोगों को ये लाने का प्रयास कर रहे हैं, लाकर यहाँ पर ये
इन कानूनों को ठीक ठहराने का यत्न ਡੱਲੇਵਾਲ ਸਾਹਿਬ ਇੱਕ ਜਿਹੜੀਆਂ ਇਹ ਖਬਰਾਂ ਆ ਰਹੀਆਂ ਨੇ ਕਿ ਸਰਕਾਰ ਨੇ 10 ਸੂਤਰੀ ਯੋਜਨਾ ਬਣਾਈ ਹੈ ਜਿਹਦੇ ਤਹਿਤ ਕਿਸਾਨਾਂ ਦੀ ਜਿਹੜੀ ਸੰਗਠਨ ਹੈ ਕਿਸਾਨ ਜਥੇਬੰਦੀਆਂ ਉਹਦੇ ਵਿੱਚ ਫੁੱਟ ਉਜਾਗਰ ਕੀਤੀ ਜਾਏਗੀ ਉਹਦੇ ਨਾਲ ਨਜਿੱਠਣ ਦੇ ਲਈ ਕੀ ਪਲਾनिंग ਹੈ ਤੁਹਾਡੀ ਤਿਆਰੀ ਕੀ ਹੈ देखिए फुट पाने के लिए सरकार पूरा यत्न कर रही है, इसमें कोई दो राय नहीं है। लेकिन किसान ऊपर वाले की दया से किसान एकजुट है, सिर जुड़े हुए हैं। सरकार जितना मर्जी जोर लगा ले किसान अब खिलेंगे नहीं, एक होकर चलेंगे। 500 संगठन एक हो चुके हैं, 500 संगठन एक किए थे ना, उसके बाद बहुत सारे संगठन ऐसे हैं। ये जो युद्धवीर जी बैठे हैं भाई साहब, ये उसके उन 500 में से बाद में आकर मिले हैं। ये जो ऋषिपाल मावता जी बैठे हैं, उन 500 में से बाद में आकर यहाँ ये मतलब साथ मिले हैं। तो इसका मतलब ये है कि लोग आकर और बड़े बड़े संगठन हमारे इस आंदोलन में शामिल हो रहे हैं। तो ये फूट कहाँ से डाल सकेंगे, फूट कहीं नहीं डाल सकते हैं। देखिए ये मामला ये है कि हमारे पास जितने किसान यहाँ बैठे हैं, अगर सभी किसानों को हम ये कहें कि भाई इन शहीदों के लिए 100 रुपया दे दो, मुझे लग रहा है सभी किसानों को हम 10-10 लाख रुपया देने के सक्षम हैं। कोई पंजाब सरकार वालों है जी, क्योंकि बहुत सारे पंजाब सरकार की ओर से अनाउंसमेंट किया गया है कि 5-5 लाख रुपया सभी किसानों को देगी। अगर सरकार आप लोग बातचीत के लिए आमंत्रित करती है तो थोड़ी है ये आखिरी नहीं है ये बड़ी स्पष्ट बात है। अगर सरकार हमें बातचीत के लिए आमंत्रित करती है और पॉजिटिवली बुलाती है तो जाएंगे। सर एक पंजाब कांग्रेस के MP लगातार हमला कर रहे हैं, उन्होंने की कहोगे? तो ਇੱਥੇ ਹੁਣ ਮੇਰੇ ਉੱਤੇ ਸਾਰਾ ਕੁਝ ਟੁੱਟਣ ਵਾਲਾ ਵੀਰੇ, ਮੈਂ ਆ ਗਿਆ। ਚੱਕ ਲੋ ਰੱਬ ਦਾ ਨਾਂ ਲੈ ਕੇ। ਸੋ ਲਗਾਤਾਰ ਹੁਣ PC ਖਤਮ ਹੋਈ ਹੈ। ਵਧੀਆ ਇਧਰੋਂ ਸਾਡੇ PC ਤੋਂ ਬਾਅਦ ਬੰਦੇ ਮਿਲਦੇ ਹੋਏ। ਕਿੱਧਰ ਗਿਆ ਆ ਜਾਓ। ਹੋਰ ਠੀਕ ਠਾਕ ਹੋ ਭਾਈ? ਬਹੁਤ ਧੰਨਵਾਦ। ਤੁਸੀਂ ਗਏ ਸੀ ਨਾਰਾਇਣਪੁਰ ਤਹਿਸੀਲ ਮੋੜ ਜ਼ਿਲ੍ਹਾ ਫਾਜ਼ਿਲਕਾ। ਠੀਕ ਹੈ ਧੰਨਵਾਦ। ਤੁਸੀਂ ਕੱਲ ਗਏ ਸੀ ਨਾ ਟਾਲੀਆਂ ਕਰਨੀ? ਹਾਂ ਮੈਂ ਗਿਆ। ਟਿਕਰੀ ਬੋਰਡ ਤੋਂ ਆਏ। ਅੱਛਾ ਟਿਕਰੀ ਬੋਰਡ ਠੀਕ ਹੈ ਬਈ, ਧੰਨਵਾਦ ਤੁਹਾਡੇ ਤੇ ਬਈ। ਧੰਨਵਾਦ ਮਾਨ ਹੈ ਤੁਹਾਡੇ ਤੇ ਬਈ। ਧੰਨਵਾਦ। ਸੋ ਜਿਹੜਾ ਹੈਗਾ ਇੱਕ ਵਾਰੀ PC ਖਤਮ ਹੋ ਗਈ ਆ ਤੇ ਇੱਥੇ ਜਿਹੜਾ ਹੈਗਾ ਲਗਾਤਾਰ ਸਾਰੀਆਂ ਗੱਲਾਂ ਦਾ ਜਿਹੜਾ ਹੈਗਾ ਤੁਹਾਨੂੰ ਜਵਾਬ ਦੇਣ ਦੀ ਕੋਸ਼ਿਸ਼ ਜਿਹੜੀ ਕੀਤੀ ਆ ਬਕਾਇਦਾ। ਸੋ ਵੱਡੀ ਗੱਲ ਜਿਹੜੀ ਹੁਣ ਨਿਕਲ ਕੇ ਆ ਰਹੀ ਆ ਕਿ 20 ਤਰੀਕ ਨੂੰ, ਅੱਜ 14 ਨਹੀਂ 15 ਅੱਜ ਹੈ ਨਾ, 15 ਤਰੀਕ ਹੈ, ਆਉਣ ਵਾਲੀ 20 ਤਰੀਕ ਨੂੰ ਜਿਹੜਾ ਹੈਗਾ ਪੂਰੇ ਭਾਰਤ ਦੇ ਵਿੱਚ ਜਿੰਨੇ ਵੀ ਇਸ ਆਪਾਂ ਕਹੀਏ 14 ਜਾਣੇ ਸ਼ਹੀਦ ਹੋ ਚੁੱਕੇ ਆ ਸਾਡੇ ਅੰਦੋਲਨ ਦੇ ਵਿੱਚ। ਜਿਹੜਾ ਹੈਗਾ 14 ਜਿਹੜੇ ਹੈਗਾ ਕਿਸਾਨ ਅੰਦੋਲਨ ਦੇ ਵਿੱਚ 14 ਜਿਹੜੇ ਹੈਗਾ ਕਿਸਾਨਾਂ ਨੇ ਸ਼ਹੀਦੀਆਂ ਪਾਈਆਂ। ਹੁਣ ਉਹਨਾਂ ਨੂੰ ਜਿਹੜਾ ਹੈਗਾ ਹਰ ਪਿੰਡ ਪੱਧਰ ਤੇ ਬਲਾਕ ਪੱਧਰ ਤੇ ਜਿਹੜਾ ਹੈਗਾ ਸ਼ਰਧਾਂਜਲੀਆਂ ਦਿੱਤੀਆਂ ਜਾਣਗੀਆਂ। ਇਹ ਜਿਹੜਾ ਹੈਗਾ ਅੱਜ ਦੀ ਮੀਟਿੰਗ ਦੇ ਵਿੱਚ ਹੋਇਆ। ਹੁਣ ਇਹਦਾ ਕਈ ਬੰਦੇ ਸੋਚਣਗੇ ਵੀ ਇਹਦਾ ਕੀ ਹੋਣਾ ਹੈ, ਕਿਉਂਕਿ ਬੜੇ ਹੀ ਤਰੀਕੇ ਨਾਲ ਜਿਹੜਾ ਹੈਗਾ ਸਰਕਾਰ ਨੂੰ ਕਾਊਂਟਰ ਕਰਨ ਦੀ ਕੋਸ਼ਿਸ਼ ਕੀਤੀ ਆ ਕਿਸਾਨਾਂ ਨੇ, ਕਿਉਂਕਿ ਲਗਾਤਾਰ ਇਹਨਾਂ ਨੂੰ ਹਿੰਸਕ ਦੱਸਿਆ ਜਾ ਰਿਹਾ ਸੀਗਾ। ਲਗਾਤਾਰ ਜਿਹੜਾ ਹੈ BJP IT ਸੈੱਲ, ਜਿਵੇਂ ਮੈਂ ਦੇਖਿਆ ਹੁਣ ਮੈਂ ਚੱਲਦੇ ਜਿਹੜਾ ਲਾਈਵ ਦੇ ਵਿੱਚ ਵੀ 2 ਬੰਦੇ ਬਲੌਕ ਕੀਤੇ ਆ ਜਿਹੜੇ ਅੱਗ ਪਾਈ ਜਾਂਦੇ ਆ। ਉਹਨਾਂ ਦੇ ਕਮੈਂਟ ਹੀ ਅੱਗ ਵਾਲੇ ਹੁੰਦੇ ਆ। ਦੇਖੋ ਉਹਨਾਂ ਦਾ ਜਿਹੜਾ ਫੋਟੋਆਂ ਸਿੱਖੀ ਸਰੂਪ 'ਚ ਲੱਗੀਆਂ ਹੋਈਆਂ, ਜਦ ਕਿ ਜਿਹੜਾ ਕਮੈਂਟ ਉਹਨਾਂ ਦੇ ਉਸ ਤਰ੍ਹਾਂ। ਸੋ ਤਾਂ ਕਰਕੇ ਮੈਂ ਕਹਿਣਾ ਇਹ ਤੋਂ ਅਵੇਅਰ ਰਹੋ। ਇੱਕ ਜਿਹੜਾ ਹੈਗਾ ਗੁਰਪ੍ਰੀਤ ਕੋਟਲੀ ਪੇਜ ਆਪਣਾ ਜਿਹੜਾ ਹੈਗਾ ਫੋਲੋ ਕਰ ਲਓ ਸਾਰੇ ਭਰਾ ਜਲਦੀ ਤੋਂ ਜਲਦੀ, ਤੇ YouTube ਚੈਨਲ ਸਬਸਕ੍ਰਾਈਬ ਕਰ ਲਓ। ਮੈਂ ਤੁਹਾਨੂੰ ਇਹਦੀ ਸਾਰੀ ਕਨਕਲੂਜਨ ਦੱਸਦਾ ਕਿ 20 ਤਰੀਕ ਨੂੰ ਜਿਹੜੇ 14 ਜਾਣੇ ਅੱਜ ਦੀ ਘੜੀ ਤੱਕ ਜਿਹੜੇ ਸ਼ਹੀਦ ਹੋਏ ਆ ਉਹਨਾਂ ਨੂੰ ਸਾਰੇ ਪਿੰਡ ਪੂਰੇ ਭਾਰਤ ਦੇ ਪੂਰੇ ਪੰਜਾਬ ਦੇ ਵਿੱਚ ਸ਼ਰਧਾਂਜਲੀਆਂ ਦਿੱਤੀਆਂ ਜਾਣਗੀਆਂ। ਉਹਦੇ ਨਾਲ ਇੱਕ ਅਸਰ ਇਹ ਜਾਊਗਾ, ਕਿਉਂਕਿ ਦੁਨੀਆ ਦੇ ਵਿੱਚ ਪਤਾ ਲੱਗੂਗਾ ਕਿ ਇਸ ਸਰਕਾਰ ਤੇ ਦਬਾਅ ਵਧਾਉਣ ਦਾ ਇਹ ਬਹੁਤ ਹੀ ਅੱਛਾ ਤਰੀਕਾ ਹੈ। ਕਿਉਂਕਿ ਉਹਦੇ ਨਾਲ ਇੱਕ ਤਾਂ ਜਿਹੜਾ ਨੇ ਸਾਡੇ ਵਰਗੇ ਭਰਾਵਾਂ ਨੇ, ਸਾਡੇ ਭੈਣ ਭਰਾਵਾਂ ਨੇ ਜਾਂ ਸਾਡੀਆਂ ਮਾਵਾਂ ਨੇ, ਬਜ਼ੁਰਗਾਂ ਨੇ ਜਿਨ੍ਹਾਂ ਨੇ ਜਾਨ ਦਿੱਤੀ ਹੈ, ਉਹਨਾਂ ਨੂੰ ਸ਼ਰਧਾਂਜਲੀ ਹੋਊਗੀ। ਤੁਹਾਡੇ ਘਰਾਂ ਦੇ ਵਿੱਚ ਉਹਨਾਂ ਦੀਆਂ ਫੋਟੋਆਂ ਹੋਣਗੀਆਂ। ਲੋਕ ਹੋਰ ਜ਼ਿਆਦਾ ਜਾਗਣਗੇ, ਲੋਕਾਂ ਨੂੰ ਪਤਾ ਲੱਗੂਗਾ ਵੀ ਸਾਡੇ ਵਾਸਤੇ ਜਿਹੜੇ ਸਾਡੇ ਭਰਾ ਸ਼ਹੀਦ ਹੋਏ ਆ, ਤਾਂ ਉਹਨਾਂ ਦੇ ਪ੍ਰਤੀ ਜਿਹੜਾ ਉਹਦੇ ਨਾਲ ਇਹ ਅੰਦੋਲਨ ਦੇ ਵਿੱਚ ਇੱਕ ਜਾਨ ਪਊਗੀ।
ਦੂਜੀ ਪੂਰੀ ਦੁਨੀਆ ਦੇ ਵਿੱਚ ਜਿੱਥੇ ਜਿਹੜਾ ਹੈਗਾ ਮੀਡੀਆ ਦਾ ਵੱਡਾ ਹਿੱਸਾ ਕਾਰਪੋਰੇਟ ਮੀਡੀਆ ਤੇ ਮੋਦੀ ਦੇ ਬੀਜੇਪੀ ਆਈਟੀ ਸੈੱਲ ਲਗਾਤਾਰ ਇੱਕ ਕੰਮ 'ਚ ਲੱਗਿਆ ਹੋਇਆ ਵੇ। ਕਿਸਾਨਾਂ ਨੂੰ ਕਿਤੇ ਤਾਂ ਖਾਲਿਸਤਾਨੀ ਦਿਖਾਉਂਦੇ ਆ, ਕਿਤੇ ਇਹ ਵੱਖਵਾਦੀ ਦਿਖਾਉਂਦੇ ਆ, ਕਿਤੇ ਮਾਓਵਾਦੀ ਦਿਖਾਉਂਦੇ ਆ। ਤਾਂ ਉੱਥੇ ਦੁਨੀਆ ਨੂੰ ਇਹ 'ਚ ਮੈਸੇਜ ਜਾਊਗਾ ਕਿ ਇਹ ਲੋਕ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸੀਗੇ ਤੇ ਲਗਾਤਾਰ, ਕਿਉਂਕਿ ਉਹਦੇ ਨੂੰ 20 ਬੰਦੇ ਤਾਂ ਘੱਟੋ ਘੱਟ ਸ਼ਹੀਦ ਹੋ ਜਾਣਾ, ਰੋਜ਼ ਦਾ ਇੱਕ ਬੰਦਾ ਜਾਂਦਾ ਹੀ ਜਾਂਦਾ। ਸੋ ਉਹ ਜਿਹੜਾ ਹੈਗਾ ਇੱਕ ਇੰਟਰਨੈਸ਼ਨਲ ਪ੍ਰੈਸ਼ਰ ਬਿਲਡ ਅਪ ਕੀਤਾ ਜਾਊਗਾ। ਸੋ ਮੈਂ ਆਪਣੇ ਪੇਜ ਤੋਂ ਉਹਨਾਂ ਦੇ ਲਗਾਤਾਰ ਹੁਣ ਜਿਹੜੇ ਕਿਸਾਨ ਮੋਰਚੇ ਦੇ ਵਿੱਚ ਜਿਹੜੇ ਸ਼ਹੀਦ ਹੋ ਰਹੇ ਆ ਉਹਨਾਂ ਦੀਆਂ ਮੈਂ ਫੋਟੋਆਂ ਪਾਉਂਦਾ ਰਹੂੰਗਾ, ਤੁਸੀਂ ਉਹਨਾਂ ਨੂੰ ਸ਼ੇਅਰ ਕਰਦੇ ਰਹੋ। ਉਹਦੇ ਨਾਲ ਇੱਕ ਤਾਂ ਜਿਹੜਾ ਹੈਗਾ ਸਾਡੇ ਜਿਹੜੇ ਸ਼ਹੀਦ ਆ ਉਹਨਾਂ ਦਾ ਮਨੋਬਲ ਵਧੂਗਾ, ਹੋਰ ਲੋਕ ਅੱਗੇ ਆਉਣਗੇ। ਉਹਦੇ ਨਾਲ ਜਿਹੜਾ ਹੈਗਾ ਹੁਣ ਇੰਟਰਨੈਸ਼ਨਲ ਪ੍ਰੈਸ਼ਰ ਬਿਲਡ ਅਪ ਕੀਤਾ ਜਾਊਗਾ। ਜਿਹੜਾ ਸਰਕਾਰ ਕਹਿ ਰਹੀ ਸੀ ਕਿ ਅਸੀਂ ਗੱਲਬਾਤ ਨੂੰ ਤਿਆਰ ਹੈ, ਤਾਂ ਕਿਸਾਨਾਂ ਨੇ ਸਿਰੇ ਤੋਂ ਨਕਾਰ ਦਿੱਤਾ ਹੈ। ਕਿਸਾਨਾਂ ਦਾ ਕਹਿਣਾ ਕਿ ਤੁਸੀਂ ਸਿਰਫ ਜਿਹੜਾ ਹਾਂ ਜਾਂ ਨਾ ਚ ਆਨਸਰ ਦਿਓ। ਮੀਡੀਆ ਦੁਆਰਾ ਵਾਰ-ਵਾਰ ਪੁੱਛਿਆ ਗਿਆ ਕਿ ਜਿਹੜੇ ਹੈਗੇ ਬਿੱਲ ਹੈ ਤੁਸੀਂ ਲਿਖਤੀ ਰੂਪ ਦੇ ਵਿੱਚ ਸਰਕਾਰ ਨੂੰ ਕਿਉਂ ਨਹੀਂ ਦਿੰਦੇ, ਤਾਂ ਜਗਜੀਤ ਸਿੰਘ ਡੱਲੇਵਾਲ ਨੇ ਕਹਿ ਦਿੱਤਾ ਕਿ ਤੁਸੀਂ ਜਿਹੜਾ ਹੈਗਾ ਜਿਹੜਾ ਤੁਹਾਨੂੰ ਅਸੀਂ ਲਿਖ ਕੇ ਭੇਜ ਦਿਆਂਗੇ, ਜੇ ਭਾਈ ਲਿਖ ਕੇ ਚਾਹੀਦਾ। ਸੋ ਸਿਰਫ ਉਹਦੇ 'ਚ ਸਿੱਧੀ ਗੱਲ ਲਿਖੀ ਜਾਊਗੀ ਹਾਂ ਜਾਂ ਨਾ। ਸੋ ਉਹ ਤੋਂ ਬਿਨਾਂ ਜਿਹੜਾ ਇੱਕ ਜਿਹੜਾ ਯੂਪੀ ਦੇ ਵਿੱਚ ਤੁਸੀਂ ਜਿਹੜਾ ਗੱਲ ਫੈਲਾਈ ਜਾ ਰਹੀ ਹੈ ਕਿ ਇੱਕ ਜਥੇਬੰਦੀ ਉੱਠ ਗਈ, ਅਸਲ ਦੇ ਵਿੱਚ ਜਥੇਬੰਦੀ ਨਹੀਂ, ਉਹ 50-100 ਬੰਦਾ ਜਿਹੜਾ ਯੂਪੀ ਦੇ ਵਿੱਚ, ਕਿਉਂਕਿ ਦੇਖਿਆ ਜਾਵੇ ਬੀਜੇਪੀ ਦੀ ਸਰਕਾਰ ਆ, ਉਹਨਾਂ ਨੇ ਜਾਣ ਕੇ ਭਾਏ ਸੀਗੇ ਤੇ ਅਗਲੇ ਦਿਨ ਉਹਨਾਂ ਨੇ ਉੱਥੋਂ ਜਿਹੜਾ ਹੈਗਾ ਤੋਰ ਤੇ, ਠੀਕ ਆ। ਉਹਦੇ ਨਾਲ ਇੱਕ ਤੁਹਾਡੇ ਘਰਾਂ ਤੱਕ ਇਹੋ ਜਿਹਾ ਗੱਲ ਅੱਗ ਪਾਉਣਾ ਗਲਤ ਹੈ, ਆਪੇ ਤੂੰ ਕਹਿਣਾ ਕਮੈਂਟ ਕਰੋ। ਸੋ ਜਿਹੜਾ ਹੈਗਾ ਉੱਥੇ ਆਪਾਂ ਕਹੀਏ ਜਿਹੜਾ ਕੱਲ ਨੂੰ ਉਹ ਬਾਰਡਰ ਵੀ ਜਿਹੜਾ ਹੈਗਾ ਯੂਪੀ ਦੇ ਕਿਸਾਨਾਂ ਦੁਆਰਾ ਬੰਦ ਕਰ ਦਿੱਤਾ ਜਾਊਗਾ। ਯੂਪੀ ਦੇ ਕਿਸਾਨਾਂ ਨੇ 2 ਬਾਰਡਰ ਜਿਹੜੇ ਹੈਗੇ ਬੰਦ ਕੀਤੇ ਹੋਏ ਆ। ਉਸ ਤੋਂ ਬਿਨਾਂ ਜਿਹੜਾ ਹੁਣ ਜਿਹੜਾ ਹੈਗਾ ਲਗਾਤਾਰ ਆਪਾਂ ਕਹੀਏ ਜੈਪੁਰ ਵਾਲੇ ਪਾਸੋਂ ਵੱਧ ਰਹੇ ਆ, ਕਿਉਂਕਿ ਕਈ ਭਰਾ ਕਹਿੰਦੇ 12 ਤੋਂ ਲੱਗਿਆ 17। ਦੇਖੋ ਕੱਲ ਮੈਂ ਜੇ ਤੁਸੀਂ ਮੇਰੀ ਵੀਡੀਓ ਚੈੱਕ ਕਰੋ ਜਿਹੜੀ ਮੈਂ ਖਨੌਰੀ ਬਾਰਡਰ ਤੋਂ ਪਿੱਛੋਂ ਬਣਾਈ ਹੈ, ਤਾਂ ਉਹਦੇ ਵਿੱਚ ਘੱਟੋ ਘੱਟ 20 ਤੋਂ 25 ਟਰਾਲੀਆਂ ਸੀ ਜਿਨ੍ਹਾਂ ਨੇ ਜੈਪੁਰ ਜਾਣਾ ਸੀ, ਪਰ ਉਹ ਖਨੌਰੀ ਵਾਲੇ ਪਾਸੇ ਖੜ ਗਏ, ਕਿਉਂਕਿ ਜਿਹੜਾ ਹੈਗਾ ਲਗਾਤਾਰ ਕਿਸਾਨ ਦਿੱਲੀ ਦੀਆਂ ਬਰੂਹਾਂ ਦੇ ਨੇੜੇ ਢੁੱਕ ਰਹੇ ਆ। ਇੱਥੋਂ ਕੋਲੈਬੋਰੇਟਲੀ ਹੋ ਕੇ ਇਕੱਠੇ ਹੋ ਕੇ ਜਿਹੜੇ ਰਾਜਸਥਾਨ ਦੇ ਕਿਸਾਨ ਆ, ਇਹ ਜੈਪੁਰ ਵਾਲਾ ਜਿਹੜਾ ਹਾਈਵੇ ਹੈ ਬੰਦ ਕਰ ਦੇਣਗੇ। ਹੁਣ ਕਿੰਨੇ ਦਿਨ ਲੱਗਦੇ? 1 ਦਿਨ ਲੱਗਦਾ, 2 ਦਿਨ ਲੱਗਦੇ, 4 ਦਿਨ ਲੱਗਦੇ, ਸਮਾਂ ਹੁੰਦਾ। ਕਿਉਂਕਿ ਆਪਾਂ ਵੀ ਜੇ ਆਪਾਂ ਚੱਲ ਗਏ ਸੀਗੇ 25 ਤਰੀਕ ਨੂੰ, ਸੋਚਿਆ ਸੀਗਾ ਵੀ ਆਪਾਂ 26 ਤਰੀਕ ਨੂੰ ਬੰਦ ਕਰ ਦਾਂਗੇ, ਪਰ ਇੱਥੇ ਆਉਂਦੇ ਆਉਂਦੇ ਪੰਜਾਬ ਦਾ ਕਿਸਾਨਾਂ ਕੋਲ ਐਡਾ ਵੱਡਾ ਜੱਥਾ ਹੋਣ ਦੇ ਬਾਵਜੂਦ ਐਡੇ ਵੱਡੇ ਫਿਰ ਵੀ ਉਹ 28 ਤੋਂ ਜਿਹੜਾ 29 ਤਰੀਕ ਹਜੇ ਤੱਕ ਪੰਜਾਬ ਦੇ ਕਿਸਾਨ ਇੱਥੇ ਆ ਰਹੇ ਆ। ਸੋ ਜਿਹੜਾ ਹੈਗਾ ਮੀਡੀਆ ਦਾ ਕੰਮ ਹੁੰਦਾ ਐਕਸਾਈਟਮੈਂਟ ਵਾਲੇ ਕੁਐਸਚਨ ਪੁੱਛਣਾ, ਲੋਕਾਂ ਦੇ ਵਿੱਚ ਭਰਮ ਫੈਲਾਉਣਾ। ਕੋਈ ਇਹ ਤਾਂ ਹੈ ਨਹੀਂ ਫੂਕ ਮਾਰੀ ਬੰਦੇ ਦਾ ਟਰਾਲੀ ਉੱਥੇ ਲੱਗ ਗਿਆ ਹੈ ਨਾ, ਆਉਣਾ ਸੜਕਾਂ ਦੇ ਥਰੂ ਪੈਣਾ। ਸੋ ਇਹ ਸਾਰਾ ਕੁਝ ਆ। ਸੋ ਜਿਹੜੀਆਂ ਆਈਡੀਜ਼ ਆ ਜ਼ਰੂਰ ਹੁਣ ਤੁਸੀਂ ਦੇਖ ਰਹੇ ਹੋ ਮੇਰੇ ਆਪਣੇ ਪੇਜ ਤੇ ਵੀ ਬਹੁਤ ਜ਼ਿਆਦਾ ਫੇਕ ਆਈਡੀਆਂ ਵਾਲੇ ਆਉਣ ਲੱਗ ਗਏ ਆ, ਕਿਉਂਕਿ ਫਿਰ ਮੈਂ ਇਹ ਮੰਨਦਾ ਕਿਉਂਕਿ ਹੁਣ ਸਰਕਾਰ ਦੀ ਅੱਖਾਂ ਦੇ ਵਿੱਚ ਜਿਹੜਾ ਆਪਣਾ ਗੁਰਪ੍ਰੀਤ ਕੋਟਲੀ ਪੇਜ ਆ ਜਾਂ ਆਪਣਾ ਇਹਨੂੰ ਮੰਨ ਲਓ ਚੈਨਲ ਹੀ ਮੰਨ ਲਓ, ਠੀਕ ਆ, ਇਹ ਜਿਹੜਾ ਰੜਕਦਾ ਤਾਂ ਕਰਕੇ ਇਹੋ ਜਿਹੇ ਨੈਗੇਟਿਵ ਕਮੈਂਟ ਵਾਲੇ ਆਉਂਦੇ ਆ। ਤੁਸੀਂ ਇਗਨੋਰ ਕਰ ਦਿਓ, ਕਿਉਂਕਿ ਇਹ ਪਤਾ ਕੀ ਕਰਨਾ ਚਾਹੁੰਦੇ ਆ, ਤੁਸੀਂ ਇਹਦਾ ਰਿਪਲਾਈ ਕਰੋਗੇ। ਜੇ ਰੀਅਲ ਆਈਡੀ ਹੋਵੇ ਤਾਂ ਯਾਰ ਰਿਪਲਾਈ ਕਰਦਾ ਵੀ ਚੰਗਾ ਲੱਗਦਾ ਹੈ ਨਾ। ਤੁਸੀਂ ਇਹਦੇ ਧਿਆਨ ਨਾ ਦਿਓ, ਮੈਂ ਆਪੇ ਇਹਨਾਂ ਨੂੰ ਬਲੌਕ ਕਰ ਦਿਆ ਕਰੂੰਗਾ। ਤੁਸੀਂ ਸ਼ੇਅਰ ਤੇ ਧਿਆਨ ਦੇਣਾ ਵੀਰ ਮੇਰੋ, ਇਹਨਾਂ ਦਾ ਤਰੀਕਾ ਇਹ ਵੀ ਤੁਸੀਂ ਇਹਨਾਂ ਤੇ ਧਿਆਨ ਰੱਖੀ ਜਾਓ, ਸ਼ੇਅਰ ਨਾ ਕਰੋ, ਪਰ ਤੁਸੀਂ ਸ਼ੇਅਰ ਹੀ ਕਰਨਾ ਦੱਬ ਕੇ, ਠੀਕ ਹੈ। ਇਹਨਾਂ ਨੂੰ ਮੈਂ ਆਪਦੇ ਹਿਸਾਬ ਨਾਲ ਲੋਡ ਕਰ ਲੂੰਗਾ, ਕੋਈ ਨਹੀਂ, ਬਲੌਕ ਹੋਈ ਜਾਣਗੇ ਜ਼ਰੂਰ। ਇਹਨਾਂ ਕੋਲੇ 25-26 ਹਜ਼ਾਰ ਆਈਡੀਆਂ ਹੈਗੀਆਂ, ਕੋਈ ਚੱਕਰ ਨਹੀਂ, ਪਰ ਤੁਸੀਂ ਰਿਪਲਾਈ ਦੀ ਜਗ੍ਹਾ ਜਿਹੜਾ ਵੱਧ ਤੋਂ ਵੱਧ ਇੱਕ ਵਾਰ ਵੀ ਰਿਪਲਾਈ ਕਰਕੇ ਦੇਖੋ, ਜੇ ਤੁਹਾਨੂੰ ਪਤਾ ਲੱਗਦਾ ਆਈਡੀ ਬਲੌਕ ਜਿਹੜੀ ਹੈਗੀ ਉਹ ਤੇ ਨਾ ਕਰੋ, ਤੁਸੀਂ ਸ਼ੇਅਰ ਤੇ ਦੱਬ ਕੇ ਕੰਮ ਕਰੋ ਭਰਾ ਮੇਰੋ। ਆਪਣਾ ਜਿਹੜਾ ਪੇਜ ਆ ਫੇਸਬੁੱਕ ਪੇਜ ਗੁਰਪ੍ਰੀਤ ਕੋਟਲੀ, ਇਹਨੂੰ ਵੱਧ ਤੋਂ ਵੱਧ ਲੋਕਾਂ ਨੂੰ ਫੋਲੋ ਕਰਾਓ, ਆਪਦੇ ਰਿਸ਼ਤੇਦਾਰਾਂ ਨਾਲ, ਆਪਦੇ ਦੋਸਤਾਂ ਮਿੱਤਰਾਂ ਨੂੰ ਨੈਸ਼ਨਲ ਇੰਟਰਨੈਸ਼ਨਲ ਤੌਰ ਤੇ। ਸੋ ਉਹਨਾਂ ਦੇ ਜੇ ਜੋ ਇਸ ਧਰਨੇ ਦੇ ਸ਼ਹੀਦ ਹੋ ਉਹਨਾਂ ਦੇ ਘਰ ਜਾ ਕੇ ਪਤਾ ਕਰੋ, ਮਿਹਰਬਾਨੀ ਕਰਕੇ ਉਹਨਾਂ ਤੇ ਕੀ ਬਤਰਿਆ ਭੁੱਖੇ ਨਾਲ। ਮਨਪ੍ਰੀਤ ਇਹ ਤੂੰ ਬਹੁਤ ਵਧੀਆ ਗੱਲ ਕੀਤੀ ਹੈ। ਮੈਂ ਜਿਹੜਾ ਹੈਗਾ ਤੁਹਾਡੇ ਨਾਲ ਵਾਅਦਾ ਕਰਦਾ, ਮੈਂ ਹਰ ਇੱਕ ਘਰੇ ਜਿਹੜਾ ਜਾਊਂਗਾ, ਠੀਕ ਹੈ, ਉਹਨਾਂ ਦੇ ਘਰੇ ਜਿਹੜੀਆਂ ਇੰਟਰਵਿਊ ਕਰੂੰਗਾ, ਠੀਕ ਆ, ਤੁਹਾਨੂੰ ਸਿੱਧਾ ਉਹਨਾਂ ਨਾਲ ਮਿਲਾਊਂਗਾ, ਠੀਕ ਆ, ਉਹ ਘਰ ਦੇ ਕੀ ਸੋਚਦੇ ਆ, ਉਹਨਾਂ ਦੇ ਕੀ ਬੀਤ ਰਹੀ ਹੈ। ਸੋ ਇਹ ਤੁਹਾਡੇ ਭਰਾ ਦਾ ਵਾਅਦਾ ਤੁਹਾਡੇ ਨਾਲ ਸਾਰਿਆਂ ਨਾਲ ਕਿ ਮੈਂ ਜਿੰਨੇ ਵੀ ਕਿਸਾਨੀ ਘੋਲ ਦੇ ਸ਼ਹੀਦ ਆ ਉਹਨਾਂ ਦੇ ਘਰਾਂ ਦੇ ਵਿੱਚ ਪਹੁੰਚ ਕੇ ਉਹਨਾਂ ਦੀ ਬਕਾਇਦਾ ਤੌਰ ਤੇ ਉਹਨਾਂ ਦੀ ਕੀ ਕੰਡੀਸ਼ਨ ਅੱਜ ਦੀ ਉਹ ਮੈਂ ਤੁਹਾਨੂੰ ਜ਼ਰੂਰ ਦਿਖਾਊਂਗਾ। ਇੱਕ ਇੱਥੋਂ ਵੀ ਅਪੀਲ ਕੀਤੀ ਗਈ ਆ, ਜੇ ਕਿ ਸਾਰੇ ਜਣੇ 100-100 ਰੁਪਇਆ ਵੀ ਦੇਣ ਤਾਂ ਉਹਨਾਂ ਦੇ ਘਰਦਿਆਂ ਤੱਕ ਪਹੁੰਚਾਓ। ਇੱਕ ਗੱਲ ਆ ਵੀ ਕਿਸੇ ਜਿਹੜਾ ਹੈਗਾ ਰਾਹ ਦੇ ਵਿੱਚ ਫੜਾਉਣ ਦਾ ਕਿਸੇ ਨੂੰ ਫਾਇਦਾ ਨਹੀਂ ਹੁੰਦਾ, ਠੀਕ ਆ। ਤੁਸੀਂ ਉਹਨਾਂ ਦਾ ਪਿੰਡ ਪਤਾ ਕਰੋ, ਜਿਹੜੇ ਭਰਾ ਬਾਹਰ ਰਹਿੰਦੇ ਆ ਆਪਦੇ ਘਰਦਿਆਂ ਨੂੰ ਭੇਜੋ, ਉੱਥੇ ਜਾ ਕੇ ਤੁਸੀਂ ਪੈਸਾ ਦੇ ਸਕਦੇ ਹੋ, ਠੀਕ ਹੈ। ਰਾਹ ਦੇ ਵਿੱਚ ਫੜਾਉਣ ਦਾ ਨਹੀਂ ਫਾਇਦਾ ਹੁੰਦਾ, ਸੋ ਸਿੱਧਾ। ਸੋ ਮੈਂ ਬਹੁਤ ਠੀਕ ਆ ਵੀਰੇ। ਸੁਖਦੇਵ ਤੁਸੀਂ ਦੱਸੋ, ਇੱਥੋਂ ਲਗਾਤਾਰ ਜਿਹੜੀਆਂ ਹੁਣ ਮੈਂ ਤੁਹਾਨੂੰ ਦੱਸਾਂ
ਵੀ ਜਿਹੜੀਆਂ ਮੀਟਿੰਗਾਂ ਤੋਂ ਬਾਅਦ ਹੁਣ ਪ੍ਰੈਸ ਕਾਨਫਰੰਸਾਂ ਚੱਲੀ ਜਾਂਦੀਆਂ, ਅੱਡ-ਅੱਡ ਜਿਹੜੇ ਲੀਡਰ ਆ ਇੱਥੇ ਖੜੇ ਆ। ਸੋ ਤੁਸੀਂ ਜੇਕਰ ਤੂੰ ਵੀ ਗੱਲ ਨੂੰ ਬਹੁਤ ਖਿੱਚ ਲੈਣਾ, ਕੋਈ ਗੱਲ ਨਹੀਂ ਦਲਜੀਤ ਕੌਰ ਜੀ। ਹੁਣ ਇਹ ਕਿਉਂਕਿ ਜਿਹੜੀਆਂ ਇਹ ਆਈਡੀਆਂ ਹੈਗੀਆਂ, ਇਹ ਕੋਈ ਆਪਾਂ ਗੱਲ ਕਰੀਏ, ਇਹ ਜਿਸ ਤਰ੍ਹਾਂ ਦੀਆਂ ਆਈਡੀਆਂ ਚਾਹੇ ਹੁਣ ਬੁੜੀਆਂ ਦੀਆਂ ਹੋਣ, ਚਾਹੇ ਮੈਂ ਕਹਿਣਾ ਇਹਨਾਂ ਨੇ ਮੋਦੀ ਦੀ ਫੋਟੋ ਲਾਈ ਬੈਠਾ ਸੀ, ਇੱਕ ਹੋਰ ਸਿੱਖ ਦੀ ਲੈ, ਇਹਨਾਂ ਤੇ ਕੋਈ ਬਾਹਲਾ ਸਾਨੂੰ ਧਿਆਨ ਦੇਣ ਦੀ ਲੋੜ ਨਹੀਂ। ਇਹਨਾਂ ਨੇ ਆਪਦਾ ਕੰਮ ਕਰਨਾ, ਕਿਉਂਕਿ ਮੈਂ ਪਰ ਫਿਰ ਵੀ ਇਹ ਫੇਕ ਆਈਡੀਆਂ ਨੂੰ ਕਹਿਣਾ, ਅੰਨ ਦਾ ਕਿਸਾਨ ਦਾ ਖਾ ਕੇ ਪੈਨੇ ਹੋ, ਤੁਹਾਨੂੰ ਮੋਦੀ 3000 5000 ਰੁਪਏ ਤੋਂ ਵੱਧ ਤੁਹਾਡਾ ਔਕਾਤ ਨਹੀਂ ਗੀ, ਠੀਕ ਹੈ। ਕਮੈਂਟਸ ਵੀ ਦੇਖੋ ਗੁਰਪ੍ਰੀਤ ਜੀ, ਦੇਖ ਰਹੇ ਆ ਭਰਾ ਜਿਹੜੇ ਚੰਗੇ ਆ ਉਹਨਾਂ ਨੂੰ ਦੇਖ ਰਹੇ ਆ, ਜਿਹੜੇ ਰੀਅਲ ਹੈ ਆ। ਜਿਹੜੇ ਹੁਣ ਆਪਾਂ ਗੱਲ ਕਰਗੇ, ਜਿਹੜੇ ਭਾਜੀ ਫੇਸਬੁੱਕ ਦੀ ਰੀਚ ਘਟ ਰਹੀ ਆ, ਬਿਲਕੁਲ ਘਟ ਰਹੀ ਹੈ। ਤੁਸੀਂ ਦੇਖੋਗੇ ਹੁਣ ਆਪਣੀ ਆਈਡੀ ਤੇ ਆ ਕੇ ਲਗਾਤਾਰ ਇਹਨਾਂ ਦੇ ਜਿਹੜੇ ਹੈਗਾ ਆਈਟੀ ਸੈੱਲ ਲਗਾਤਾਰ ਅਟੈਕ ਕਰ ਰਿਹਾ, ਠੀਕ ਹੈ। ਇਹ ਜਿਹੜੀ ਤੁਹਾਡੀ ਰੀਚ ਨੂੰ ਕੁਝ ਕੀਤਾ ਗਿਆ ਯਾਰ, ਇਹਨਾਂ ਦੇ ਸਟ੍ਰਾਈਕਾਂ ਪਾਉਣਾ ਇਹਨਾਂ ਦਾ ਕੰਮ ਹੈ, ਠੀਕ ਹੈ। ਸੋ ਮੋਦੀ ਭਗਤ ਆ ਗਏ ਵੀਰ ਜੀ ਲਾਈਵ ਵਿੱਚ, ਇਹਨਾਂ ਤੋਂ ਬਚਾ ਕੇ ਇਹਨਾਂ ਦੇ ਕਮੈਂਟ ਦਾ ਜਵਾਬ ਨਾ ਦਿਓ, ਬਿਲਕੁਲ ਠੀਕ ਆ। ਕਿਉਂਕਿ ਹਾਥੀ ਆਪਦੀ ਚਾਲ ਚੱਲਦਾ ਰਹਿੰਦਾ, ਕੁੱਤੇ ਭੌਂਕਦੇ ਰਹਿੰਦੇ ਆ, ਇਹਨਾਂ ਨੂੰ ਆਪਦਾ ਕੰਮ ਕਰਨ ਦਿਓ। ਪਰ ਮੈਂ ਤੁਹਾਨੂੰ ਸਿੱਧਾ ਦੱਸਦਾ, ਜਿਹੜੇ ਇੱਕ ਵਾਰੀ ਮੋਦੀ ਭਗਤ ਨੂੰ ਕਹਿਣਾ ਵੀ ਰੋਇਆ ਕਰੋ, ਪਿੱਟਿਆ ਕਰੋਗੇ, ਤੁਹਾਡੇ ਜਵਾਕ ਤੁਹਾਨੂੰ ਲੱਖ ਲੱਖ ਲਾਹਣਤਾਂ ਮਾਰਿਆ ਕਰਨਗੇ ਜਦੋਂ ਭੁੱਖੇ ਮਰਿਆ ਕਰਨਗੇ, ਠੀਕ ਹੈ। ਸੋ ਇਹ 10-10 ਰੁਪਈਆ ਪਿੱਛੇ, 20-20 ਰੁਪਈਆ ਪਿੱਛੇ, 3-3000 ਦੇ ਜਿਹੜਾ ਹੈਗਾ ਇਹੋ ਜਿਹਾ ਕੁਝ ਕਰ ਰਹੇ ਹੋ ਸਕਦਾ ਇਹਨਾਂ ਨੇ ਬਹੁਤ ਕੁਝ ਕਰਨਾ, ਜਿਹੜਾ ਆਪਾਂ ਕਿ ਫੋਨ ਟਰੈਪ, WhatsApp ਸਭ ਕੁਝ ਹੈਂਗ ਕਰ ਸਕਦੇ, ਕੋਈ ਚੱਕਰ ਨਹੀਂ ਆਪਾਂ। ਪਰ ਮੇਨ ਮੁੱਦਾ ਤੁਹਾਡੇ ਤੇ ਜ਼ਿੰਮੇਵਾਰੀ ਹੈ, ਜਿਹੜੇ ਭਰਾ ਦੇਖ ਰਹੇ ਹੋ ਤੁਸੀਂ। ਹਰ ਇੱਕ ਵੀਡੀਓ ਤੁਹਾਡਾ ਮੈਂ ਇਹ ਗੱਲ ਕਹਿਣਾ ਵੀ ਹਰੇਕ ਬੰਦਾ ਜਿਹੜਾ ਵੀ ਕਿਸਾਨ ਅੰਦੋਲਨ ਨੂੰ ਪਿਆਰ ਕਰਦਾ, ਜਿਹਨੂੰ ਲੱਗਦਾ ਗੁਰਪ੍ਰੀਤ ਕੋਟਲੀ ਚੰਗਾ ਕੰਮ ਕਰ ਰਿਹਾ, ਘੱਟੋ ਘੱਟ ਹਰੇਕ ਬੰਦਾ 100 ਗਰੁੱਪ ਦੇ ਵਿੱਚ ਜਿਹੜਾ ਸ਼ੇਅਰ ਕਰੋ। ਗਰੁੱਪਾਂ ਦੇ ਮੈਂ ਸ਼ੇਅਰ ਕਰਨ ਦੱਸ ਦਿੰਦਾ, ਇੱਕ ਤਾਂ ਸਿੱਧਾ ਸ਼ੇਅਰ ਹੋ ਜਾਂਦਾ, ਇੱਕ ਗਰੁੱਪ ਹੁੰਦਾ ਜਦੋਂ ਸ਼ੇਅਰ ਵਾਲਾ ਆਪਸ਼ਨ ਲਾਉਣੇ ਆ, ਤੇ ਫੇਸਬੁੱਕ ਦੇ ਗਰੁੱਪਾਂ ਦੇ ਵਿੱਚ, WhatsApp ਦੇ ਗਰੁੱਪਾਂ ਦੇ ਵਿੱਚ, ਮੈਸੇਂਜਰ ਦੇ ਗਰੁੱਪਾਂ ਦੇ ਵਿੱਚ ਘੱਟੋ ਘੱਟ ਹਰ ਇੱਕ ਬੰਦਾ, ਹਰ ਇੱਕ ਪੰਜਾਬੀ, ਹਰ ਇੱਕ ਜਿਹੜਾ ਭਾਰਤੀ, ਹਰ ਇੱਕ ਕਿਸਾਨ ਅੰਦੋਲਨ ਨੂੰ ਪਿਆਰ ਕਰਨ ਵਾਲਾ ਰੋਜ਼ 1 ਘੰਟਾ ਆਈਟੀ ਸੈੱਲ ਵਾਲਾ ਵਾਂਗੂ ਕੰਮ ਕਰੇ, ਇਹਨਾਂ ਦੇ ਵਾਂਗੂ, ਠੀਕ ਆ। ਤੁਸੀਂ ਸਾਰਿਆਂ ਨੇ ਸ਼ੇਅਰ ਵਾਲੀ ਤੁੱਕੀ ਕੱਢ ਦੇਣੀ ਆ, ਮੈਂ ਤੁਹਾਨੂੰ ਦੱਸਦਾ, ਇਹ ਤੁਹਾਡੇ ਤੇ ਹੈ। ਗੁਰਪ੍ਰੀਤ ਕੋਟਲੀ ਪੇਜ ਸਾਰੇ ਜਣੇ ਜਿਹੜੇ ਹੈਗਾ ਫੋਲੋ ਕਰ ਲਓ। ਗੁਰਪ੍ਰੀਤ ਕੋਟਲੀ YouTube ਚੈਨਲ ਆ, ਉਹਨੂੰ ਸਬਸਕ੍ਰਾਈਬ ਕਰ ਲਓ। ਆਪਣਾ ਟਵਿੱਟਰ ਤੇ ਹੈ, ਉਹ ਤੇ ਆ ਜਾਓ। ਕਈ ਭਰਾਵਾਂ ਨੇ ਬਹੁਤ ਜਾਣੇ ਕਹਿੰਦੇ ਸਾਡੀਆਂ ਵੀਡੀਓ ਸ਼ੇਅਰ ਕਰਦੇ ਬਾਈ, ਸਾਡਾ ਗੀਤ ਸ਼ੇਅਰ ਕਰ ਦਿਓ। ਉਹਨਾਂ ਵਾਸਤੇ ਮੈਂ ਕਿਸਾਨ ਏਕਤਾ ਜਿਹੜੀ ਸਾਡੀ ਟੀਮ ਨੇ ਵੈਬਸਾਈਟ ਬਣਾਈ ਆ, ਤੁਸੀਂ ਉੱਤੇ ਜਾ ਕੇ ਹੈਸ਼ਟੈਗ ਪਾ ਕੇ ਉੱਥੇ ਆਪਦੀ ਪੋਸਟ ਕਰ ਸਕਦੇ ਹੋ। ਉਹ ਤੋਂ ਬਿਨਾਂ ਤੁਸੀਂ ਹੈਸ਼ਟੈਗ ਪਾ ਕੇ ਆਪਦਾ ਜਿਹੜਾ ਕੁਐਸਚਨ ਪੁੱਟ ਕਰ ਸਕਦੇ ਹੋ। ਸੋ ਆਪਣੇ ਤੁਹਾਡੇ ਸਾਰਿਆਂ ਦੀ ਮਦਦ ਦੇ ਨਾਲ ਆਪਣੀ ਟੀਮ ਵੱਡੀ ਹੋ ਰਹੀ ਹੈ। ਸੋ ਜਿਹੜਾ ਹੈਗਾ ਹੁਣ ਤੁਹਾਡੇ ਤੇ ਵੀ ਜ਼ਿੰਮੇਵਾਰੀ ਹੈ, ਮੇਰੇ ਤੇ ਵੀ ਜ਼ਿੰਮੇਵਾਰੀ ਹੈ। ਮੈਂ ਤੁਹਾਨੂੰ ਹਰ ਇੱਕ ਚੀਜ਼ ਜਿਹੜਾ ਇੱਥੇ ਦਿਖਾਉਣ ਵਾਲਾ ਜਿਹੜਾ ਹੈਗਾ ਦਿਖਾਉਣ ਦੀ ਕੋਸ਼ਿਸ਼ ਕਰਦਾ। ਚਾਹੇ ਮੇਰੀ ਸਿਹਤ ਹਜੇ ਤੱਕ ਮੁਨਾਸਬ ਨਹੀਂ ਆ, ਸਹੀ ਨਹੀਂ ਆ, ਪਰ ਮੈਂ ਫਿਰ ਵੀ, ਕਿਉਂਕਿ ਇੱਕ ਕਿਸਾਨ ਦੇ ਪੁੱਤਾਂ ਇੱਥੋਂ ਆਏ ਆ, ਠੀਕ ਹੈ। ਤੇ ਤੁਸੀਂ ਬਹੁਤ ਜ਼ਿਆਦਾ ਟਰਸਟ ਕਰਦੇ ਹੋ, ਠੀਕ ਹੈ। ਤੁਹਾਨੂੰ ਮੈਂ ਦਿਖਾਉਣ ਦੀ ਕੋਸ਼ਿਸ਼ ਕਰਦਾ, ਸਾਰੀਆਂ ਚੀਜ਼ਾਂ ਲਾਈਵ ਕਰਦਾ। ਕਾਰਨ ਵੀ ਕਿਉਂਕਿ ਯਾਰ ਜਿਹੜਾ ਹੈਗਾ ਇਹ ਬੰਦੇ ਜਿਹੜਾ ਹੈਗੇ ਆਪਦੇ ਉਹਦੇ 'ਚ ਕਾਮਯਾਬ ਨਾ ਹੋਣ। ਮੀਡੀਆ ਲਗਾਤਾਰ ਜਿਹੜਾ ਹੈਗਾ ਮੀਡੀਆ ਨੇ ਆਪਦਾ ਕੰਮ ਕਰ ਰਿਹਾ, ਆਪਾਂ ਆਪਦਾ ਕੰਮ ਕਰ ਰਹੇ ਹਾਂ। ਤੁਹਾਨੂੰ ਲਗਾਤਾਰ ਮੈਂ ਹਰ ਥਾਂ ਤੋਂ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ। ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਕਿ ਇਸ ਪੇਜ ਨੂੰ ਵੱਧ ਤੋਂ ਵੱਧ ਲੋਕਾਂ ਤੋਂ ਫੋਲੋ ਕਰਾਓ, ਸਬਸਕ੍ਰਾਈਬ ਕਰਾਓ, ਠੀਕ ਹੈ। ਬਥੇਰੇ ਜਾਣੇ ਮੈਨੂੰ ਗਾਲਾਂ ਕੱਢਣਗੇ, ਆਉਣ ਵਾਲੇ ਟਾਈਮ ਸ਼ੁਰੂ ਹੋਇਆ ਕਰਨਾ ਇਹ ਕੰਮ, ਠੀਕ ਹੈ। ਗਾਲਾਂ ਕੱਢੀ ਜਾਇਆ ਕਰਦੇ, ਉਹਨਾਂ ਦੇ ਰਿਪਲਾਈ ਕਰਨ ਦੀ ਲੋੜ ਨਹੀਂ, ਠੀਕ ਹੈ। ਪਰ ਤੁਸੀਂ ਸ਼ੇਅਰ ਕਰਨਾ ਬਸ, ਰਿਪਲਾਈ ਕਮੈਂਟ ਰਿਪਲਾਈ ਕਰੋ ਨਾ ਕਰੋ ਕੋਈ ਚੱਕਰ ਨਹੀਂ, ਰਿਪਲਾਈ ਨਹੀਂ ਕਰਨਾ ਕਿਸੇ ਦਾ, ਉਹਦੇ ਨਾਲੋਂ ਸ਼ੇਅਰ ਤੇ ਧਿਆਨ ਦੇਣਾ, ਕਿਉਂਕਿ ਇਹਨਾਂ ਦਾ ਕੰਮ ਆ ਧਿਆਨ ਪਟਣਾ, ਠੀਕ ਹੈ। ਫਿਰ ਮੈਂ ਨਾ 2-2 3 ਮੈਨੂੰ ਪਤਾ ਲਾਈਵ ਜਿਹੜਾ ਹੈਗਾ ਔਖਾ ਹੋ ਜਾਂਦਾ, ਠੀਕ ਹੈ। ਸੋ ਕਈ ਵਾਰੀ ਨਹੀਂ ਕਰਨਾ ਪੈਂਦਾ ਕਿਉਂਕਿ ਉਹਦੇ 'ਚ ਅਪ ਡਾਊਨ ਆ ਜਾਂਦੇ ਆ। ਸੋ ਇਹਨਾਂ ਕੋਲੇ ਕਾਫੀ ਚੀਜ਼ਾਂ ਹੈਗੀਆਂ ਜਿਨ੍ਹਾਂ ਦੇ ਉੱਤੇ ਵਰਕ ਕਰਦੇ ਆ। ਸੋ ਇੱਧਰਲੇ ਪਾਸੇ ਆਪਾਂ ਕਿਸੇ ਇੱਕ ਦੇ ਨੇਤਾ ਨੂੰ ਫੜ ਲੈਣਾ, ਮੈਂ ਤੁਹਾਡੇ ਨਾਲ ਗੱਲਬਾਤ ਕਰਾ ਦਿੰਦਾ, ਠੀਕ ਹੈ। ਇਹ ਹਰਿਆਣੇ ਦੇ ਵਾਲਾ, ਇਹਨਾਂ ਨਾਲ ਮੈਂ ਤੁਹਾਡੀ ਗੱਲ ਕੋਈ ਨਹੀਂ, ਇੱਧਰਲੇ ਪਾਸੇ ਨੇ। ਸੋ ਜਗਜੀਤ ਸਿੰਘ ਡੱਲੇਵਾਲ ਨਾਲ ਆਪਾਂ ਕੋਈ ਚੱਕਰ ਨਹੀਂ, ਘਰ ਦੀ ਗੱਲ ਹੀ ਆਪਾਂ ਗੱਲ ਕਰਾ ਦਿਆਂਗੇ ਤੁਹਾਡੀ। ਮੈਂ ਵੈਸੇ ਵੀ ਇੰਟਰਵਿਊ ਕਰ ਦੂੰਗਾ ਇਹਨਾਂ ਦੀ ਬਾਅਦ ਦੇ ਵਿੱਚ, ਠੀਕ ਹੈ। ਬੜੇ ਚੰਗੇ ਤੇ ਨੇਕ ਸੁਭਾਅ ਦੇ ਤੇ ਇਮਾਨਦਾਰ ਨੇਤਾ ਨੇ, ਬੜੇ ਮੇਰੇ ਫੇਵਰੇਟ ਹੈ, ਠੀਕ ਹੈ। ਅੱਗ ਪਾਉਣਾ ਗਲਤ ਹੈ ਯਾਰ ਅਸੀਂ ਜਿਹੜਾ ਹੈਗਾ ਇੱਥੇ, ਕਿਉਂਕਿ ਰੱਬ ਤੁਹਾਡੀ ਸਿਹਤ ਨੂੰ ਠੀਕ ਰੱਖੇ। ਸੋ ਇੱਥੇ ਜਿਹੜਾ ਹੈਗਾ ਆਪਾਂ ਲਗਾਤਾਰ ਜਿਹੜੀ PC ਤੋਂ ਬਾਅਦ ਅੱਡ ਜਿਹੜਾ ਹੈਗਾ ਬਗੇ ਚੱਲ ਰਹੀ ਹੈ ਲਗਾਤਾਰ। ਤੁਹਾਨੂੰ ਸਰ ਕੀ ਹਾਲ ਹੈ ਬਈ, ਆ ਜਾਓ ਆਪਾਂ ਇੱਧਰ ਹੀ ਕਰਦੇ ਹਾਂ, 1 ਮਿੰਟ।
ਉਹ ਨਾ ਛਾਂ ਆਉਂਦੀ ਇਧਰਲੇ ਪਾਸੋਂ ਕਰ ਲਓ, ਇਧਰੋਂ ਛਾਂ ਆ ਜਾਂਦੀ ਨੇ, ਇਧਰੋਂ ਕਰ ਲੈ ਭਾਈ ਆ ਜਾਓ। ਲਓ ਭਰਾ ਖੁਸ਼। ਸੋ ਜਿਹੜਾ ਹੈਗਾ ਆ ਜਾਓ ਲੈ ਜਾਓਗੇ। ਸੋ ਜਿਹੜਾ ਹੈਗਾ ਇੱਥੇ ਭਰਾ ਹੌਸਲਾ ਵਧਾਉਂਦੇ ਰਹਿੰਦੇ, ਮਿਲਦੇ ਰਹਿੰਦੇ ਆ, ਫੋਟੋਆਂ ਪਾਉਂਦੇ ਰਹਿੰਦੇ ਆ, ਮੈਨੂੰ ਵਧੀਆ ਲੱਗਦਾ, ਚੰਗਾ ਲੱਗਦਾ। ਕਹਾਂ ਮੈਂ ਕਹਾਂ ਜਿਹੜਾ ਹੈਗਾ ਉਹਦੇ ਨਾਲ ਮੈਨੂੰ ਹੌਸਲਾ ਮਿਲਦਾ, ਇੱਕ એનર્ਜੀ ਹੁੰਦੀ ਹੈ ਨਾ। ਸਿਆਣੇ ਕਹਿੰਦੇ ਆ ਵੀ ਜੇਕਰ ਕੋਈ ਚੰਗਾ ਕੰਮ ਕਰਦਾ ਉਹਦੀ ਜੇ ਥਾਪੀ ਦੇ ਦੇਗਾ ਤਾਂ ਰੀੜ੍ਹ ਦੀ ਹੱਡੀ ਸਿੱਧੀ ਹੋ ਜਾਂਦਾ, ਕੁੱਬੇ ਦੀ ਵੀ। ਸੋ ਉਹ ਚੀਜ਼ਾਂ ਹੈਗਾ। ਲਗਾਤਾਰ ਡੇਲੀ ਪੋਸਟ ਵਾਲੇ ਭਰਾ ਲੱਗੇ ਪਏ ਆ, ਇੱਧਰੋਂ ਜਿਹੜਾ ਹੈਗਾ ਹੋਰ ਉੱਧਰੋਂ ਹਰ ਇੱਕ ਚੈਨਲ ਦੇ ਜਿਹੜੇ ਹੈਗੇ ਅੱਡ ਅੱਡ ਪੱਤਰਕਾਰ ਆ, ਉਹ ਇਹ ਚੀਜ਼ਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ। ਇਹ ਤੁਹਾਡੇ ਘਰਾਂ ਦੇ ਵਿੱਚ ਮੈਨੂੰ ਲੱਗਦਾ ਚੱਲਦਾ ਹੋਣਾ, ਇਹ ਤੁਹਾਨੂੰ ਜਿੱਥੋਂ ਚੱਲਦਾ ਮੈਂ ਉੱਥੋਂ ਦਿਖਾ ਦਿੰਦਾ ਸਾਰਾ ਕੁਛ, ਠੀਕ ਹੈ। ਸੋ ਜੇ ਕਿਸੇ ਨੇ ਕੋਈ ਚੀਜ਼ ਪੁੱਛਣੀ ਹੈ ਮੈਨੂੰ ਪੁੱਛ ਸਕਦੇ ਆ। ਭਾਜੀ ਥੈਂਕ ਯੂ ਤੁਹਾਡਾ, ਧੰਨਵਾਦ ਤੁਹਾਡਾ ਵੀ। ਸੁਖਦੇਵ ਸੋ ਯਾਰ ਤੂੰ ਗਲਤ ਸਮਝ ਗਿਆ, ਉਹਨਾਂ ਦੇ ਕਮੈਂਟ ਕਿਸਾਨਪੁਰ ਦੀ ਨਹੀਂ ਸੀ, ਅਨਬਲੌਕ ਕਰ ਉਹਨਾਂ ਨੂੰ। ਅੱਛਾ ਰੂਹ ਲਈ ਕਿਤੇ ਤੇਰਾ ਵਾਲਾ ਕੰਮ ਵੀ ਨਾ ਹੋ ਜਾਏ ਭਰਾ ਮੇਰਾ। ਸੋ ਇਹ ਬੰਦੇ ਬੜੇ ਤਰੀਕੇ ਨਾਲ ਆਉਂਦੇ ਆ ਭਰਾ ਮੇਰਾ। ਸੋ ਇੱਥੇ ਲਗਾਤਾਰ ਜਿਹੜਾ ਹੈਗਾ ਮੇਰੇ ਕੋਲੇ ਇਲਾਜ ਹੈਗਾ ਇਹਨਾਂ ਦਾ, ਕੋਈ ਚੱਕਰ ਨਹੀਂ, ਜਿੰਨੇ ਮਰਜ਼ੀ ਹੋਣਗੇ। ਬਲੌਕ ਕਰਨਾ 1 ਸਕਿੰਟ ਦਾ ਕੰਮ ਹੈ। ਸੋ ਇਹਨਾਂ ਨੂੰ ਜਿਹੜਾ ਸੋ ਇੱਥੇ ਜਿਹੜਾ ਹੈਗਾ ਇਹ ਸਾਰਾ ਕੁਝ ਚੱਲ ਰਿਹਾ। ਸੋ ਕਿਸੇ ਨੇ ਕੋਈ ਚੀਜ਼ ਟੁਕੜਾ ਖਾਤਰ ਬੰਦਾ ਕੀ ਨਹੀਂ ਕਰਦਾ, ਬਿਲਕੁਲ ਬਈ। ਇਹੋ ਜਿਹੇ ਟੁਕੜੇ ਕੀ ਖਾਣੇ ਤੋਂ ਭੁੱਖਾ ਮਰ ਜੇ ਦੁਨੀਆਂ ਦੇ ਵਿੱਚ, ਹੈ ਨਾ ਬਈ। ਸੋ ਜਿਹੜਾ ਹੈਗਾ ਕੀਪ ਗੋਇੰਗ, ਬਿਲਕੁਲ ਬਿਲਕੁਲ। ਥੈਂਕ ਯੂ ਬਈ, ਗੁੱਡ ਜੌਬ। ਅਸੀਂ ਵੀਰੇ ਨਾਲ ਆ ਵੀਰੇ, ਸ਼ੇਅਰ ਕਰੀ ਜਾਓ ਸਾਰੇ ਜਣੇ ਦੱਬ ਕੇ। ਆਹ ਜਿਹੜੀਆਂ ਤਸਵੀਰਾਂ ਮੈਂ ਇੱਥੋਂ ਖੜ ਕੇ ਹੁਣੇ ਦਿਖਾ ਦੇਣਾ ਤੁਹਾਨੂੰ ਸਾਰੀਆਂ। ਇੱਕ ਮਿੰਟ ਆ ਬੱਲੇ ਬੱਲੇ। ਸੋ ਹੁਣ ਪ੍ਰੈਸ ਕਾਨਫਰੰਸ ਹੋਰ ਕੋਟਲੀ ਸਾਹਿਬ ਭਾਈ, ਧੰਨਵਾਦ। ਠੀਕ ਆ ਭਰਾ, ਸਾਰੇ ਸੈੱਟ ਆ। ਦੇਖਿਆ ਜਾਵੇ ਤਾਂ ਇੱਥੇ ਜਿਹੜੀਆਂ ਹੁਣ ਅੱਡ ਅੱਡ ਚੈਨਲ, ਅੱਡ ਅੱਡ ਬਾਈਟਾਂ ਚੱਲਦੀਆਂ। ਲਓ ਤੁਹਾਨੂੰ ਨਾਲੇ ਆ ਸਹੀ ਰਹਿੰਦਾ ਹੈ ਨਾ, ਉਹ ਕਹਿੰਦੇ ਬਿਹਾਈਂਡ ਦੀ ਸੀਨਸ ਬੋਲਦੇ ਇਹਨੂੰ, ਮੈਨੂੰ ਲੱਗਦਾ ਨਾ ਉਹ ਚੀਜ਼ਾਂ ਤੁਹਾਨੂੰ ਦਿਖਾ ਰਿਹਾ ਅੰਤ ਤੇ ਕਿਹੜੇ ਹਿਸਾਬ ਨਾਲ ਹੁੰਦਾ, ਕਿਹੜੇ ਹਿਸਾਬ ਨਾਲ ਇੱਥੇ ਕੰਮ ਹੁੰਦਾ ਹੈ ਨਾ। ਘਰੇ ਤੁਹਾਡੇ ਇਕੱਲਾ ਬਾਈ ਮੂਹਰੇ ਕੈਮਰਾ ਤੇ ਬੁੜੀ ਦੀਦੀ ਹੁੰਦੀ ਆ, ਜਿਹੜੀ ਉਹ ਬੁੜੀ ਆ ਨਾ ਵਿਚਾਰੀ, ਮੈਨੂੰ ਲੱਗਦਾ ਇਹ ਦੂਜਿਆਂ ਦੀ ਰਿਪੋਰਟਰਾਂ ਤੇ ਵਿਚਾਰੀ ਖੜੀ ਕਿੱਥੇ ਆ, ਉਹ ਖੜੀ ਇਕੱਲੀ ਖੜੀ ਨਾ, ਬੰਦਾ ਨਾ ਬੰਦੇ ਦੀ ਯਾਦ ਕੋਲੇ ਹੈ। ਠੀਕ ਆ, ਤੁਹਾਡਾ ਨੰਬਰ ਮੇਰਾ ਨੰਬਰ ਵੀਰੇ ਹੈਗਾ, ਸਾਰਿਆਂ ਨੂੰ ਪਤਾ। ਮੇਰਾ ਪੇਜ ਤੇ ਨੰਬਰ ਮੇਰਾ ਪਰਸਨਲ ਹੈ, ਠੀਕ ਹੈ। ਹਾਂ ਮਿਲਦਾ ਨਹੀਂਗਾ ਉਹ ਅੱਡ ਗੱਲ ਹੈ, ਪਰ 9 ਵਜੇ ਤੋਂ ਬਾਅਦ ਮਿਲ ਜਾਂਦਾ, ਕਿਉਂਕਿ ਮੈਂ ਦੁਪਹਿਰੇ ਬੰਦ ਕਰਕੇ ਰੱਖਦਾ। ਤੁਸੀਂ WhatsApp ਮੇਰਾ ਉਸ ਨੰਬਰ ਤੇ ਚੱਲਦਾ, ਤੁਸੀਂ ਮੈਸੇਜ ਛੱਡ ਸਕਦੇ ਹੋ, ਜੋ ਇਹ ਬੜੀ ਜ਼ਰੂਰੀ ਗੱਲ ਹੈ। ਸੋ ਡਰਾਉਣ ਵਾਲੀਆਂ ਵੀਡੀਓ ਜਿਹੜੀਆਂ ਉਹ ਸੀਗੀਆਂ ਬੱਬਰ ਬੁੱਬਰ ਵਰਗਿਆਂ ਦੀਆਂ, ਉਹਨਾਂ 'ਤੇ ਧਿਆਨ ਨਾ ਦਿਓ। ਇਹ ਵੀ ਏਜੰਸੀਆਂ ਦੇ ਬੰਦੇ ਹੁੰਦੇ ਆ, ਹੋ ਸਕਦਾ ਉਹ ਮੇਰੇ ਬਾਤ ਪੈ ਜੇ ਕੱਲ ਨੂੰ, ਠੀਕ ਆ, ਹੋ ਸਕਦਾ ਸਹੀ ਹੋਵੇ, ਪਰ ਲੋਡ ਨਹੀਂ ਕੀ ਹੁੰਦਾ, ਲੋਡ ਨਹੀਂ ਹੁੰਦਾ ਬਈ ਢੂਈ ਲਾਉਣੀ। ਹੁਣ ਲੋਡ ਨਾ ਮਲੰਗ ਦਾ ਪੁੱਠਾ ਸਿੱਟਣਾ, ਮੱਲ ਕੇ ਹਰਾਉਣਾ, ਇਹ ਸਾਡੇ ਮਾਲ ਵਿੱਚ ਜ਼ਰੂਰ ਕਹਿੰਦੇ ਆ, ਠੀਕ ਹੈ। ਸਲੂਟ ਆ ਤੁਹਾਡੀ ਮਿਹਨਤ ਨੂੰ। ਲਖਵੀਰ ਖੋਖਰ ਬੜਾ ਅਜੀਜ਼ ਮਿੱਤਰ ਹੈ, ਧੰਨਵਾਦ। ਸੋ ਆ ਜਾਓ, ਮੈਂ ਤੁਹਾਨੂੰ ਅੰਦਰਲਾ ਦਿਖਾਉਣਾ ਯਾਰ, ਜਿੱਥੇ ਮੀਟਿੰਗ ਕਰਦੇ ਆ, ਹੈ ਨਾ। ਆਹ ਦੇਖ ਲਿਆ, ਅੱਕ ਗਏ ਸਾਰਾ ਕੁਝ। ਜਿਹਦੇ ਨਾਲ ਗੱਲ ਕਰਨੀ ਦੱਸ ਦਿਓ, ਜੋ ਅਨਪੜ੍ਹ ਫੇਸਬੁੱਕ ਤੇ ਲਾਈਵ ਹੋ ਜਾਂਦਾ। ਵੈਰੀ ਗੁੱਡ ਵੈਰੀ ਗੁੱਡ। ਤੂੰ ਤਾਂ ਬੜੀ BA ਕੀਤੀ ਹੈ ਨਾ, ਬਾਂਦਰ ਨਾ ਹੋਵੇ ਕਿਸੇ ਥਾਂ ਦਾ। ਇੱਕ ਮਿੰਟ ਯਾਰ, ਸੋ ਧੰਨਵਾਦ ਆ ਤੁਹਾਡਾ ਸਾਰਿਆਂ ਦਾ। ਮੈਂ ਤੁਹਾਨੂੰ ਮੀਟਿੰਗ ਦਾ ਸਥਾਨ ਦਿਖਾਉਣਾ ਅੰਦਰ ਜਾ ਕੇ, ਨਵੀਆਂ ਚੀਜ਼ਾਂ ਕੱਢ ਕੇ ਲਿਆਵਾਂ ਯਾਰ ਤੁਹਾਨੂੰ, ਕਿ ਕੈਸੇ ਥਾਂ ਹੁੰਦੀ ਹੈ। ਜਿੱਥੇ ਬਾਬੇ ਜਨਮ ਲਿਆ ਉਹ ਕੈਸੀ ਥਾਂ ਹੋਣੀ,